ਹੁਣ ਮੇਰੀ ਫੈਮਿਲੀ 'ਚ ਮੈਨੂੰ ਕਹਿੰਦੇ ਕਿ ਮੈਂ ਬਹੁਤ ਅਣਖੀ ਹਾਂ। ਲਾਈਕ ਮੇਰੇ ਮੰਮਾ ਨਾ ਮੇਰੇ ਪਾਪਾ ਤੋਂ ਬਹੁਤ ਉਹ ਹੁੰਦੇ ਸੀਗੇ ਕਿ ਯਾਰ ਕੁਝ ਜ਼ਿਆਦਾ ਹੀ ਸੀਗੀ ਐਂਡ ਮੇਰੇ ਅੰਦਰ ਵੀ ਟੂ ਅ ਪੁਆਇੰਟ ਬਹੁਤ ਜ਼ਿਆਦਾ ਹੈ ਉਹ ਚੀਜ਼। ਡੋਂਟ ਵਾਂਟ ਟੂ ਬੀ ਲਾਈਕ ਅਵੀਰਾ ਇਜ਼ ਦਿਸ ਜਾਂ ਅਵੀਰਾ ਕਿਸੇ ਵਰਗੀ ਹੈ। ਮੈਂ ਆਪਣਾ ਕੰਮ ਆਪਣੇ ਆਪ ਕਰਦੀ ਹਾਂ, ਮੈਂ ਕਿਸੇ ਨੂੰ ਦੇਖ ਕੇ ਨਹੀਂ ਕਰਦੀ। ਮੇਰਾ ਜਿਹੜਾ ਲਾਈਫ ਦਾ ਪਾਥ ਵੀ ਰਿਹਾ ਨਾ ਉਹ ਮੇਰੇ ਡੈਡ ਨਾਲ ਬਹੁਤ ਮਿਲਦਾ ਹੈ। ਤੂੰ ਨਾ ਇਹਦੇ ਪਿਓ ਵਰਗਾ ਹੈਗਾ, ਠੀਕ ਹੈ ਨਾ, ਤੂੰ ਇਹਨੂੰ ਹਮੇਸ਼ਾ ਕਦੇ ਵੀ ਭੈਣ ਵਾਂਗੂ ਨਹੀਂ ਦੇਖਣਾ, ਇਹ ਤੇਰੀ ਕੁੜੀ ਹੈ। ਜੇਕਰ ਡਾਇਰੈਕਟਰ ਜਸ਼ਨ ਨੰਨੜ ਦੀ ਕਾਲ ਨਾ ਹੁੰਦੀ ਜਾਂ ਸੁਨੰਦਾ ਵਾਲਾ ਬੁਲਟ ਪਟਾਕੇ ਵਾਲਾ ਗਾਣਾ ਨਾ ਹੁੰਦਾ, ਵਾਹ, ਜਿੱਦਾਂ ਹੀ ਮੈਂ ਬੋਲਦੀ ਹਾਂ ਨਾ ਗਿੱਦੜ ਬਹਾ, ਮੇਰੇ ਮੂੰਹ ਤੋਂ ਹੀ ਡਰ ਕੀ ਗਿੱਦੜ ਬਹਾ। ਪਿਆਰ ਹੋਇਆ ਤੁਹਾਨੂੰ ਕਦੀ? मालिक अब इतना खर्चा और जब से ले ही लेते हैं। ऐसा रखना है नाम, पता नहीं मुंह से कुछ ऐसा हो तो कहना थूक रख लेते हैं क्यों। ਜੇ ਮੈਨੂੰ ਉੱਦਾਂ ਕੋਈ ਬੋਲੇਗਾ ਝਾਂਜਰ ਵਾਲੀ ਕੁੜੀ ਕੀ ਯਾਰ, ਮਤਲਬ ਮੈਂ ਹੋਰ ਵੀ ਕੰਮ ਕੀਤਾ ਆਪਣੀ ਲਾਈਫ 'ਚ ਨਾ। ਦੇयर ਹੈਜ਼ ਬੀਨ ਸੋ ਮੈਨੀ ਅਦਰ ਥਿੰਗਸ ਦੈਟ ਆਈਵ ਡਨ। ਕਰਨ ਭਾਜੀ ਨੂੰ ਕਿਉਂ ਧੋਖਾ ਦਿੱਤਾ। ਅੱਜ ਸਾਡੇ ਸਟੂਡੀਓ ਨੂੰ ਮੈਨੂੰ ਲੱਗਦਾ ਕਿ ਭਾਗ ਲੱਗੇ ਨੇ ਫਾਈਵਵੁੱਡ ਪੋਡਕਾਸਟ ਦੀ ਫਰਸਟ ਫੀਮੇਲ ਗੈਸਟ ਅਵੀਰਾ ਸਿੰਘ ਮਸੌਣ। ਫਰਸਟ ਫੀਮੇਲ ਆ ਮੈਂ? ਫਰਸਟ ਫੀਮੇਲ ਗੈਸਟ। ਵਾਓ, ਦੈਟ ਮੇਕਸ ਮੀ ਫੀਲ ਸਪੈਸ਼ਲ। ਕੀ ਹਾਲ ਚਾਲ ਅਵੀਰਾ? ਆਲ ਗੁੱਡ। ਕਿਵੇਂ ਹੋ? ਠੀਕ ਠਾਕ? ਬਹੁਤ ਪਿਆਰੇ ਲੱਗ ਰਹੇ ਹੋ ਹਰ ਵਾਲੀ ਤਰ੍ਹਾਂ। ਥੈਂਕ ਯੂ ਸੋ ਮਚ। ਸੋ देयर इज अ ਪਾਰਟਿਕੂਲਰ ਕੋਈ ਡੇ ਰੂਟੀਨ ਹੈਗੀ ਆ ਕਿ ਆਪਣੇ ਆਪ ਨੂੰ ਇੰਨਾ ਚੰਗਾ ਦਿਖਾਉਣਾ ਹੈ? ਕਿੱਦਾਂ ਦਿਖਾਉਣਾ ਮਤਲਬ ਕਿ ਮਤਲਬ ਸਪੈਸ਼ਲ ਅਪੀਅਰੈਂਸ। ਹਾਂ, ਉਹ ਤਾਂ ਸਾਡਾ ਕੰਮ ਹੀ ਇਦਾਂ ਦੀ ਹੈ, ਆਪਣੇ ਆਪ ਨੂੰ ਦਿਖਾਣਾ। ਜਿੱਦਾਂ ਆਪਾਂ ਵਧੀਆ ਦਿਖਾਂਗੇ ਤਾਂ ਵੀ ਗੋਣਾ ਅਰਨ ਆਰ ਬ੍ਰੈਡ। ਅੱਛਾ, ਇੱਕ ਨਾ ਜਿਵੇਂ ਯੂ ਬਿਲੋਂਗ ਟੂ ਗਿੱਦੜਬਾਹਾ ਹਨਾ, nobody is going to ਮਤਲਬ ਬਲੀਵ ਕਿ ਅਵੀਰਾ ਸਿੰਘ ਮਸੌਣ ਗਿੱਦੜਬਾਹਾ ਤੋਂ ਬਿਲੋਂਗ ਕਰਦੀ ਹੈ। ਜਿੱਦਾਂ ਮੈਂ ਬੋਲਦੀ ਹਾਂ ਨਾ ਗਿੱਦੜਬਾਹਾ, ਮੇਰੇ ਮੂੰਹ ਤੋਂ ਹੀ ਡਰ ਕੀ ਗਿੱਦੜਬਾਹਾ, ਮੈਂ ਕਿਹਾ ਹਾਂਜੀ। ਸੋ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਔਖਾ ਹੋ ਜਾਂਦਾ ਕਿਸੇ ਵੇਲੇ? ਆਈ ਥਿੰਕ ਜਦੋਂ ਮੈਂ ਪੰਜਾਬੀ 'ਚ ਗੱਲ ਕਰਦੀ ਹਾਂ ਤਾਂ ਸਮਵੇਅਰ ਉਹਨਾਂ ਨੂੰ ਕਿਤੇ ਨਾ ਕਿਤੇ ਬਿਲੀਵ ਕਰ ਲੈਂਦੇ, ਬਟ ਹਾਲੇ ਮੇਰੀ ਪੰਜਾਬੀ ਬਹੁਤ ਠੇਠ ਵੀ ਨਹੀਂ ਹੈਗੀ ਕਿ ਮੈਂ ਗੱਲ ਕਰਾਂ ਕਿ ਗਿੱਦੜਬਾਹੇ ਵਾਂਗੂ ਹੈਗੀ ਹੈ, ਕਿਉਂਕਿ ਆਮ ਬੋਰਨ ਐਂਡ ਬੌਟ ਅਪ ਹੀਅਰ ਓਨਲੀ ਇਨ ਚੰਡੀਗੜ੍ਹ। ਤੇ ਔਖਾ ਥੋੜਾ ਜਿਹਾ ਹੁੰਦਾ ਹੈ, ਬਟ ਇਟ ਇਜ਼ ਵਾਟ ਇਟ ਇਜ਼। ਮੈਂ ਕੀ ਕਰ ਸਕਦੀ ਹਾਂ। ਚੰਡੀਗੜ੍ਹ ਕਦੋਂ ਮੂਵ ਹੋ ਗਏ ਸੀ ਤੁਸੀਂ? ਮੈਂ ਮੇਰੇ ਪਾਪਾ ਦੀ ਡੈਥ ਬਹੁਤ अर्ਲੀ ਹੋ ਗਈ ਸੀ ਨਾ, ਤੇ ਫਿਰ ਮੇਰੇ ਮੰਮਾ ਸ਼ਿਫਟ ਹੋ ਗਏ ਸੀਗੇ। ਸ਼ੀ ਵਾਸ ਫਰਮ ਚੰਡੀਗੜ੍ਹ ਓਨਲੀ। ਆਫਟਰ ਮਾਈ ਡੈਡਸ ਡੈਥ ਦੈਨ ਸ਼ੀ ਮੂਵਡ ਬੈਕ ਐਂਡ ਆਈ ਥਿੰਕ ਆਈ ਵਾਸ 1 or 2 years old। ਆਈ ਗੈਸ ਤੁਸੀਂ ਪਹਿਲਾਂ ਵੀ ਦੱਸਿਆ ਸੀ ਆਫ ਕੈਮਰਾ, ਤੁਸੀਂ ਯਾਦ ਰੱਖਿਆ ਅਸੀਂ ਤਕਰੀਬਨ 4 ਸਾਲ ਪਹਿਲਾਂ ਮਿਲੇ ਸੀਗੇ ਔਨ ਅ ਸੈਟ ਆਫ Song ਵਿਦ ਗਗਨ ਕੋਕਰੀ ਹੈ ਨਾ। ਸੋ ਮੈਮਰੀ ਸ਼ਾਰਪ ਹੈਗੀ, ਬੰਦਾ ਦੇਖ ਕੇ ਯਾਦ ਆ ਜਾਂਦਾ ਕਿ ਹਾਂ ਤਾਂ ਮੈਨੂੰ ਬੜੀ ਖੁਸ਼ੀ ਫੀਲ ਹੋਈ ਕਿ ਤੁਸੀਂ ਯਾਦ ਰੱਖਿਆ। ਹਾਂ, ਮਤਲਬ ਮੇਰੀ ਠੀਕ ਗੁੱਡ ਹੈ ਮੈਮਰੀ। ਮੈਂ ਮਤਲਬ ਵਧੀਆ ਬੰਦਿਆਂ ਨੂੰ ਰੱਖ ਲੈਂਦੀ ਹਾਂ ਯਾਦ। ਮਤਲਬ ਮੈਨੂੰ ਪਤਾ ਇੱਦਾਂ ਹਰ ਕੋਈ ਨਹੀਂ ਰਹਿੰਦਾ, ਬਟ ਆਈ ਥਿੰਕ ਦੇयर ਨੀਡਸ ਟੂ ਬੀ ਸਮ ਇੰਪੈਕਟ ਟੂ ਰਿਮੈਂਬਰ ਸਮਬਡੀ, ਯੂ ਨੋ। So I consider myself कि I'm a good person. Yeah. Obviously, that's why I remember you. Recently you done a song ਬਣਾ, ਤੁਸੀਂ ਚਮਚਮ ਗਾਣਾ ਕੀਤਾ ਕਾਕਾ ਦੇ ਨਾਲ, ਔਰ ਤੁਹਾਡੀ ਜਿਹੜੀ ਪਰਫਾਰਮੈਂਸ ਆ, ਖਾਸ ਕਰਕੇ ਤੁਹਾਡਾ ਜਿਹੜਾ ਡਾਂਸ ਆ, ਉਹ ਲੋਕੀ ਬਹੁਤ ਪਿਆਰ ਕਰਦੇ ਨੇ ਹਮੇਸ਼ਾ। ਤੁਹਾਡੀ ਜਿਹੜੀ ਪਰਫਾਰਮੈਂਸ ਹੁੰਦੀ ਬਹੁਤ ਬੋਲਡ ਹੁੰਦੀ ਆ। ਐਂਡ ਮੈਂ ਤੁਹਾਡੇ ਕੋਈ ਕਮੈਂਟਸ ਵੀ ਪੜ੍ਹੇ ਜਿਹਦੇ ਵਿੱਚ ਲਿਖਿਆ ਗਿਆ ਸੀਗਾ ਕਿ ਅਗਰ ਅਵੀਰਾ ਨੂੰ ਅਸੀਂ ਪੰਜਾਬ ਦੀ ਨੋਰਾ ਫਤਿਹੀ ਕਰ ਦਈਏ ਤਾਂ ਇਹਦੇ ਵਿੱਚ ਕੋਈ ਦੁਹਰਾਏ ਨਹੀਂ ਆ। ਤੁਹਾਨੂੰ ਪੰਜਾਬ ਦੀ ਨੋਰਾ ਫਤਿਹੀ ਕਿਹਾ ਜਾਂਦਾ ਹੈ? ਮੈਂ ਤਾਂ to be very honest, like people maybe they're giving me a compliment, but ਮੈਨੂੰ ਕਦੇ this idea of comparing anybody with anybody, I never liked it. ਤੇ I don't want to be anybody, I don't want to be something of Punjab, I want to be myself. If I'm good at my craft, then Avira is doing good. I don't want to be like Avira is this ਜਾਂ Avira ਕਿਸੇ ਵਰਗੀ ਹੈ। ਮੈਂ ਆਪਣਾ ਕੰਮ ਆਪਣੇ ਆਪ ਕਰਦੀ ਹਾਂ, ਮੈਂ ਕਿਸੇ ਨੂੰ ਦੇਖ ਕੇ ਨਹੀਂ ਕਰਦੀ। So like I want to be addressed by myself, you know. ਜੀ, ਗਿੱਦੜਬਾਹਾ ਤੋਂ ਨਾ ਬਹੁਤ ਸਾਰੇ ਕਲਾਕਾਰ ਹੋਏ, ਜਿਵੇਂ ਗੁਰਦਾਸ ਮਾਨ ਜੀ ਗਿੱਦੜਬਾਹਾ ਤੋਂ ਨੇ, ਜਾਨੀ ਲਿਲ ਸਿਸਟਰਸ ਫਰਮ ਗਿੱਦੜਬਾਹਾ, ਦੈਨ ਅਸ਼ੋਕ ਮਸਤੀ, ਤੇ ਨਾਉ ਸਾਡੇ ਕੋਲ ਅਵੀਰਾ ਵੀ ਆ। ਤੇ ਜਦੋਂ ਲੋਕ ਇਹਨਾਂ ਸਾਰਿਆਂ ਨਾਮ ਨੂੰ ਕੰਪਾਈਲ ਕਰਕੇ ਜੋੜਦੇ ਆ ਕਿ ਯੂ ਆਰ ਆਲਸੋ ਫਰਮ ਗਿੱਦੜਬਾਹਾ, ਸੋ ਤੁਹਾਨੂੰ ਪ੍ਰਾਊਡ ਫੀਲ ਹੁੰਦਾ ਉਸ ਗੱਲ ਦੇ ਉੱਤੇ? ਬਿਲਕੁਲ ਹੁੰਦਾ ਬਹੁਤ। ਮੈਨੂੰ ਤਾਂ ਬਹੁਤ ਬਾਅਦ 'ਚ ਪਤਾ ਲੱਗਿਆ। ਮੈਂ ਤੁਹਾਨੂੰ ਦੱਸਾਂ ਬਹੁਤ ਸਿੰਪਲ ਜੀ ਗੱਲ ਹੈ। ਮੈਂ ਤਾਂ ਕਰਕੇ ਦੱਸਦੀ ਸੀ ਬਿਕਾਜ਼ ਮੇਰੀ ਲਾਈਫ 'ਚ ਮੇਰੇ ਡੈਡ ਦੀ ਐਗਜ਼ਿਸਟੈਂਸ ਬਹੁਤ ਘੱਟ ਹੈਗੀ ਹੈ, ਤਾਂ ਮੈਨੂੰ ਸਿਰਫ ਆਹ ਦੱਸਣਾ ਕਿ ਮੇਰੇ ਡੈਡ ਗਿੱਦੜਬਾਹੇ ਤੋਂ ਸੀਗੇ, ਮੈਂ ਤਾਂ ਕਰਕੇ ਦੱਸਦੀ ਹਾਂ। ਮੈਨੂੰ ਬਹੁਤ ਲੇਟ ਪਤਾ ਲੱਗਿਆ ਕਿ ਉਹ ਲਾਈਕ ਦੇयर ਆਰ ਸੋ ਮੈਨੀ ਪੀਪਲ ਫਰੋਮ ਗਿੱਦੜਬਾਹਾ।
ਤਾਂ ਮੈਂ ਕਦੇ ਉਹ ਚੀਜ਼ ਨੂੰ ਲੈ ਕੇ ਇੰਨਾ ਪ੍ਰਾਈਡ ਨਹੀਂ ਲਿੱਤਾ ਜਿੰਨਾ ਮੈਨੂੰ ਆ ਹੁੰਦਾ ਸੀਗਾ ਕਿ ਦੈਟ ਮਾਈ ਡੈਡ ਇਜ਼ ਫਰਮ ਗਿੱਦੜਵਾ ਐਂਡ ਮੈਂ ਉਹ ਚੀਜ਼ ਉੱਦਾਂ ਦੱਸਦੀ ਹੁੰਦੀ ਸੀਗੀ ਸਾਰਿਆਂ ਨੂੰ। ਇੱਕ 6 ਸਾਲ ਦੀ ਕੁੜੀ ਜਿਹਨੇ ਹਮੇਸ਼ਾ ਚਾਹਿਆ ਸੀਗਾ ਕਿ ਮੈਂ ਡਾਂਸ ਕਰਨਾ, ਮੈਂ ਡਾਂਸ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹਾਂ, ਉਹ ਜਿਵੇਂ ਜਿਵੇਂ ਵੱਡੀ ਹੁੰਦੀ ਆ ਉਹਦੇ ਸੁਪਨੇ, ਉਹਦੇ ਐਂਬੀਸ਼ੀਅਸ, ਉਹਦੇ ਏਮ ਚੇਂਜ ਹੁੰਦੇ ਗਏ, ਹਨਾ। ਜਦੋਂ ਤੁਸੀਂ ਵੱਡੇ ਹੋਏ ਜਾਂ ਤੁਸੀਂ ਆਪਣੀ ਕਾਲਜ ਲਾਈਫ ਦੇ ਵਿੱਚ ਆਏ ਤਾਂ ਯੂ ਵਾਂਟ ਟੂ ਬੀ ਅ ਗਾਇਨਾਕੋਲੋਜਿਸਟ, ਠੀਕ ਹੈ। ਦੈਨ ਉਸ ਤੋਂ ਬਾਅਦ ਤੁਸੀਂ ਪਰਸਿਊ ਕਰਦੇ ਹੋ ਫੈਸ਼ਨ ਡਿਜ਼ਾਈਨਿੰਗ, ਉਸ ਤੋਂ ਬਾਅਦ ਇੱਕ ਐਕਟਰ ਵਾਲੀ ਲਾਈਨ ਸ਼ੁਰੂ ਹੁੰਦੀ ਹੈ, ਇੱਕ ਮਾਡਲਿੰਗ ਵਾਲੀ ਲਾਈਨ ਸ਼ੁਰੂ ਹੁੰਦੀ ਆ। ਵਾਟ ਇਜ਼ ਰੀਅਲੀ ਅਵੀਰਾ ਐਕਚੁਅਲੀ ਵਾਂਟ ਟੂ ਡੂ? ਮੈਨੂੰ ਪਤਾ ਕੀ ਲੱਗਦਾ ਹੈ, ਮੈਨੂੰ ਤਾਂ ਲੱਗਦਾ ਮੈਂ ਸ਼ੁਰੂ ਤੋਂ ਆਹੀ ਕਰਨਾ ਸੀ what I'm doing right now because I love it। ਸਿਰਫ ਫਰਕ ਇਹ ਸੀਗਾ ਕਿ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਜਾਂ ਪਹਿਲਾਂ ਵਾਲੇ ਟਾਈਮ 'ਚ ਆ ਚੀਜ਼ਾਂ ਨੂੰ ਐਜ਼ ਅ ਕਰੀਅਰ ਨਹੀਂ ਦੇਖਦੇ ਹੁੰਦੇ ਸੀਗੇ, ਐਜ਼ ਅ ਹੌਬੀ ਦੇਖਦੇ ਸੀਗੇ। ਹੌਬੀ ਦੇਖ ਲਿਆ ਜਾਂ ਮਨ ਬੁਲਾਉਣ ਵਾਲੀ ਚੀਜ਼ਾਂ, ਹੈ ਨਾ, ਕਿ ਸਕੂਲ 'ਚ ਤੁਸੀਂ ਪੜ੍ਹ ਰਹੇ ਹੋ ਨਾਲ ਦੀ ਨਾਲ ਪਾਰਟਿਸਿਪੇਟ ਕਰ ਲਿਆ, ਹਾਂ ਇਟਸ ਲਾਈਕ ਅ ਕੋ ਕਰਿਕੂਲਰ ਥਿੰਗ, ਰਾਈਟ। ਸੋ ਨੋਬਡੀ ਯੂਜ਼ਡ ਟੂ ਟੇਕ ਇਟ ਸੀਰੀਅਸਲੀ ਐਂਡ ਮੇਰੀ ਲਾਈਕ ਸਬਕੌਂਸ਼ੀਅਸ ਸਾਡੀ ਵੀ ਇੱਦਾਂ ਦੀ ਸੀਗੀ ਕਿ ਹਾਂ ਕਰ ਲਿਆ ਮੌਜ ਮਸਤੀ ਲਈ, ਠੀਕ ਹੈ, ਬਟ what are you gonna do, you can't earn from it, right? So the goal was to do something serious and obviously it's not like ਕਿ ਮੈਨੂੰ gynecology ਇੰਨੀ ਨਹੀਂ ਇੰਟ੍ਰੀਗ ਕਰਦੀ ਸੀ। I always wanted to do it, I wanted to be a gynecologist and I did try doing it but ਨਹੀਂ ਹੋਇਆ ਮੇਰੇ ਤੋਂ। ਪ੍ਰੋਫੈਸ਼ਨ ਵਧੀਆ ਲੱਗਦਾ ਸੀ ਤੁਹਾਨੂੰ? ਹਾਂ, ਮੈਂ ਹਮੇਸ਼ਾ ਬਹੁਤ ਅਰਾਊਂਡ ਬੜਾ ਵੀਅਰਡ ਲੱਗੇਗਾ, like I've been around pregnant women a lot, like in my house, my ਮਾਸੀਜ਼ and everybody, and I've seen a lot of kids, ਉਹਨਾਂ ਦੀ ਪ੍ਰੋਬਲਮਸ ਉਹਨਾਂ ਦੀਆਂ। ਹਾਂ, and then ਮੈਨੂੰ ਨਾ ਉਹ ਚੀਜ਼ ਬਹੁਤ ਜ਼ਿਆਦਾ ਇੰਟਰਸਟ ਵੀ ਕਰਦੀ ਸੀ and ਬਹੁਤ ਕਿਊਰੀਅਸ ਸੀ ਕਿ ਮੈਂ to you know study that, ਤੇ but then it takes a lot of you know to get into it, it's not just biology, it's ਬਹੁਤ ਕੁਛ ਹੈ ਉਹਦੇ 'ਚ। ਸੋ ਮੇਰੇ 'ਚ ਇੰਨੀ ਪੇਸ਼ੈਂਸ ਟੂ ਬੀ ਓਨੈਸਟ ਨਹੀਂ ਹੈਗੀ ਟੂ ਗਿਵ ਸੋ ਮੈਨੀ ਈਅਰਸ ਟੂ ਦਿਸ। ਦੈਨ ਆਈ ਵਾਜ਼ ਲਾਈਕ ਕਿ ਯੂ ਨੋ ਕਰ ਤਾਂ ਮੈਂ ਪੜ੍ਹ ਹੀ ਰਹੀ ਸੀ, ਮਤਲਬ ਪੜ੍ਹ ਤਾਂ ਰਹੀ ਸੀ ਮੈਂ ਕਾਲਜ, ਅਤੇ ਨਾਲ ਨਾਲ ਫਿਰ ਮੈਨੂੰ ਆਹੀ ਯੂ ਨੋ ਲਾਈਕ ਆਪਣੀ ਇੰਡਸਟਰੀ ਤੋਂ ਥੋੜ੍ਹੀ ਅਪਰੋਚ ਆਈ ਕਿ ਯੂ ਨੋ ਲੈਟਸ ਵਰਕ ਟੁਗੈਦਰ ਔਰ ਸਮਥਿੰਗ, ਦੈਨ ਆਈ ਵਾਜ਼ ਲਾਈਕ ਮਾਈਟ ਐਜ਼ ਵੈਲ ਡੂ ਦਿਸ, ਯੂ ਨੋ। ਅਤੇ ਇਸ ਸਾਈਡ ਫਿਰ ਜ਼ਿਆਦਾ ਵਧੀਆ ਮੈਨੂੰ ਰਿਸਪੌਂਸ ਆਇਆ, ਦੈਨ ਆਈ ਵਾਜ਼ ਲਾਈਕ ਬਾਅਦ 'ਚ ਵੀ ਕਰਨਾ ਹੁਣੇ ਕਰ ਲਓ। ਜੇਕਰ ਡਾਇਰੈਕਟਰ ਜਸ਼ਨ ਨੰਨੜ ਦੀ ਕਾਲ ਨਾ ਹੁੰਦੀ ਜਾਂ ਸੁਨੰਦਾ ਵਾਲਾ ਬੁਲਟ ਪਟਾਕੇ ਵਾਲਾ ਗਾਣਾ ਨਾ ਹੁੰਦਾ ਤਾਂ ਤੁਹਾਨੂੰ ਲੱਗਦਾ ਕਿ ਤੁਹਾਡੇ ਲਈ ਉਹ ਇੱਕ ਲੱਕੀ ਚਾਮ ਸੀਗਾ? ਮੈਨੂੰ ਇੱਦਾਂ ਲੱਗਦਾ ਕਿ ਉਹ ਦੋਨੋਂ ਚੀਜ਼ਾਂ, ਹਾਂ, ਕਰਦੀ ਤਾਂ ਮੈਂ ਉਹ ਤੋਂ ਪਹਿਲਾਂ ਵੀ ਬਹੁਤ ਮਤਲਬ ਪੰਗੇ ਲੈਂਦੀ ਹੁੰਦੀ ਸੀ ਮੈਂ, ਤੇ ਇਹ ਕਹਿੰਦੇ ਨਾ ਕਿ ਬੜੀ ਓਨੈਸਟ ਜੀ, ਮਤਲਬ ਉਹਦੇ ਪਿੱਛੇ ਕੋਈ ਮੋਟਿਵ ਨਹੀਂ ਸੀਗਾ ਕਿ ਯਾਰ ਮੈਂ ਕਿ ਵਾਇਰਲ ਹੋਣਾ ਹੈ ਜਾਂ ਕੁਛ ਹੋਣਾ। ਮੈਂ ਤਾਂ ਆਈ ਵਾਜ਼ ਜਸਟ ਚਿਲਿੰਗ ਵਿਦ ਮਾਈ ਫਰੈਂਡਸ, ਅੱਗੇ ਕੈਮਰਾ ਰੱਖ ਲਿਆ ਬਸ ਕਰਦੇ ਹੋਏ ਤੇ ਪੋਸਟ ਕਰਤਾ, ਤੇ ਆਈ ਫੀਲ ਲਾਈਕ ਕਿ ਉਹ ਯੈਸ ਉਹ ਜ਼ਰੀਆ ਜ਼ਰੂਰ ਬਣਿਆ ਯੂ ਨੋ ਟੂ be in front of everybody's eyes, and then yes Jashan also approached me for the same, so ek ko zariya ek reason zarur banaya, yeah I do feel lucky about it as well। ਇਹ ਸਾਲ 2015 ਜਾਂ 16 ਦੀ ਗੱਲ ਹੈ ਇਹ? ਹਾਂ 15-16 ਦੀ। ਐਂਡ 2017 ਦੇ ਵਿੱਚ ਤੁਸੀਂ ਇੱਕ ਨਿੱਜੀ ਚੈਨਲ ਦੇ ਨਾਲ ਬਿਊਟੀ ਪੇਜ ਦਾ ਹਿੱਸਾ ਬਣਦੇ ਹੋ, ਉਹਦੀ ਵੀ ਤੁਸੀਂ ਟੌਪ 10 ਦੇ ਵਿੱਚ ਆਉਂਦੇ ਹੋ, ਉਹ ਕਿੱਦਾਂ ਪੋਸੀਬਲ ਹੋਇਆ? ਕਿਉਂਕਿ ਉਹ ਤਾਂ ਸ਼ਿਫਟਿੰਗ ਸੀਗੀ ਨਾ ਇੱਕ। ਯਾ ਬਿਕਾਜ਼ ਮੈਨੂੰ ਇੱਦਾਂ ਲੱਗਦਾ ਕਿ ਮੈਂ ਆਲਰੇਡੀ ਜਦੋਂ ਮੈਂ ਸ਼ੋਅ ਕੀਤਾ ਸੀ ਨਾ, ਮੈਂ ਆਲਰੇਡੀ ਇੰਡਸਟਰੀ 'ਚ ਸੀਗੀ, ਲਾਈਕ ਆਈ ਡਿਡ ਫਿਊ ਪ੍ਰੋਜੈਕਟਸ। ਤਾਂ ਜਦੋਂ ਮੈਂ ਉੱਥੇ ਗਈ ਨਾ ਤਾਂ ਮੈਨੂੰ ਆ ਵੀ ਮੇਰੇ ਨਾਲ ਦੇ ਮੈਨੂੰ ਕਹਿੰਦੇ ਹੁੰਦੇ ਸੀ ਕਿ ਤੈਨੂੰ ਕੀ ਲੋੜ ਹੈ, ਕੀ ਹੈ, ਅਤੇ ਲੋੜ ਆ ਸੀਗੀ ਕਿ ਆਈ ਵਾਜ਼ ਨਾਟ ਡੂਇੰਗ ਇਟ ਕਿ ਮੈਨੂੰ ਹੋਰ ਵੱਧ ਫੇਮ ਚਾਹੀਦਾ ਹੈ, ਕਿਉਂਕਿ ਮੈਨੂੰ ਉਸ ਟਾਈਮ ਫੇਮ ਦੀ ਵੀ ਇੰਨੀ ਨੌਲੇਜ ਨਹੀਂ ਸੀਗੀ ਕਿ ਫੇਮ ਮਿਲੇਗਾ ਇੱਦਾਂ। ਮੈਨੂੰ ਨਾ ਕੁਛ ਇਨਸਿਕਿਉਰਿਟੀਜ਼ ਸੀਗੀਆਂ ਆਪਣੇ ਅੰਦਰ ਕਿ lack of confidence, you know, stage fear, and so ਮੈਨੂੰ ਤਾਂ ਲੱਗਿਆ ਕਿ maybe this is the place ਉਸ time ਕਿ you know I can actually work on those things, and it did work for me to a point। ਜੇਕਰ ਮੈਂ ਅਵੀਰਾ ਦੇ ਗ੍ਰਾਫ ਦੀ ਗੱਲ ਕਰਾਂ ਨਾ, ਤੇ ਕਈਆਂ ਦਾ ਗ੍ਰਾਫ ਇਦਾਂ ਦਾ ਚੱਲਦਾ, ਤੁਹਾਡਾ ਗ੍ਰਾਫ ਹਮੇਸ਼ਾ ਉੱਪਰ ਵੱਲ ਨੂੰ ਗਿਆ। ਤੁਸੀਂ ਬੈਕ ਇਨ 2017 ਦੀ ਗੱਲ ਕੀਤੀ, ਮੈਂ ਤੁਹਾਡਾ ਤਾਂ ਇੱਕ ਵੀਡੀਓ ਕਲਿੱਪ ਦੇਖ ਰਿਹਾ ਸੀਗਾ, ਤੁਸੀਂ ਆਪਣੇ ਬੋਲਣ ਦੇ ਐਕਸੈਂਟ ਤੇ ਸਲੈਂਗ ਤੇ ਕਾਫੀ ਵਰਕ ਕੀਤਾ ਨਾ, ਜਿਵੇਂ ਤੁਸੀਂ ਪਹਿਲਾਂ ਬੋਲਦੇ ਸੀ ਉਸ ਤਰੀਕੇ ਨਾਲ ਨਹੀਂ ਬੋਲਦੇ ਹਨ, ਤੁਸੀਂ ਆਪਣੇ ਉੱਤੇ ਬਹੁਤ ਜ਼ਿਆਦਾ ਕੰਮ ਕੀਤਾ। ਸੋ ਲੱਗਿਆ ਕਿ ਅਗਰ ਮੇਰੀ ਕਿਸਮਤ ਹੁਣ ਮੇਰਾ ਸਾਥ ਦੇ ਰਹੀ ਆ ਜਾਂ ਬਾਏ ਦ ਲੱਕ ਮੈਂ ਇਸ ਫੀਲਡ ਦੇ ਵਿੱਚ ਆ ਗਿਆ, ਨਾਓ ਇਸ ਟਾਈਮ ਕਿ ਮੈਂ ਵੀ ਆਪਣਾ 110% ਦੇਵਾਂ। ਬਿਲਕੁਲ ਸੀ, ਮੇਰਾ ਸ਼ੁਰੂ ਤੋਂ ਆਹ ਰਿਹਾ ਕਿ ਮੈਂ ਜਿਹੜੀ ਵੀ ਚੀਜ਼ ਕਰਨੀ ਹੈ ਨਾ, ਆਈ ਵਾਂਟ ਟੂ ਵਰਕ ਔਨ ਮਾਈ ਕਰਾਫਟ, ਉਹਦੀ ਹਰ ਡੀਟੇਲ, ਵੈਦਰ ਇਟਸ ਜਸਟ ਗਰੂਮਿੰਗ ਯੋਰਸੈਲਫ, ਹਾਊ ਯੂ ਟਾਕ, ਐਂਡ ਆਨੀ ਹੈ ਕਿ ਮੈਂ ਨਕਲੀ ਹੋ ਕੇ ਬੋਲ ਰਹੀ। I have practiced it, I had a lot of problems with speech, ਥੋੜਾ ਜਿਹਾ ਸੀਗਾ, I worked on that, ਮੈਂ ਆਪਣੇ ਸਕਿੱਲਸ ਤੇ ਬਹੁਤ ਕੰਮ ਕੀਤਾ ਹੈ। ਸੋ ਜੇ ਤੁਸੀਂ ਆਪਣਾ ਕੰਮ ਕਰਨਾ ਹੈ ਤਾਂ ਫਿਰ ਉਹ 'ਚ 100% ਦੇਣਾ ਹੀ ਹੈ। ਐਂਡ ਮੇਰਾ ਬਿਲੀਵ ਸ਼ੁਰੂ ਤੋਂ ਹੀ ਆਹੀ ਰਿਹਾ ਕਿ ਯਾਰ
ਚਾਹੇ ਮੈਂ 10,000 ਦਾ ਕੰਮ ਕਰਦੀ ਸੀ ਤੇ ਚਾਹੇ ਮੈਂ ਅੱਜ ਲੱਖ ਤੋਂ ਉੱਪਰ ਦਾ ਕਰਾਂ, ਮੇਰਾ 100-200% ਹੀ ਰਹੇਗਾ ਹਮੇਸ਼ਾ। ਉਹ ਕਿਹੜੀਆਂ ਐਸੀਆਂ ਛੋਟੀਆਂ ਚੀਜ਼ਾਂ ਸੀਗੀਆਂ ਜਿਹੜੇ ਤੁਹਾਡੀ ਲਾਈਫ ਦੇ ਵਿੱਚ ਐਜ਼ ਅ ਫਿਲਰ ਸੀਗੀਆਂ ਪਰ ਤੁਹਾਨੂੰ ਉਹਨਾਂ ਨੇ ਰਿਜ਼ਲਟ ਬਹੁਤ ਵਧੀਆ ਦਿੱਤਾ ਡੇ ਬਾਈ ਡੇ? ਸਾਰਾ ਕੁਛ ਹੀ। ਮੈਨੂੰ ਤਾਂ ਇਦਾਂ ਲੱਗਦਾ ਕਿ whatever I do now has worked for me, and ਹਰ ਇੱਕ ਚੀਜ਼ ਹੀ ਮੇਰੇ ਲਈ ਬਹੁਤ ਵਧੀਆ ਕੰਮ ਕੀਤੀ ਹੈ। ਕੋਈ ਵੀ I can pick anything and it has worked for me, whether it's fitness, whether it's acting ਦਾ ਵੀ ਮੇਰਾ ਗ੍ਰਾਫ ਬਹੁਤ ਗਿਆ ਹੈ ਵਧੀਆ, you know, like how I used to act before and how I act now, it's a major difference. Whenever I see a post of you with your father, the recently one you created with the AI, ਨਾ, ਤਾਂ ਉਸ ਤੋਂ ਪਹਿਲਾਂ ਮੈਂ ਤੁਹਾਡੀ ਕਈ ਸਾਰੀਆਂ ਪੋਸਟ ਦੇਖੀਆਂ ਸੀਗੀਆਂ ਜੋ ਤੁਸੀਂ ਆਪਣੇ ਬਰਥਡੇ ਦੀ ਪੋਸਟ ਵੀ ਸ਼ੇਅਰ ਕਰਦੇ ਸੀਗੇ ਜਾਂ ਫਾਦਰ ਸਾਹਿਬ ਇਕੱਲੇ ਦੀ ਲੱਗਦੇ ਸੀਗੇ। ਤੋ ਉਹ ਐਕਟਰ ਸੀਗੇ ਇੱਕ, ਹਨਾ, ਉਹਨਾਂ ਬਾਰੇ ਕਦੀ ਬਹੁਤੀ ਗੱਲ ਨਹੀਂ ਕੀਤੀ ਗਈ। ਅੱਜ ਮੈਂ ਚਾਹੂੰਗਾ ਡਿਟੇਲ ਦੇ ਵਿੱਚ ਉਹਨਾਂ ਬਾਰੇ ਥੋੜੀ ਗੱਲ ਕੀਤੀ ਜਾਵੇ। ਤੁਹਾਨੂੰ ਲੱਗਦਾ ਕਿ ਤੁਸੀਂ ਕਹਿ ਰਹੇ ਕਿ ਬਾਈ ਦਾ ਲੱਕ ਮੈਂ ਐਕਟਿੰਗ ਦੇ ਵਿੱਚ ਆ ਗਈ, ਕੀ ਪਤਾ ਉਹਨਾਂ ਦੇ ਕੋਈ ਸੁਪਨੇ ਅਧੂਰੇ ਰਹਿ ਗਏ ਹੋਣਗੇ ਜਿਹੜੇ ਉਹਨਾਂ ਦੀ ਬੇਟੀ ਦੇ ਰੂਪ ਦੇ ਵਿੱਚ ਪੂਰੇ ਹੋ ਰਹੇ ਨੇ ਅੱਜ? Do you really feel that? I strongly believe that. how ਮੇਰਾ ਜਿਹੜਾ ਲਾਈਫ ਦਾ ਪਾਥ ਵੀ ਰਿਹਾ ਨਾ, ਉਹ ਮੇਰੇ ਡੈਡ ਨਾਲ ਬਹੁਤ ਮਿਲਦਾ ਹੈ ਜੀ, ਬਹੁਤ ਜ਼ਿਆਦਾ ਮਿਲਦਾ ਹੈ। ਜਿਹੜੀ ਚੀਜ਼ਾਂ ਉਹਨਾਂ ਨੇ ਆਪਣੀ ਲਾਈਫ 'ਚ ਕੀਤੀਆਂ, ਜਿਹੜੀ ਜਗ੍ਹਾਵਾਂ ਤੇ ਉਹ ਗਏ ਨੇ, ਐਂਡ ਮੈਂ ਕਦੀ ਆਪਣੀ ਲਾਈਫ 'ਚ ਪਲਾਨ ਨਹੀਂ ਕੀਤਾ। ਫੋਰ ਐਗਜ਼ਾਮਪਲ I'll tell you, ਉਹਨਾਂ ਨੂੰ ਨਾ ਪੰਜਾਬ ਯੂਨੀਵਰਸਿਟੀ ਤੋਂ ਬਹੁਤ ਪਿਆਰ ਸੀਗਾ। ਉਹਨਾਂ ਨੇ ਆਪਣਾ ਵਿਆਹ ਵੀ ਇੰਨਾ ਲੇਟ ਕਰਾਇਆ ਇਸੇ ਚੱਕਰ 'ਚ ਕਿ ਯਾਰ ਮੇਰੀ ਯੂਨੀਵਰਸਿਟੀ ਛੱਡ, ਲਾਈਕ ਉਹ ਹੋ ਜਾਏਗੀ। ਤੇ ਉਹਨਾਂ ਨੇ ਐਵੇਂ ਮਤਲਬ ਕੋਰਸਿਸ ਕਰਦੇ ਰਹਿੰਦੇ ਸੀ ਫਾਲਤੂ ਕਿ ਯੂ ਨੋ ਦ ਮੋਰ ਟਾਈਮ ਆਈ ਗੈਟ ਟੂ ਸਪੈਂਡ ਇਨ ਮਾਈ ਯੂਨੀਵਰਸਿਟੀ, ਉਹ ਚੀਜ਼ ਇਹ ਮਤਲਬ ਕੋਇਨਸੀਡੈਂਟਲੀ ਮੇਰਾ ਵੀ ਉੱਥੇ ਦਾ ਹੀ ਬਣਿਆ। ਠੀਕ ਹੈ, ਮੈਂ ਉੱਥੇ ਹੀ ਪੜ੍ਹੀ। ਅੱਛਾ, ਐਕਟਿੰਗ ਦਾ ਮੇਰਾ ਕਦੇ ਇੱਦਾਂ ਨਹੀਂ ਸੀਗਾ ਕਿ ਮੈਂ ਜਾਣਾ ਹੈ, ਯੂ ਨੋ, ਕਿ ਮੈਂ ਆ ਚੀਜ਼ ਪਰਸੂ ਕਰਨੀ ਹੈ ਐਜ਼ ਅ ਕਰੀਅਰ। ਉਹ ਚੀਜ਼ ਮੇਰੀ ਬਣੀ। ਠੀਕ ਹੈ, ਦੈਨ I never liked Bombay, ਮੈਂ honestly ਦੱਸਾਂ। ਐਂਡ ਮੇਰੇ ਪਾਪਾ ਨੂੰ ਬੰਬੇ ਨਾਲ ਬਹੁਤ ਪਿਆਰ ਸੀਗਾ, ਬਹੁਤ ਜ਼ਿਆਦਾ। ਹੀ ਯੂਜ਼ਡ ਟੂ ਬੀ ਦੇਅਰ, ਬਹੁਤ ਜ਼ਿਆਦਾ, ਮਤਲਬ ਉਹਨਾਂ ਦਾ ਕੰਮ ਵੀ ਸੀਗਾ। ਐਂਡ ਦੈਨ ਹੀ ਲਵਡ ਦਾ ਹੋਲ ਵਰਕਿੰਗ ਕਲਚਰ ਦੇਅਰ। ਤੇ ਮੈਂ ਆਈ ਥਿੰਕ ਸਿਰਫ ਪ੍ਰੋਜੈਕਟਸ ਲਈ ਜਾਂਦੀ ਹਾਂ ਬੰਬੇ, ਬਟ ਮੇਰਾ ਇੱਕ ਪਿਆਰ ਬੜਾ ਡਿਵੈਲਪ ਹੋਇਆ ਵਿਦ ਬੰਬੇ ਐਂਡ ਆਈ ਸਟਾਰਟਡ ਲਵਿੰਗ ਦੈਟ ਸਿਟੀ ਐਂਡ ਆਈ ਸਟਿਲ I ਲਵ ਇਟ। ਤੇ ਮੈਂ ਇੱਦਾਂ ਦੇਖਦੀ ਹਾਂ ਕਿ ਯਾਰ ਆਈ ਡੋਂਟ ਨੋ ਆਹ ਚੀਜ਼ਾਂ ਕਿਵੇਂ ਹੁੰਦੀਆਂ। ਠੀਕ ਹੈ, ਮੈਂ ਬਹੁਤ ਵਹਿਮੀ ਵੀ ਨਹੀਂ ਹੁੰਦੀ, ਬਟ ਕਿਤੇ ਨਾ ਮੈਨੂੰ ਬਾਰ-ਬਾਰ ਫੀਲ ਹੁੰਦਾ ਰਹਿੰਦਾ ਕਿ ਉਹ ਲਾਈਕ ਮਾਈ ਡੈਡ ਡਿਡ ਦਿਸ, ਐਂਡ ਉਹਨਾਂ ਦੀ ਐਗਜ਼ਿਸਟੈਂਸ ਮੈਨੂੰ ਆਹ ਚੀਜ਼ਾਂ ਦੇ ਥਰੂ ਫੀਲ ਹੁੰਦੀ ਹੈ, ਵਟਐਵਰ ਆਈ ਐਮ ਡੂਇੰਗ ਇਨ ਮਾਈ ਲਾਈਫ। ਤੁਹਾਨੂੰ ਹਰ ਟਾਈਮ ਅਰਾਊਂਡ ਯੂਜ਼ ਨਜ਼ਰ ਆਉਂਦੇ ਹਨ? ਕੁਝ ਚੀਜ਼ਾਂ ਇੱਦਾਂ ਦੀ ਹੋ ਹੀ ਜਾਂਦੀਆਂ। ਦੈਨ ਮੈਨੂੰ ਮੰਮਾ ਵੀ ਕਹਿੰਦੇ ਤੂੰ ਬਿਲਕੁਲ ਪਿਓ ਵਰਗੀ ਵੀ ਹੈ, ਤੇਰੀ ਲਾਈਫ 'ਚ ਹੁੰਦਾ ਵੀ ਸਾਰੀ ਚੀਜ਼ਾਂ। ਹੁਣ ਮੇਰੀ ਫੈਮਿਲੀ 'ਚ ਮੈਨੂੰ ਕਹਿੰਦੇ ਕਿ ਮੈਂ ਬਹੁਤ ਅਣਖੀ ਹਾਂ। ਲਾਈਕ ਮੇਰੇ ਮੰਮਾ ਨਾ ਮੇਰੇ ਪਾਪਾ ਤੋਂ ਬਹੁਤ ਉਹ ਹੁੰਦੇ ਸੀਗੇ ਕਿ ਯਾਰ ਕੁਝ ਜ਼ਿਆਦਾ ਹੀ ਸੀਗੀ, ਐਂਡ ਮੇਰੇ ਅੰਦਰ ਵੀ ਟੂ ਅ ਪੁਆਇੰਟ ਬਹੁਤ ਜ਼ਿਆਦਾ ਹੈ ਉਹ ਚੀਜ਼। ਤਾਂ ਮੇਰੇ ਮੰਮਾ ਕਹਿੰਦੇ ਤੂੰ ਜਮਾਂ ਹੀ ਉਹਨਾਂ ਵਰਗੀ ਹੈ। ਰਿਐਲਿਟੀ ਦੇ ਵਿੱਚ ਨਾ ਜਿਹੜੀਆਂ ਡਾਟਰਸ ਹੁੰਦੀਆਂ ਆਪਣੇ ਫਾਦਰ ਦੇ ਬਹੁਤ ਕਲੋਜ਼ ਹੁੰਦੀਆਂ, ਔਰ ਤੁਹਾਨੂੰ ਕਦੀ ਵੀ ਸਮਾਂ ਨਹੀਂ ਮਿਲਿਆ ਕਿ ਆਪਣੇ ਤੁਸੀਂ ਫਾਦਰ ਸਾਹਿਬ ਦੇ ਨਾਲ ਬਿਤਾ ਸਕੋ, ਬਟ ਉਹ ਛੋਟੀਆਂ ਚੀਜ਼ਾਂ ਫੁੱਲਫਿਲ ਹੋ ਰਹੀਆਂ ਨੇ। ਉਹ ਤੁਹਾਡੀ ਮਦਰ ਵੀ ਉਹ ਚੀਜ਼ਾਂ ਅਬਜ਼ਰਵ ਕਰਦੇ ਹੋਣਗੇ ਕਿਉਂਕਿ ਉਹਨਾਂ ਨੇ ਤਾਂ ਟਾਈਮ ਬਿਤਾਇਆ ਉਹਨਾਂ ਦੇ ਨਾਲ। ਤਾਂ ਤੁਸੀਂ ਆਪਣੇ ਖਿਆਲਾਂ ਦੇ ਵਿੱਚ ਫਾਦਰ ਸਾਹਿਬ ਦੇ ਨਾਲ ਗੱਲਾਂ ਕਰਦੇ ਹੋ? ਮਤਲਬ ਜਦੋਂ ਵੀ ਤੁਹਾਡੇ ਖਿਆਲਾਂ ਦੇ ਵਿੱਚ ਆਉਣ ਜਾਂ ਸੁਪਨੇ ਦੇ ਵਿੱਚ ਆਉਣ, ਹੀ ਇਜ਼ देयर ਐਂਡ ਤੁਹਾਨੂੰ ਬਲੇਸਿੰਗਸ ਦੇ ਰਹੇ ਹੋਣ ਉਹ? ਹਾਂ, ਮੈਂ ਗੱਲਾਂ ਤਾਂ ਨਹੀਂ ਕੀਤੀਆਂ, ਬਟ ਗੱਲਾਂ ਮਤਲਬ ਇੱਦਾਂ ਕਿ ਆਈ ਆਲਵੇਜ਼ ਸੇ ਦੈਟ ਯੂ ਨੋ ਕਿ ਮੈਨੂੰ ਹਮੇਸ਼ਾ ਤੁਸੀਂ ਯੂ ਨੋ ਆਲਵੇਜ਼ ਬਲੈਸ ਮੀ। ਠੀਕ ਹੈ, ਤੇ ਥੋੜਾ ਬਸ ਇੱਦਾਂ ਫੀਲ ਤਾਂ ਹੁੰਦਾ ਹੈ। ਉਹ ਮਤਲਬ ਬੰਦਾ ਨਹੀਂ ਹੈਗੇ ਫਾਦਰ, ਤਾਂ ਬਹੁਤ ਲਾਈਫ 'ਚ ਇੱਦਾਂ ਦੇ ਪੁਆਇੰਟਸ ਆਉਂਦੇ ਸੀਗੇ ਵੇਅਰ ਲੱਗਦਾ ਸੀ ਕਿ ਯੂ ਨੋ ਦੇयर ਸ਼ੁੱਡ ਬੀ ਅ ਫਾਦਰ ਫਿਗਰ, ਯੂ ਨੋ, ਬਹੁਤ ਜਿੱਦਾਂ ਦੇ ਪੁਆਇੰਟਸ ਆਏ। ਤਾਂ ਉਸ ਟਾਈਮ ਹਮੇਸ਼ਾ ਫੀਲ ਹੋਇਆ। ਗੱਲ ਕਰਨਾ ਮੈਨੂੰ ਪਤਾ ਹੀ ਨਹੀਂ ਮੈਂ ਕੀ ਗੱਲ ਕਰਾਂ ਮੈਂ, ਜਾਂ ਕੀ ਕੰਪਲੇਂਟ ਕਰਾਂ, ਕੀ ਕਰਾਂ। ਕੋਈ ਕਿਸੇ ਦੇ ਵੱਸ ਦਾ ਥੋੜੀ ਨਾ ਸੀਗਾ। ਇਫ ਹੀ ਲੈਫਟ, ਉਹਨਾਂ ਦੇ ਹੱਥ 'ਚ ਨਹੀਂ ਸੀਗਾ ਉਹ ਚੀਜ਼। ਯੈਸ, ਬਟ ਆਈ ਡੂ ਟਾਕ ਇਨ ਅ ਪੋਜ਼ਿਟਿਵ ਵੇ। ਆਈ ਆਲਵੇਜ਼ ਲਾਈਕ ਟਰਾਈ ਟੂ ਟਾਕ ਟੂ ਹਿਮ ਕਿ ਹਮੇਸ਼ਾ ਨਾਲ ਰਹੋ, ਬਲੇਸਿੰਗਸ ਦਿਓ, ਦੈਟਸ ਆਲ। ਤੁਸੀਂ ਆਪਣੀ ਮਦਰ ਦੇ ਕਿੰਨੇ ਕਲੋਜ਼ ਹੋ? ਬਹੁਤ ਕਲੋਜ਼ ਆ ਮੈਂ, ਬਹੁਤ ਜ਼ਿਆਦਾ ਹੀ ਕਲੋਜ਼ ਆ। ਮੇਰਾ ਤਾਂ ਦੋਸਤ ਬਣ ਗਿਆ। ਇਟ ਵਾਸ ਟਫ ਫॉर ਹਰ, ਕਿਉਂਕਿ ਇੱਕ ਮਦਰ ਦੇ ਲਈ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਜਦੋਂ ਬੱਚਿਆਂ ਦੇ ਉੱਪਰੋਂ ਪਿਤਾ ਦਾ ਸਾਇਆ ਉੱਠ ਜਾਵੇ, ਉਹ ਟਾਈਮ ਕੱਢਣਾ। ਕਿਉਂਕਿ ਆਈ ਕੈਨ ਫੀਲ ਕਿ ਤੁਹਾਡੇ ਮਦਰ ਨੇ ਬਹੁਤ ਜ਼ਿਆਦਾ ਸੈਕਰੀਫਾਈਸ ਕੀਤੇ ਹੋਗੇ ਸਿੰਗਲ ਮਦਰ ਹੋਣ ਕਰਕੇ। ਤਾਂ ਤੁਹਾਨੂੰ ਲੱਗਦਾ ਕਿ ਫਿਰ ਉਹਨਾਂ ਨੇ ਵੀ ਆਪਣੇ ਕਈ ਸੁਪਨੇ ਛੱਡੇ ਹੋਣਗੇ ਜਸਟ ਆਪਣੇ ਬੱਚਿਆਂ ਦੇ ਕਰਕੇ? ਬਿਲਕੁਲ।
ਮਤਲਬ ਮੈਨੂੰ ਤਾਂ ਇਦਾਂ ਲੱਗਦਾ ਕਿ ਸਾਡੇ ਨਾਲੋਂ ਤਾਂ ਸਭ ਤੋਂ ਜ਼ਿਆਦਾ ਉਹਨਾਂ ਨੇ ਦੇਖੀ ਹੈ ਬਹੁਤ ਜ਼ਿਆਦਾ ਸਟਰਗਲ, ਕਿਉਂਕਿ ਅਸੀਂ ਤਾਂ ਬੱਚੇ ਸੀਗੇ, ਸਾਨੂੰ ਤਾਂ ਤੁਸੀਂ ਬੱਚੇ ਨੂੰ ਤਾਂ ਤੁਸੀਂ ਝੂਠ ਵੀ ਬੋਲ ਸਕਦੇ ਹੋ, ਹੈ ਨਾ ਜੀ, ਬਟ ਆਈ ਫੀਲ ਲਾਈਕ ਸ਼ੀ ਵਾਜ਼ ਸੋ ਯੰਗ, ਸ਼ੀ ਵਾਜ਼ 24 ਵੈਨ ਸ਼ੀ ਹੈਡ ਮੀ ਐਂਡ ਮਾਈ ਬ੍ਰਦਰ। ਅਸੀਂ ਦੋ ਛੋਟੇ ਬੱਚੇ, ਐਂਡ ਮੈਂ ਅੱਜ 27 ਸਾਲਾਂ ਦੀ ਹਾਂ, ਐਂਡ ਮੈਂ ਸੋਚ ਵੀ ਨਹੀਂ ਸਕਦੀ ਕਿ ਆਈ ਕੈਨ ਲਿਟਰਲੀ ਮੈਂ ਦੋ ਬੱਚਿਆਂ ਨੂੰ ਉੱਦਾਂ ਪਾਲ ਲਾਂ ਜਾਂ ਮੈਂ ਕਰ ਲਾਂ, ਮੈਂ ਕਦੇ ਵੀ ਨਹੀਂ। ਬਟ ਐਟ 24 ਸ਼ੀ ਹੈਡ ਮੀ ਐਂਡ ਮਾਈ ਬ੍ਰਦਰ ਬੋਥ, ਐਂਡ ਦੈਨ ਉੱਤੋਂ ਦੀ ਸ਼ੀ ਲੈਫਟ ਹਰ ਜੋਬ ਵਿਆਹ ਤੋਂ ਪਹਿਲਾਂ, ਕਿਉਂਕਿ ਪਹਿਲਾਂ ਇੱਦਾਂ ਹੁੰਦਾ ਸੀ ਕਿ ਵਿਆਹ ਕਰ ਲੈ, ਹੈ ਨਾ, ਤੇ ਜੋਬ ਛੱਡਤੀ ਸੀ। ਸੋ ਸ਼ੀ ਹੈਡ ਨਥਿੰਗ ਔਨ ਹਰ, ਕੋਈ ਫਾਈਨੈਂਸ਼ੀਅਲ ਇੰਨੀ ਹੈਲਪ ਨਹੀਂ ਸੀਗੀ, ਠੀਕ ਹੈ, ਤੇ ਕਿਸੇ ਨੇ ਇੰਨੀ ਹੈਲਪ ਕੀਤੀ ਵੀ ਨਹੀਂ, ਟੂ ਬੀ ਵੈਰੀ ਓਨੈਸਟ। ਜੀ। ਸੋ ਸ਼ੀ ਸਟਾਰਟਡ ਫਰਮ ਜ਼ੀਰੋ, ਬਿਲਕੁਲ ਜ਼ੀਰੋ ਤੋਂ। ਤੁਹਾਡੇ ਪੇਰੈਂਟਸ ਦੀ ਲਵ ਮੈਰਿਜ ਸੀ? ਇਟ ਵਾਜ਼ ਅਰੇਂਜਡ। ਓਕੇ। ਮਤਲਬ ਲਵ ਅਰੇਂਜ ਦੋਨੋਂ ਹੀ ਸੀਗੀ, ਇਦਾਂ ਦਾ ਸੀਗਾ। ਤੇ ਯਾ ਕਿੱਥੇ ਸੀਗੀ ਮੈਂ? ਕਿ ਮਤਲਬ ਟਾਈਮ ਕੱਢਣਾ ਬੜਾ ਔਖਾ ਸੀ, ਕਿਸੇ ਨੇ ਸਾਥ ਨਹੀਂ ਦਿੱਤਾ। ਸੋ ਮਤਲਬ ਬੇਸਿਕਲੀ ਸ਼ੀ ਹੈਡ ਨਥਿੰਗ, ਐਂਡ ਦੈਨ ਮੈਨੂੰ ਤਾਂ ਲੱਗਦਾ ਕਿ ਜਿੱਦਾਂ ਮੰਮਾ ਮੈਨੂੰ ਦੱਸਦੇ ਕਿ ਉਹ ਦੁੱਖ ਮਨਾਉਣ ਦਾ ਟਾਈਮ ਹੀ ਨਹੀਂ ਲੱਗਿਆ, ਕਿਉਂਕਿ ਉਹਨਾਂ ਕੋਲ ਦੋ ਬੱਚੇ ਸੀਗੇ, ਤੇ ਓਬਵੀਅਸਲੀ ਮਾਈ ਡੈਡ ਹੀ ਵਾਜ਼ ਫਰਮ ਅ ਵੈਰੀ ਵੈਲਦੀ ਫੈਮਿਲੀ, ਬਟ ਦੈਨ ਜਿਹੜਾ ਮੈਰਿਜ ਦਾ ਟੈਨਿਓਰ ਸੀਗਾ ਉਹ ਇੰਨਾ ਘੱਟ ਸੀਗਾ ਕਿ ਸ਼ੀ ਕੁਡਨਟ ਲਾਈਕ ਓਬਵੀਅਸਲੀ ਸ਼ੀ ਡਿਡਨਟ ਟੇਕ ਐਨੀਥਿੰਗ ਫਰਮ ਦੈਮ, ਟੂ ਬੀ ਓਨੈਸਟ। ਐਂਡ ਦੈਨ ਉਸ ਤੋਂ ਬਾਅਦ ਜਿਹੜੀ ਵੀ ਲਾਈਫ ਉਹਨਾਂ ਨੇ ਸਪੈਂਡ ਕੀਤੀ ਹੈ ਉਹ ਬਹੁਤ ਸਟਰਗਲ ਨਾਲ ਕੀਤੀ ਹੈ, ਕਿ ਉਹਨਾਂ ਨੂੰ ਦੁੱਖ ਮਨਾਉਣ ਦਾ ਉਹਨਾਂ ਟਾਈਮ ਹੀ ਨਹੀਂ ਲੱਗਿਆ ਆਪਣੀ ਲਾਈਫ 'ਚ ਕਿ ਯਾਰ ਕੀ ਹੋ ਗਿਆ ਮੇਰੇ ਨਾਲ, ਪਹਿਲਾਂ ਮੈਂ ਬਹਿ ਕੇ ਆ ਸਿਰਫ ਰਜਿਸਟਰ ਕਰ ਲਾਂ। She had to get back to work. She had so many responsibilities on her head. So ਉਹ ਚੀਜ਼ ਮਤਲਬ yes, she has gone through a lot of stuff, and ਜਦੋਂ ਅਸੀਂ ਵੀ ਵੱਡੇ ਹੋ ਰਹੇ ਸੀਗੇ ਅਸੀਂ ਵੀ ਬਹੁਤ ਚੀਜ਼ਾਂ ਦੇਖੀਆਂ ਕਿ she never got married because ਉਹਨਾਂ ਨੂੰ ਹਮੇਸ਼ਾ, ਹਾਂ ਉਹਨਾਂ ਨੂੰ ਹਮੇਸ਼ਾ ਲੱਗਦਾ, ਮੈਨੂੰ ਇੱਕ ਗੱਲ ਯਾਦ ਆ, ਉਹ ਹਮੇਸ਼ਾ ਕਹਿੰਦੇ ਸੀ, ਕਹਿੰਦੇ ਯਾਰ ਮੈਨੂੰ ਨਹੀਂ ਵਧੀਆ ਲੱਗੇਗਾ ਜੇ ਕੋਈ ਬਾਹਰਲਾ ਆ ਕੇ ਮੇਰੇ ਬੱਚਿਆਂ ਤੇ ਹੱਥ ਚੁੱਕ ਦੇ, ਕਹਿੰਦੇ ਮੈਂ ਆਹ ਚੀਜ਼ ਬਿਲਕੁਲ ਨਹੀਂ ਟੋਲਰੇਟ ਕਰ ਸਕਦੀ। ਐਂਡ ਮੈਨੂੰ ਇੱਦਾਂ ਲੱਗਦਾ ਕਿ ਚਲੋ ਠੀਕ ਹੈ, ਸ਼ੀ ਥੌਟ ਅਬਾਊਟ ਇਟ, ਇਟਸ ਗੁੱਡ, ਬਟ ਦੈਨ ਆਈ ਫੀਲ ਲਾਈਕ ਯੂ ਨੋ ਸ਼ੀ ਇਜ਼ ਗੋਇੰ ਟੂ ਗਰੋ ਓਲਡ ਐਂਡ ਸ਼ੀ ਨੀਡ ਸਮਬਡੀ। ਅਸੀਂ ਹੈਗੇ ਆ, ਬਟ ਜਿਹੜਾ ਤੁਹਾਡਾ ਪਾਰਟਨਰ ਤੁਹਾਨੂੰ ਦੇ ਸਕਦਾ ਹੈ ਉਹ ਕੋਈ ਨਹੀਂ ਦੇ ਸਕਦਾ ਤੁਹਾਨੂੰ। ਤੁਸੀਂ ਅੱਜ ਵੀ ਇਹ ਚੀਜ਼ ਫੀਲ ਕਰਦੇ ਹੋ ਐਂਡ ਯੂ ਗਾਇਜ਼ ਰੈਡੀ ਫॉर दैट? ਯਾ ਬਿਗ ਟਾਈਮ। ਆਈ ਟੈਲ ਮਾਈ ਮਮ, ਮੈਂ ਕਿਹਾ ਮੰਮਾ ਤੁਹਾਨੂੰ ਕੋਈ ਮਿਲਦਾ, ਯੂ ਸ਼ੁਡ ਗੈਟ ਮੈਰਿਡ, ਇਵਨ ਇਫ ਯੂ ਡੋਨਟ ਵਾਂਟ ਟੂ ਗੈਟ ਮੈਰਿਡ ਦੈਟਸ ਫਾਈਨ, ਯੂ ਸ਼ੁਡ ਐਟ ਲੀਸਟ ਹੈਵ ਸਮਬਡੀ। ਬਹੁਤ ਵਧੀਆ ਸੋਚ ਆ। ਕੀ ਉਹ ਇਸ ਰਾਏ ਦੇ ਨਾਲ ਐਕਸੈਪਟ ਕਰਦੇ ਨੇ? ਨਹੀਂ ਕੋਈ ਮੈਂ ਪਾਗਲ ਆ, ਵਿਆਹ ਦੀਆਂ ਉਮਰਾਂ ਥੋੜੀਆਂ ਹੈਗੀਆਂ, ਤੁਸੀਂ ਮੇਰੇ ਪਿੱਛੇ ਹੋਏ, ਬਟ ਲੱਗਦਾ ਉਹਨਾਂ ਨੂੰ, ਬਟ ਆਈ ਫੀਲ ਇਟਸ ਮੋਰ ਪ੍ਰੈਕਟੀਕਲ। ਅਵੀਰਾ ਦਾ ਬਚਪਨ ਕਿਹੋ ਜਿਹਾ ਰਿਹਾ? ਮੇਰਾ ਬਚਪਨ ਇਜ਼ ਅ ਮਿਕਸਚਰ ਆਫ ਐਵਰੀਥਿੰਗ। ਮੈਂ ਸੀਗੀ ਥੋੜੀ ਨੋਟੀ ਸੀਗੀ, ਕਿਉਂਕਿ ਮੈਂ ਛੋਟੀ ਵੀ ਸੀਗੀ, ਮੈਂ ਥੋੜੀ ਖੱਪੀ ਸੀਗੀ, ਤੇ ਮੇਰਾ ਭਰਾ he was the mature one, he took care of me like a father। 2 ਸਾਲ ਵੱਡਾ ਹੈ ਮੇਰੇ ਤੋਂ, ਬਟ ਉਹਨੇ ਮੇਰਾ ਬਹੁਤ ਧਿਆਨ ਰੱਖਿਆ ਤੇ ਅੱਜ ਤੱਕ ਵੀ he really takes care of me। ਮੰਮਾ ਨੇ ਉਹਨੂੰ ਨਾ ਛੋਟੇ ਹੁੰਦੇ ਤੋਂ ਸਮਝਾਤੀ ਸੀ। ਆਈ ਥਿੰਕ ਮੇਰੇ ਤੋਂ 2 ਸਾਲ ਵੱਡਾ, ਆਈ ਥਿੰਕ ਮੈਂ ਜਿਵੇਂ 4 ਸਾਲ ਦੀ ਹੋਊਂਗੀ, 6 ਸਾਲ ਦਾ ਹੋਏਗਾ, ਤਾਂ ਮੈਨੂੰ ਬਹੁਤ ਇੱਦਾਂ ਯਾਦ ਹੈ ਕਿ ਮੰਮਾ ਨੇ ਉਹਨੂੰ ਸਮਝਾ ਰਹੇ ਸੀਗੇ ਕਿ ਅਵੀ ਹੈ ਉਹਦਾ ਨਾਂ ਨਾ, ਕਿ ਤੂੰ ਨਾ ਇਹਦੇ ਪਿਓ ਵਰਗਾ ਹੈਗਾ, ਠੀਕ ਹੈ ਨਾ, ਤੂੰ ਇਹਨੂੰ ਹਮੇਸ਼ਾ ਕਦੇ ਵੀ ਭੈਣ ਵਾਂਗੂ ਨਹੀਂ ਦੇਖਣਾ, ਇਹ ਤੇਰੀ ਕੁੜੀ ਹੈ, ਇੱਦਾਂ ਕਰਕੇ। ਤੇ ਉਹ ਨਾ ਹਮੇਸ਼ਾ ਇੱਦਾਂ ਹੀ ਰਿਹਾ ਮੇਰੇ ਨਾਲ, ਜਿੱਦਾਂ ਮੈਂ ਸਕੂਲ ਤੋਂ ਵੀ ਆਉਣਾ। ਕਾਫੀ ਸਟ੍ਰਿਕਟ ਨਹੀਂ ਰਿਹਾ, ਕੇਅਰਿੰਗ ਰਿਹਾ। ਐਂਡ ਆਈ ਟੈਲ ਯੂ ਮਾਈ ਬ੍ਰਦਰ ਇਜ਼ ਨਾਟ ਸਟ੍ਰਿਕਟ ਐਟ ਆਲ। ਮੇਰੀ ਫੈਮਿਲੀ ਇੱਦਾਂ ਦੀ ਰਹੀ ਹੈ, ਮਾਈ ਫੈਮਿਲੀ ਇਜ਼ ਵੈਰੀ ਕਮਿਊਨੀਕੇਟਿਵ ਐਂਡ ਦੇ ਆਰ ਵੈਰੀ ਐਕਸੈਪਟਿੰਗ। ਮਾੜਾ ਲੱਗਦਾ ਉਹਨਾਂ ਨੂੰ, ਪਰ ਉਹ ਗੱਲ ਸੁਣਦੇ ਆ ਫਿਰ ਬੋਲਦੇ ਆ। ਉਹਨਾਂ ਨੇ ਕਦੇ ਇੱਦਾਂ ਰੂਲਸ ਨਹੀਂ ਰੱਖੇ ਕਿ ਬਈ ਇਹ ਰੂਲ ਹੈ, ਇਹਦੇ ਅਕੋਰਡਿੰਗ ਹੀ ਚੱਲਣਾ ਹੈ ਤੁਸੀਂ। ਅਤੇ ਜਿੱਦਾਂ ਮੇਰਾ ਭਰਾ ਸੀਗਾ, ਅਸੀਂ ਛੋਟੇ ਵੀ ਹੁੰਦੇ ਸੀ, ਹੁਣ 2 ਸਾਲ ਹੀ ਵੱਡਾ ਸੀਗਾ ਮੇਰੇ ਤੋਂ, ਕੋਈ ਬਹੁਤ ਵੱਡਾ ਵੀ ਨਹੀਂ ਸੀਗਾ। ਅਤੇ ਮੈਂ ਸਕੂਲੋਂ ਆਉਣਾ ਅਤੇ ਮੈਂ ਸੀਗੀ ਵੀ ਇੱਧਰ ਚੱਕ ਕੇ ਮਾਰੇ ਕੱਪੜੇ, ਇੱਧਰ ਬੈਗ ਸਿੱਟਿਆ, ਇੱਥੇ ਜੁੱਤੇ ਸਿੱਟੇ, ਉਹ ਵਿਚਾਰਾ ਸਾਰਾ ਮੰਮਾ ਕਿਉਂਕਿ ਕੰਮ 'ਤੇ ਹੁੰਦੇ ਸੀਗੇ, ਸਾਰਾ ਉਹਨੇ ਸਾਂਭ ਕੇ ਰੱਖਣਾ। ਫਿਰ ਮੈਨੂੰ ਅੱਜ ਵੀ ਯਾਦ ਹੈ ਕਿਚਨ 'ਚ, ਬਿਕੋਜ਼ ਉਹਦੀ ਹਾਈਟ ਨਹੀਂ ਪਹੁੰਚਦੀ ਸੀਗੀ ਉੱਪਰ ਸ਼ੈਲਫ ਤੱਕ, ਤਾਂ ਉੱਦਾਂ ਨਾ ਪੀੜੀ ਜੀ ਰੱਖ ਕੇ ਉੱਤੇ ਚੜ੍ਹ ਕੇ ਫਿਰ ਖਾਣਾ ਗਰਮ ਕਰਦਾ ਸੀ, ਫਿਰ ਪਾਉਂਦਾ ਸੀ, ਫਿਰ ਮੈਨੂੰ ਦਿੰਦਾ ਸੀ ਖਾਣਾ। ਅਤੇ ਹੀ ਇਜ਼ ਆਲਵੇਜ਼ ਬਿਨ ਦੈਟ ਪ੍ਰੋਟੈਕਟਿਵ ਯੈਟ ਵੈਰੀ ਨੈਵਰ ਸਟ੍ਰਿਕਟ, ਪ੍ਰੋਟੈਕਟਿਵ ਹਮੇਸ਼ਾ ਸੀਗਾ, ਕੇਅਰਿੰਗ ਬਹੁਤ ਸੀਗਾ। ਅਤੇ ਅੱਜ ਤੱਕ ਉਹ ਇੱਦਾਂ ਹੀ ਹੈ ਮੇਰੇ ਨਾਲ। ਐਂਡ ਲਾਈਕ ਆਈ ਫੀਲ ਗੁੱਡ ਅਬਾਊਟ ਦੈਟ ਕਿ ਯੂ ਨੋ ਮੈਨੂੰ ਤਾਂ ਹੀ ਇੰਨੀ ਜ਼ਿਆਦਾ ਕਦੇ ਆਪਣੇ ਪਾਪਾ ਦੀ ਫੀਲ ਨਹੀਂ ਹੋਈ, ਬਿਕੋਜ਼ ਮਾਈ ਮੋਮਸ ਬਿਨ ਲਾਈਕ ਦੈਟ, ਮਾਈ ਬ੍ਰਦਰਸ ਬਿਨ ਲਾਈਕ ਦੈਟ। ਤੁਹਾਡੀ ਸਕੂਲਿੰਗ ਵੀ ਸਾਰੀ ਚੰਡੀਗੜ੍ਹ ਤੋਂ ਹੋਈ ਹੋਈ ਹੈ? ਸਕੂਲਿੰਗ ਐਂਡ ਕਾਲਜ ਲਾਈਫ ਵੀ ਸੈਕਟਰ 8 ਐਂਡ ਯੂਨੀਵਰਸਿਟੀ। ਯੂਨੀਵਰਸਿਟੀ ਲਾਈਫ ਦੇ ਮਤਲਬ ਤਾਂ ਬਹੁਤ ਕਿੱਸੇ ਹੋਣਗੇ, ਕਿਉਂਕਿ
ਉਹ ਜਿੰਨੇ ਕਹਿੰਦੇ ਕਿ ਯੂਨੀਵਰਸਿਟੀ ਲਾਈਫ ਹੰਡਾਈ ਆ ਨਾ, ਉਹ ਜ਼ਿੰਦਗੀ ਦੇ ਵਿੱਚ 2 ਜ਼ਿੰਦਗੀਆਂ ਜਿਉਂਦਾ ਹਮੇਸ਼ਾ ਹੀ। ਤਾਂ ਤੁਸੀਂ ਵੀ ਉਹ 2 ਜ਼ਿੰਦਗੀਆਂ ਜਿਉਈਆਂ ਸੀ ਆਪਣੀਆਂ? ਮੇਰਾ ਯਾਰ ਮੈਂ ਨਾ ਵੈਸੇ ਬਹੁਤ ਮੈਂ ਤੁਹਾਨੂੰ ਦੱਸਾਂ ਮੈਂ ਬਹੁਤ ਜ਼ਿਆਦਾ ਚਿੱਲ ਨਹੀਂ ਕੀਤਾ ਆਪਣੀ ਯੂਨੀਵਰਸਿਟੀ ਟਾਈਮ ਦੇ ਵਿੱਚ। ਰਿਜ਼ਰਵ ਸੀਗੇ ਤੁਸੀਂ ਉਸ ਟਾਈਮ, ਰਿਜ਼ਰਵ ਪਰਸਨੈਲਿਟੀ ਸਾਈਬ? ਹਾਂ, ਮੇਰਾ ਨਾ ਮੈਂ ਸ਼ੁਰੂ ਤੋਂ ਨਾ ਕੋਈ ਵੀ ਕੰਮ ਕੀਤਾ ਨਾ, ਮੈਂ ਬਹੁਤ ਜ਼ਿਆਦਾ ਲਾਈਕ ਆਈਵ ਬੀਨ ਵੈਰੀ ਇਨਟੂ ਇਟ। ਤੇ ਮੈਂ ਉਸ ਟਾਈਮ ਵੀ ਆਈ ਰਿਮੈਂਬਰ ਮੈਂ ਡਿਜ਼ਾਈਨਿੰਗ ਹੀ ਕਰ ਰਹੀ ਸੀ, ਤੇ ਮੈਨੂੰ ਯਾਦ ਹੈ ਕਿ 9 ਤੋਂ 5 ਹੁੰਦਾ ਸੀਗਾ ਮੇਰਾ ਸਾਰਾ ਕੋਰਸ ਦਾ ਟਾਈਮਿੰਗ। ਤੇ ਮੈਂ ਉਹ 'ਚ ਕਿੰਨਾ ਦੇਖਦੀ ਸੀ ਕਿ ਯਾਰ ਪੀਪਲ ਯੂਜ਼ ਟੂ ਗੋ ਆਊਟ, ਬੰਕ ਵੀ ਕਰਦੇ ਆ, ਯੂ ਨੋ ਬਾਹਰ ਵੀ ਜਾਂਦੇ, ਘੁੰਮਣ ਫਿਰਨ ਵੀ ਜਾਂਦੇ ਆ, ਤੇ ਮੈਨੂੰ ਕਦੇ ਲੋੜ ਲੱਗੀ ਨਹੀਂ। ਇਟਸ ਨੋਟ ਬਿਕਾਜ਼ ਕਿ ਮੈਨੂੰ ਪਤਾ ਨਹੀਂ ਸੀਗਾ, ਇਟਸ ਜਸਟ ਦੈਟ ਕਿ ਮੇਰੀ ਫੈਮਿਲੀ ਨਾ ਵੈਸੇ ਹੀ ਬੜੀ ਓਪਨ ਰਹੀ ਹੈ ਕਿ ਕੁਛ ਵੀ ਕਰਨਾ ਹੈ, ਕਿਸੇ ਵੀ ਚੀਜ਼। ਐਂਡ ਯਾ ਆਈ ਯੂਜ਼ ਟੂ ਗੋ, ਮੈਂ ਮੰਮਾ ਨੂੰ ਦੱਸ ਕੇ ਜਾਂਦੀ ਸੀ ਹਰ ਇੱਕ ਚੀਜ਼। ਪਰ ਇੱਕ ਮੈਂ ਆਹ ਚੀਜ਼ ਹਮੇਸ਼ਾ ਦੇਖੀ, ਇਟ ਯੂਜ਼ ਟੂ ਬੀ ਐਨ ਐਡਵੈਂਚਰ ਫॉर ਦੋਜ਼ ਕਿਡਸ। ਉਹ ਰਸ਼ ਹੁੰਦਾ ਸੀਗਾ, ਹੈ ਨਾ, ਕਿ ਆਪਾਂ ਇੱਦਾਂ ਕਰ ਰਹੇ ਹਾਂ ਜਾਂ ਆਪਾਂ ਥੋੜ੍ਹਾ ਬਹੁਤ ਝੂਠ ਬੋਲ ਕੇ ਜਾ ਰਹੇ ਹਾਂ। ਸੋ ਦੇ ਯੂਜ਼ ਟੂ ਗੈਟ ਦੈਟ ਰਸ਼। ਉਹ ਚੀਜ਼ ਮੈਂ ਕਦੇ ਕੀਤੀ ਨਹੀਂ, ਪਤਾ ਨਹੀਂ ਮੈਨੂੰ ਲੋੜ ਹੀ ਨਹੀਂ ਲੱਗੀ। ਤੇ ਮੈਂ ਆਪਣੇ ਕੰਮ ਦੇ ਵਿੱਚ ਹੀ ਬੜੀ ਜ਼ਿਆਦਾ ਇਨਵੋਲਵਡ ਸੀਗੀ ਈਵਨ ਐਟ ਦੈਟ ਟਾਈਮ। ਯੂ ਆਰ ਵੈਰੀ ਬਲੈਸਡ ਕਿ ਤੁਹਾਨੂੰ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਹੋਇਆ ਹੁੰਦਾ। ਅਰਲੀ ਏਜ, ਕਰੀਅਰ ਦੀ ਅਰਲੀ ਏਜ ਦੇ ਵਿੱਚ ਹੀ ਤੁਸੀਂ ਦਿਲਜੀਤ ਨਾਲ ਗਾਣਾ ਕੀਤਾ, ਕਰਨ ਔਜਲਾ ਦੇ ਨਾਲ ਗਾਣਾ ਕੀਤਾ, ਤਰਸੇਮ ਜੱਸਰ, ਜੱਸੀ ਗਿੱਲ, ਖਾਨ ਪੈਣੀਵਾਲਾ, ਅਰਜਨ ਢਿੱਲੋਂ, ਆਲਮੋਸਟ ਸਾਰੇ ਜਿਹੜੇ ਟੌਪ ਨੌਚ ਆਰਟਿਸਟ ਨੇ ਪੰਜਾਬ ਦੇ, ਤੁਸੀਂ ਆਲਮੋਸਟ ਸਾਰਿਆਂ ਦੇ ਨਾਲ ਕੰਮ ਕਰ ਲਿਆ ਹੋਇਆ। ਕੋਈ ਪਾਰਟਿਕੂਲਰ ਪੈਂਡਿੰਗ ਰਹਿ ਗਿਆ ਵੀਰਾ ਦੇ ਲਈ? ਅਮਰਿੰਦਰ ਗਿੱਲ। ਅਮਰਿੰਦਰ ਗਿੱਲ, ਵਾਈ ਅਮਰਿੰਦਰ ਗਿੱਲ? I don't know, I just love ਜਿਹੜੀ ਉਹਨਾਂ ਦੇ ਗਾਣੇ 'ਚ ਪਿਓਰਿਟੀ ਹੁੰਦੀ ਹੈ ਨਾ, ਸਿੰਪਲਿਸਿਟੀ ਹੁੰਦੀ ਹੈ, ਉਹ ਮੈਨੂੰ ਬਹੁਤ ਹੀ ਪਸੰਦ ਹੈ। I love that, ਕਿਉਂਕਿ ਮੇਰਾ ਜਿਹੜਾ ਆਪਦਾ ਇੱਕ ਟੇਸਟ ਹੈ ਨਾ ਮਿਊਜ਼ਿਕ 'ਚ, ਮੈਨੂੰ ਇਨ ਜਨਰਲ ਨਾਟ ਇਨ ਮਿਊਜ਼ਿਕ, ਮੈਨੂੰ ਸਿੰਪਲ ਚੀਜ਼ਾਂ ਜਿਹੜੀ ਸਿੰਪਲ ਸਮਝ ਆਉਣ, ਜ਼ਿਆਦਾ ਕੌਂਪਲੀਕੇਟਡ ਲਿਰਿਕਸ ਨਾ ਹੋਣ, ਹੈ ਨਾ, ਤੇ ਬਹੁਤ ਜ਼ਿਆਦਾ ਉਹ ਨਾ ਹੋਏ, ਮੈਨੂੰ ਉਹ ਚੀਜ਼ ਬਹੁਤ ਪਸੰਦ ਹੈ। ਦੈਟ ਇਟ ਜਸਟ ਹਿਟਸ ਮੀ ਹੀਅਰ ਇਨ ਜਨਰਲ। ਕੋਈ ਵੀ ਚਾਹੇ ਕਾਮੇਡੀ ਵੀ ਹੈ, ਮੈਨੂੰ ਸਿੰਪਲ ਕਾਮੇਡੀ ਜਿੱਦਾਂ ਹੇਰਾ ਫੇਰੀ ਟਾਈਪਸ ਕਾਮੇਡੀ ਪਸੰਦ ਹੈ। ਗਾਣੇ ਨੇ ਤਾਂ ਮੈਨੂੰ ਪੁਰਾਣੇ ਗਾਣੇ ਇਸ ਕਰਕੇ ਪਸੰਦ ਨੇ ਬਿਕਾਜ਼ ਸਿੰਪਲ ਐਂਡ ਪਿਓਰਿਟੀ ਫੀਲ ਹੁੰਦੀ ਹੈ। ਦੈਟਸ ਵਾਈ ਆਈ ਰੀਅਲੀ ਲਾਈਕ ਅਮਰਿੰਦਰ ਗਿੱਲ ਕਿ ਹੀ ਹੈਜ਼ ਮੇਨਟੇਨਡ ਦੈਟ ਪਿਓਰਿਟੀ ਐਂਡ ਸਿੰਪਲਿਸਿਟੀ ਇਨ ਹਿਜ਼ ਸੌਂਗਸ। ਤੁਸੀਂ ਹੇਰਾ ਫੇਰੀ ਦੀ ਗੱਲ ਕੀਤੀ, ਜਦੋਂ ਇਹਨਾਂ ਦੇ ਮੀਮ ਸਾਹਮਣੇ ਆਉਂਦੇ, ਯੂ ਕਨੈਕਟ ਵਿਦ ਦੈਟ, ਤੁਸੀਂ ਸ਼ੇਅਰ ਕਰਦੇ, ਵਾਹ ਭਈਆ ਸਭ ਪੈਸੇ ਦਾ ਚੱਕਰ ਹੈ। ਬਿਲਕੁਲ, ਮਤਲਬ ਤੁਸੀਂ ਦੇਖੋ ਨਾ, ਸਿੱਧੀ ਕਾਮੇਡੀ ਹੁੰਦੀ ਸੀਗੀ ਜੀ, ਐਂਡ ਲਾਈਕ ਇਟ ਯੂਜ਼ਡ ਟੂ ਮੇਕ ਯੂ ਲਾਫ। ਟੁਡੇ ਇਟਸ ਵੈਰੀ ਫੋਰਸਫੁਲ, ਬਹੁਤ ਫੋਰਸਫੁਲੀ ਅੱਛਾ ਜੋਕ ਮਾਰ, ਹਾਂ ਹੱਸਣਾ ਪੈਣਾ, ਉੱਦਾਂ ਲੱਗਦਾ ਅੱਜ ਕਿ ਪਹਿਲਾਂ ਰਜਿਸਟਰ ਕਰਨਾ ਪੈਂਦਾ, ਪ੍ਰੈਸ਼ਰ ਦੇ ਨਾਲ ਹੱਸਣਾ ਪੈ ਰਿਹਾ, ਉਹ ਚੀਜ਼ ਹੈ। ਅੱਜ ਕੱਲ੍ਹ ਤਾਂ ਉਹ ਫਿਰ ਪਿੱਛੋਂ ਦੀ ਲਾਫਟਰ ਦੇ ਸਾਊਂਡ ਲਾਉਂਦੇ ਆ ਤਾਂ ਜਾ ਕੇ ਉਹ ਇੱਕ ਕੰਟੇਜੀਅਸ ਲਾਫ ਬਣਦੀ ਹੈ ਕਿ ਓਕੇ ਸਾਊਂਡ ਇਫੈਕਟ, ਬੀਜੀਐਮ ਚਾਹੀਦਾ, ਬੈਕਗ੍ਰਾਉਂਡ ਸਕੋਰ ਚਾਹੀਦਾ ਇੱਕ, ਹਨਾ, ਕਿ ਗ੍ਰੈਂਡ ਦਿਖਾਉਣ ਦੇ ਲਈ, ਵੱਡਾ ਦਿਖਾਉਣ ਦੇ ਲਈ। ਦੇਖੋ ਉਦੋਂ ਤੁਹਾਡਾ ਜਿਹੜਾ ਸਟਾਈਲ ਸੀਗਾ ਬੋਲਣ ਦਾ, ਉਹੀ ਕਾਫੀ ਲੋਕਾਂ ਦੇ ਨਾਲ। ਤੁਸੀਂ ਗੋਵਿੰਦਾ ਦੇ ਫੈਨ ਰਹੇ ਹੋ? ਹਾਂ, ਮਤਲਬ ਮੈਂ ਮੋਸਟਲੀ ਤਾਂ ਮੈਨੂੰ ਜਿਹੜੇ ਪੁਰਾਣੇ ਪਸੰਦ ਆਉਂਦੇ ਸੀਗੇ ਉਹ ਲਾਈਕ ਰਾਜਪਾਲ ਯਾਦਵ, ਆਪਣੇ ਪਰੇਸ਼ ਰਾਵਲ, ਉਹ ਨਾ I like comedy who can like ਜਿਹੜੇ ਨਾ straight face ਨਾਲ ਕਰ ਸਕਦੇ ਆ, ਬਿਲਕੁਲ like ਬਿਲਕੁਲ poker face ਨਾਲ, they'll just say something and ਉਹ ਇੰਨਾ ਮਤਲਬ it can make you laugh। so ਮੈਨੂੰ ਉੱਦਾਂ ਦੇ ਐਕਟਰਸ ਬੜੇ ਪਸੰਦ ਨੇ ਆ ਕਿ ਸਿੱਧੇ ਮੂੰਹ ਨਾਲ ਵੀ ਕੁਝ ਵੀ ਬੋਲਣਗੇ, ਇਸ ਨਾਲ look funny। ਡਾਇਲੌਗਸ ਤੁਹਾਨੂੰ ਝਟ ਯਾਦ ਆ ਜਾਂਦੇ ਕਿ ਪੁਰਾਣੇ? ਮੈਂ ਕਿਸੇ ਡਾਇਲੌਗ ਦੀ ਗੱਲ ਕਰਾਂ ਤਾਂ ਰਾਜਪਾਲ ਯਾਦਵ ਦੀ, हाँ आई थिंक आई कैन। हाँ, मालिक अब इतना खर्चा और अधिक चिप्स ले ही लेते हैं। कौन से क्या ले लेते हैं? मालिक अब इतना खर्चा और अधिक चिप्स ले ही लेते हैं। चिप्स ले लेते हैं, पता नहीं, मैंने तो वो बड़ा बढ़िया लगता है। bunch of people are sitting and वो कहता है कि हमने किसी कंपनी का नाम रखना है और एक और ऐसा रखना है नाम जो मुंह से एकदम से नहीं मुंह पे चढ़ जाए, या पता नहीं मुंह से कुछ ऐसा हो तो कहता थूक रख लेते हैं कि मुंह तो एकदम निकलता है। That made me laugh so hard because see it was so spontaneous, like the way the whole scene was planned and then he just said it with the most straight face। तो मैंने वो चीज़ इतनी ज़्यादा interesting लगती है ना about those actors that they're so skilled। सिद्धा मुँह रख के भी हंसा देंगे, आजकल तो 100 मुँह बनाओ ਤਾਂ ਵੀ ਨਹੀਂ ਹੱਸੀ ਆਉਂਦੀ। ਮੈਨੂੰ ਨਾ ਮੂਵੀ ਦਾ ਜਿਹੜਾ ਟਾਈਟਲ ਆ ਮੇਰੇ ਮਾਈਂਡ 'ਚ ਪਰ ਯਾਦ ਨਹੀਂ ਆ ਰਿਹਾ, ਜਿਹਦੇ ਵਿੱਚ ਸ਼ਾਹਿਦ ਕਪੂਰ ਗੁੰਗਾ ਬਣਿਆ ਹੁੰਦਾ, ਚੁੱਪ ਚੁੱਪ ਕੇ ਉਸ ਨੂੰ ਡਾਇਲੌਗ ਕਿ ਮਾਲਿਕ ਅਬ ਇਤਨਾ ਖਰਚਾ ਹੋ ਰਿਹਾ ਕਿ चिप्स ले ही लेते हैं, ਜਦੋਂ ਬੋਟ ਵੇਚ ਕੇ ਆਉਂਦੇ ਆਪਣੀ। ਅੱਛਾ ਹਾਂ, ਰਾਈਟ। ਅੱਛਾ ਜਿਵੇਂ ਗੋਵਿੰਦਾ ਦੀ ਤੁਸੀਂ ਗੱਲ ਕੀਤੀ, ਭਾਗਮ ਭਾਗ ਦੇ ਵਿੱਚ ਗੋਵਿੰਦਾ ਵਾਸ ਸੋ ਗੁੱਡ, ਪਰੇਸ਼ ਰਾਵਲ, ਲਾਈਕ ਆਮ ਅ ਫੈਨ ਆਫ ਥੀਸ ਗਾਇਜ਼, ਲਾਈਕ ਟੂ ਗੁੱਡ। ਜੇਕਰ ਮੈਂ ਤੁਹਾਡੀ ਗੱਲ ਕਰਾਂ, ਇੰਡਸਟਰੀ ਤੁਹਾਡੇ ਲਈ ਕਿੰਨਾ ਕੁ ਚੇਂਜ ਹੋਈ ਹੈ? ਕਿਉਂਕਿ ਤੁਸੀਂ ਟੌਪ ਨੌਚ ਆਰਟਿਸਟਾਂ ਦੀ ਮੈਂ ਗੱਲ ਕੀਤੀ ਆ, ਉਹਨਾਂ ਸਾਰਿਆਂ ਨਾਲ ਕੰਮ ਤੁਸੀਂ ਕਰ ਚੁੱਕੇ ਹੋ। ਕੀ ਤੁਹਾਡੇ ਲਈ ਟ੍ਰੀਟਮੈਂਟ ਇੰਡਸਟਰੀ ਦਾ ਚੇਂਜ ਹੋਇਆ ਫਰੋਮ ਬਿਗਨਿੰਗ ਟੂ ਟਿਲ ਨਾਓ? ਕਿ ਉਦੋਂ ਟ੍ਰੀਟਮੈਂਟ ਕਿੱਦਾਂ ਦਾ ਸੀਗਾ ਤੇ ਹੁਣ ਟ੍ਰੀਟਮੈਂਟ ਕਿੱਦਾਂ ਦਾ ਅਵੀਰਾ ਦੇ ਨਾਲ?
ਹਾਂ ਬਿਲਕੁਲ ਹੋਇਆ ਹੈ। ਔਨ ਸੈਟ ਦੀ ਗੱਲ ਵੀ ਕਰ ਸਕਦੇ ਆਪਾਂ। ਹਾਂ ਸੀ ਮੈਂ ਤੁਹਾਨੂੰ ਦੋ ਚੀਜ਼ਾਂ ਦੱਸਦੀ ਹਾਂ। ਮੈਨੂੰ ਇੱਦਾਂ ਲੱਗਦਾ ਹੈ ਕਿ ਸਟਾਰਟਿੰਗ ਦੇ ਵਿੱਚ ਵੈਨ ਆਈ ਵਾਜ਼ ਅ ਬਿਗਨਰ ਤਾਂ ਬਹੁਤ ਓਬਵੀਅਸ ਸੀਗਾ ਕਿ ਆਈ ਯੂਜ਼ਡ ਟੂ ਨਾਟ ਗੈਟ ਦ ਸੇਮ ਟ੍ਰੀਟਮੈਂਟ ਐਜ਼ ਦ ਮੇਲ ਆਰਟਿਸਟ, ਵਿਚ ਆਈ ਥਿੰਕ ਇਜ਼ ਆਲਸੋ ਰੋਂਗ, ਬਿਕਾਜ਼ ਰਿਸਪੈਕਟ ਤਾਂ ਹਰ ਬੰਦੇ ਦੀ ਕਰੋਗੇ ਨਾ ਤੁਸੀਂ ਕਿਸੇ ਦਾ ਅਹੁਦਾ ਦੇਖ ਕੇ ਜਾਂ ਤੁਸੀਂ ਕਿਸੇ ਦਾ ਸਟੇਟਸ ਦੇਖ ਕੇ ਤਾਂ ਨਹੀਂ ਕਰੋਗੇ, ਰਾਈਟ? ਤੇ ਮੈਨੂੰ ਬਸ ਆ ਲੱਗਦਾ ਸੀਗਾ ਕਿ ਯਾ ਹੌਸਪਿਟੈਲਿਟੀ ਵਾਈਜ਼ ਇਟ ਯੂਜ਼ਡ ਟੂ ਬੀ ਅ ਲਿਟਲ, ਪਹਿਲਾਂ ਬਹੁਤ ਕਦੇ ਧਿਆਨ ਨਹੀਂ ਦਿੰਦੇ ਸੀਗੇ ਇਹਨਾਂ ਚੀਜ਼ਾਂ ਵੱਲ, that there is a female artist and I feel a female needs much space, like ਬਹੁਤ ਉਹਨੂੰ ਜ਼ਿਆਦਾ ਸਪੇਸ ਚਾਹੀਦੀ ਹੈ। ਮਤਲਬ ਮੈਂ ਲਿਟਰਲੀ ਗੱਲ ਨਹੀਂ ਕਰੀ ਕਿ ਸਪੇਸ ਚਾਹੀਦੀ ਹੈ, ਬਟ ਉਹ ਚੀਜ਼ ਚਾਹੀਦੀ ਹੈ ਉਹਨੂੰ, ਕੰਫਰਟ ਚਾਹੀਦਾ ਔਨ ਸੈਟ, ਬਿਕਾਜ਼ ਕੁੜੀਆਂ ਇੰਨੀ ਨਹੀਂ ਹੁੰਦੀਆਂ ਸੈਟ ਤੇ। ਇੱਕ ਜਾਂ ਤਾਂ ਆਰਟਿਸਟ ਹੋਏਗੀ, ਫੀਮੇਲ ਆਰਟਿਸਟ ਹੋਏਗੀ, ਉਹਦੇ ਨਾਲ ਕੋਈ ਆਇਆ ਹੋਏਗਾ ਤਾਂ ਉਸ ਤੋਂ ਇਲਾਵਾ ਕੋਈ ਨਹੀਂ ਹੈ। ਸੋ ਯੂ ਨੀਡ ਟੂ ਮੇਕ ਯੋਰ ਫੀਮੇਲ ਆਰਟਿਸਟ ਫੀਲ ਸੇਫ ਔਨ ਸੈਟ ਇਨ ਐਵਰੀ ਟਰਮ। ਇਹ ਕਿਹਦੀ ਰਿਸਪੌਂਸਿਬਿਲਿਟੀ ਹੋਣੀ ਚਾਹੀਦੀ ਹੈ? ਸੀ ਮੈਨੂੰ ਹਰ ਇੱਕ ਦੀ ਹੈ ਵੈਸੇ ਤਾਂ, ਮੈਂ ਤੁਹਾਨੂੰ ਦੱਸਾਂ, ਐਵਰੀਬਡੀ, ਇਟਸ ਨਾਟ ਜਸਟ ਪ੍ਰੋਵਾਈਡਿੰਗ ਸਮਥਿੰਗ, ਇਟਸ ਆਲਸੋ ਹਾਊ ਯੂ ਮੇਕ them ਫੀਲ। ਕੋਈ ਮੈਂ ਇਹ ਨਹੀਂ ਗੱਲ ਕਰ ਰਹੀ ਕਿ ਤੁਸੀਂ ਵੈਨਿਟੀ ਦੀ ਗੱਲ ਕਰ ਰਹੀ ਹਾਂ ਜਾਂ ਮੈਂ ਕੁਛ ਵੀ ਮਟੀਰੀਅਲਿਸਟਿਕ ਨਹੀਂ। ਆਈ ਫੀਲ ਇਟਸ ਐਵਰੀਬਡੀਜ਼ ਰਿਸਪੌਂਸਿਬਿਲਿਟੀ ਐਂਡ ਵਾਈਸ ਵਰਸਾ ਆਲਸੋ। ਸਮਟਾਈਮਸ ਆਈ ਫੀਲ ਕੋਈ ਕੁੜੀ ਵੱਡੀ ਸਟਾਰ ਹੈ, ਲਾਈਕ ਅ ਸਿੰਗਰ ਹੈ, ਉਹਦੇ ਨਾਲ ਕੋਈ ਬਿਗਨਰ ਮੁੰਡਾ ਹੈ, ਤਾਂ ਆਈ ਫੀਲ ਇਟਸ ਵਾਈਸ ਵਰਸਾ, ਇਟ ਸ਼ੁੱਡ ਵਰਕ ਬੋਥ ਵੇਜ਼। ਜਦੋਂ ਤੁਸੀਂ ਫਸਟ ਗਾਣਾ ਕੀਤਾ ਤੁਹਾਨੂੰ ਵੈਨਿਟੀ ਵੈਨ ਮਿਲੀ ਸੀ? ਨਹੀਂ ਉਦੋਂ ਤਾਂ ਆਈ ਥਿੰਕ ਉਹਨਾਂ ਕੋਲ ਵੀ ਨਹੀਂ ਸੀਗੀ, ਆਪਾਂ ਕੋਈ ਲੋਕੇਸ਼ਨ ਤੇ ਹੀ ਸ਼ੂਟ ਕਰ ਰਹੇ ਸੀ। ਦੈਟਸ ਸੋ ਓਨੈਸਟ। ਯਾ ਉਹਨਾਂ ਕੋਲ ਵੀ ਨਹੀਂ ਸੀਗੀ ਤੇ ਆਪਾਂ ਬਸ ਲੋਕੇਸ਼ਨ ਤੇ ਸੀਗੇ, ਦੇ ਹੈਡ ਰੂਮਸ देयर ਐਂਡ ਦੈਨ ਵੀ ਵਰ ਜਸਟ। ਕਿੰਨਵੇਂ ਗਾਣੇ ਜਾ ਕੇ ਵੀਰਾਂ ਨੂੰ ਪਰਸਨਲ ਵੈਨਿਟੀ ਵੈਨ ਮਿਲੀ? ਚੌਥੇ ਗਾਣੇ ਚ ਮੈਨੂੰ ਯਾਦ ਹੈ ਅਰਮਾਨ ਬੇਦਲ ਨਾਲ ਕੀਤਾ ਸੀਗਾ ਮੈਂ, ਤੇ ਉਹਦੇ ਚ ਸੀਗੀ, ਬਟ देयर वर ਲਾਈਕ ਮਲਟੀਪਲ ਐਕਟਰਸ देयर, ਸੋ ਦੇ ਹੈਡ ਟੂ ਕੀਪ। ਤੁਸੀਂ ਸ਼ੇਅਰ ਕੀਤੀ ਵੈਨਿਟੀ ਵੈਨ? ਹਾਂ, ਆਈ ਸ਼ੇਅਰਡ ਇਟ। ਹਾਂ, ਤਾਂ ਜਦੋਂ ਪਰਸਨਲ ਕਦੋਂ ਮਿਲੀ ਸੀ ਫਸਟ ਟਾਈਮ, ਜਿਹਦੇ ਬਾਹਰ ਲਿਖਿਆ ਹੋਵੇ ਅਵਿਰਾ ਸਿੰਘ ਮਸੌਣ? ਮਿਲੀ ਸੀ ਆਈ ਥਿੰਕ। ਮੈਨੂੰ ਨਹੀਂ ਪਤਾ ਕਿ ਆ ਪਹਿਲੀ ਸੀਗੀ, ਬਟ ਮੈਨੂੰ ਜਿਹੜਾ ਯਾਦ ਆ ਰਿਹਾ ਹੁਣੇ ਉਹ ਸੀ ਕਿ ਟਾਈਸਨ ਨਾਲ ਮੈਂ ਗਾਣਾ ਕੀਤਾ ਸੀ, ਟਾਈਸਨ ਸਿੱਧੂ ਨਾਲ, ਨਜ਼ਾਰੇ। ਉਹਦੇ ਚ ਆਈ ਗॉट ਇਟ। ਨਾਓ ਆਈ ਡੋਂਟ ਨੋ ਦੈਟ ਇਟ ਵਾਸ ਮਾਈ ਫਰਸਟ ਪ੍ਰੋਜੈਕਟ ਵੇਅਰ ਆਈ ਗॉट ਅ ਵੈਨਿਟੀ, ਬਟ ਦਿਸ ਇਜ਼ ਵਾਟ ਆਈ ਰਿਮੈਂਬਰ ਕਿ ਉਹ ਸੀਗਾ। ਆਈ ਗੈਸ 8,000 ਤੋਂ ਤੁਹਾਡੀ ਜਰਨੀ ਸ਼ੁਰੂ ਹੋਈ ਸੀ ਗਾਣੇ ਦੇ ਵਿੱਚ ਮਾਡਲਿੰਗ ਕਰਨਾ, ਹਨਾ? ਤੇ ਹੁਣ ਤਾਂ ਉਹਦੇ ਨਾਲ ਕਿੰਨੀਆਂ ਕੁ ਫਿਗਰਸ ਹੋਰ ਐਡ ਕਰ ਲਈ ਆਪਾਂ, ਕਿੰਨੀਆਂ ਕੁ ਜ਼ੀਰੋਸ ਜਿਹੜਾ ਵੀਰਾ ਚਾਰਜ ਕਰਦੇ ਹੁਣ? ਨਹੀਂ ਆ ਨਹੀਂ ਦੱਸਦੀ ਮਤਲਬ, ਬਟ ਇਟਸ ਗੁੱਡ, ਆਈ ਐਮ ਪ੍ਰੋਡਕਸ਼ਨ ਫ੍ਰੈਂਡਲੀ, ਆਈ ਵੁੱਡ ਜਸਟ ਸੇ। ਬੜਾ ਘੁਮਾ ਫਿਰਾ ਕੇ ਆਨਸਰ ਸੀਗਾ ਇਹ ਵਾਲਾ। ਯੈਸ, ਇਹ ਆਈ ਵੁੱਡ ਐਕਸੈਪਟ ਦੈਟ, ਆ ਘੁਮਾ ਫਿਰਾ ਕੇ ਸੀਗਾ, ਬਟ ਹੈਗਾ ਕੋਈ ਨਹੀਂ। मतलब तो अगर कोई नवा न्यू कमर आ गया, अगर अवीरा सिंह मसौन उन्हें लेना है, तो इट्स ईजी फॉर हिम और ईजी फॉर हर? See, I try to make it easy. ਮੈਂ ਕਦੇ ਕਿਸੇ ਨੂੰ ਬਹੁਤ ਹੀ ਇੱਦਾਂ ਦੀ ਅਮਾਉਂਟ ਨਹੀਂ ਦੱਸ ਦਿੰਦੀ ਕਿ ਹਾਂ ਵੀ ਤਾਂ ਬਿਲਕੁਲ ਹੀ ਬਾਹਰ ਹੈ, ਬਟ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਇਟਸ ਨਾਟ ਇਵਨ ਅਬਾਊਟ ਨਿਊ ਕਮਰ ਜਾਂ ਕੁਝ। ਮੈਨੂੰ ਨਾ ਪ੍ਰੋਜੈਕਟ ਵਧੀਆ ਚਾਹੀਦਾ ਹੈ, ਲਾਈਕ ਆਈ ਵਾਂਟ ਆਡੀਓ ਸ਼ੁੱਡ ਬੀ ਸਟਰੋਂਗ, ਪ੍ਰੋਜੈਕਟ ਵਧੀਆ ਹੋਣਾ ਚਾਹੀਦਾ, ਸ਼ੂਟ ਵਧੀਆ ਹੋਣਾ ਚਾਹੀਦਾ। ਆਈ ਨੋ ਕਿ ਆਡੀਓ ਦਾ ਵੀ ਕਿਤੇ ਨਾ ਕਿਤੇ ਹੈਗਾ, ਬਟ ਜੇ ਮੈਂ ਇੱਕ ਵੀਡੀਓ ਦੇ ਵਿੱਚ ਆ ਰਹੀ ਹਾਂ, ਸੋ ਆਈ ਵੁੱਡ ਐਕਸਪੈਕਟ ਦ ਵੀਡੀਓ ਸ਼ੁੱਡ ਬੀ ਗੁੱਡ ਐਜ਼ ਵੈਲ, ਬਿਕਾਜ਼ ਮੇਰਾ ਤਾਂ ਕੰਮ ਉਹ ਹੈ ਨਾ ਜਿਹੜਾ ਮੈਂ ਕਰ ਰਹੀ ਹਾਂ। ਸੋ ਆਈ ਵੁੱਡ ਵਾਂਟ ਕਿ ਉਹ ਚੀਜ਼ ਵੀ ਵਧੀਆ ਹੋਏ, ਤਾਂ ਮੈਂ ਉਹਦੇ ਅਕੋਰਡਿੰਗ ਹੀ ਚਾਰਜ ਕਰਦੀ ਹਾਂ। ਫਿਰ ਮੈਨੂੰ ਲੱਗਦਾ ਆਰਟਿਸਟ ਵੀ ਚੂਜ਼ੀ ਉਦੋਂ ਹੋ ਸਕਦਾ ਜਦੋਂ ਉਹਦੀ ਕਿਤੇ ਨਾ ਕਿਤੇ ਐਸਟੈਬਲਿਸ਼ਮੈਂਟ ਜਿਹੜੀ ਹੈਗੀ ਬਣ ਚੁੱਕੀ ਹੋਵੇ, ਉਸ ਤੋਂ ਬਾਅਦ ਡਿਸਾਈਡ ਕਰ ਸਕਦਾ ਕਿ ਕਿੰਨੂੰ ਯੈਸ ਕਰਨਾ ਤੇ ਕਿੰਨੂੰ ਨੋ ਕਰਨਾ। ਪਰ ਮੈਂ ਤੁਹਾਨੂੰ ਪਤਾ ਮੈਂ ਸ਼ੁਰੂ ਤੋਂ ਬਹੁਤ ਇੱਦਾਂ ਰਹੀ ਹਾਂ, ਹਮੇਸ਼ਾ ਤੁਸੀਂ ਯੈਸ ਨੋ ਯੂਜ਼ ਕੀਤਾ? ਯੈਸ, ਸਿੰਸ ਸਟਾਰਟਿੰਗ ਆਈ ਹੈਵ always I do say no, ਕਿ ਇਦਾਂ ਨਹੀਂ ਕਹਿੰਦੀ ਕਿ ਆ ਤਾਂ ਬੇਕਾਰ ਹੈ, ਇਦਾਂ ਨਹੀਂ ਬੋਲਦੀ obviously, but then I'm always like ਕਿ ਯਾਰ maybe ਜਿਹਦੇ 'ਚ ਮੈਂ ਆਪਣਾ 100% ਹੀ ਨਹੀਂ ਦੇ ਸਕਦੀ, ਉਹਨਾਂ ਨੂੰ ਕੀ ਫਾਇਦਾ ਹੈ? ਮੈਂ ਬੇਮਨੇ ਨਾਲ ਜਾ ਨਹੀਂ ਸਕਦੀ ਸੈੱਟ 'ਤੇ ਬਿਲਕੁਲ ਵੀ, ਜੇ ਮੈਂ ਆਪਣਾ 100% ਨਹੀਂ ਦੇ ਸਕਦੀ ਉਹਨਾਂ ਨੂੰ, ਮੇਰਾ ਕੋਈ ਫਾਇਦਾ ਹੀ ਨਹੀਂ ਹੈ। ਸੋ ਆਈਵ ਆਲਵੇਜ਼ ਬਿਨ ਵੈਰੀ ਪਰਟੀਕੂਲਰ ਕਿ ਮੈਂ ਕੀ ਕਰਨਾ ਹੈ ਤੇ ਮੈਂ ਕਿਹਦੇ ਨਾਲ ਕੰਮ ਕਰਨਾ ਹੈ। ਜੇਕਰ ਅਸੀਂ ਅਵੀਰਾ ਦੇ ਨੰਬਰ ਆਫ ਸੌਂਗਸ ਕੱਢਦੇ ਹਾਂ ਤਾਂ ਮੈਨੂੰ ਲੱਗਦਾ ਮੋਸਟਲੀ ਜਿਹੜੇ ਤੁਸੀਂ ਗਾਣੇ ਕੀਤੇ ਹੋ, ਆਈ ਗੈਸ ਰਣਜੀਤ ਬਾਵਾ ਨਾਲ ਕੀਤੇ ਹੋਏ ਆ। ਹਾਂ, ਜਿਹੜੇ ਰਿਪੀਟ ਤੁਸੀਂ ਕੀਤੇ ਹੋਏ ਆ। ਯੈਸ, ਉਹਨਾਂ ਨਾਲ ਆਈ ਥਿੰਕ 4 ਕੀ ਗਾਣੇ ਕਰ ਲਏ ਮੈਂ। ਉੱਦਾਂ ਮੈਂ ਕਰਨ ਨਾਲ ਵੀ 4 ਗਾਣੇ ਕੀਤੇ ਹੋਏ ਆ, ਇੱਕ ਗਾਣਾ ਨਹੀਂ ਆਇਆ, ਪਰ ਉਹਦੇ ਨਾਲ ਵੀ ਕੰਮ ਕੀਤਾ ਮੈਂ ਕਾਫੀ। ਕਰਨ ਦੇ ਨਾਲ ਜਿਹੜਾ ਝਾਂਜਰ ਗਾਣਾ ਆ ਗਿਆ ਸੀਗਾ, ਉਸ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਤੁਹਾਨੂੰ ਟੈਗ ਮਿਲ ਗਿਆ ਸੀਗਾ ਕਿ ਝਾਂਜਰ ਵਾਲੀ ਕੁੜੀ, ਝਾਂਜਰ ਵਾਲੀ ਕੁੜੀ? ਅਗਰ ਕਿਸੇ ਨੂੰ ਯਾਦ ਕਰਾਉਣਾ ਹੋਵੇ ਗਾਣੇ ਦੇ ਵਿੱਚ, ਆਪਾਂ ਕਿਸੇ ਐਕਟਰ ਨੂੰ ਲੈਣਾ ਜਾਂ ਮਾਡਲ ਨੂੰ ਲੈਣਾ ਹੈ, ਤਾਂ ਲੈਟਸ ਟੇਕ ਝਾਂਜਰ ਵਾਲੀ ਕੁੜੀ। ਯਾਰ ਮੈਨੂੰ ਪਤਾ ਨਹੀਂ ਕਿਉਂ ਮੈਨੂੰ ਨਹੀਂ ਵਧੀਆ ਲੱਗਦਾ ਜਦੋਂ ਮੈਨੂੰ ਉਦਾਂ ਕੋਈ ਬੋਲਦਾ ਨਾ, ਕਿ ਕਿਉਂਕਿ ਮੇਰੀ ਐਸਟੈਬਲਿਸ਼ਮੈਂਟ ਜਸਟ ਬਿਕੋਜ਼ ਆਫ ਕੈਰੈਕਟਰ। ਹਾਂ,
ਮੈਨੂੰ ਕਦੇ ਵੀ ਪਤਾ ਨਹੀਂ ਕਿਉਂ ਮੈਨੂੰ ਨਾ ਕੰਪੈਰੀਜ਼ਨਸ ਵਧੀਆ ਲੱਗੇ, ਨਾ ਮੈਨੂੰ ਕਿਸੇ ਦਾ ਨਾਮ ਆਪਣੇ ਉੱਪਰ ਵਧੀਆ ਲੱਗਿਆ ਕਿ ਓ ਸ਼ੀ ਇਜ਼ ਡੂਇੰਗ ਇਟ ਲਾਈਕ them ਔਰ ਸ਼ੀ ਇਜ਼ ਪੰਜਾਬਸ ਦਿਸ ਸ਼ੀ ਇਜ਼, ਮੈਨੂੰ ਕਦੇ ਇਹ ਚੀਜ਼ਾਂ ਵਧੀਆ ਨਹੀਂ ਲੱਗੀਆਂ ਬਿਕਾਜ਼ ਮੈਂ ਕਦੇ ਕਿਸੇ ਨੂੰ ਕਾਪੀ ਕੀਤਾ ਹੀ ਨਹੀਂ ਆਪਣੀ ਲਾਈਫ 'ਚ। ਆਈ ਟਰਾਈ ਟੂ ਬੀ ਵੈਰੀ ਓਥੈਂਟਿਕ, ਟਰਾਈ ਕਿ ਮੈਂ ਰਹਿੰਦੀ ਹਾਂ ਓਥੈਂਟਿਕ, ਠੀਕ ਹੈ। ਤੇ ਹਾਂ ਜੇ ਮੈਨੂੰ ਇੱਦਾਂ ਕੋਈ ਬੋਲੇਗਾ ਝਾਂਜਰ ਵਾਲੀ ਕੁੜੀ ਕੀ ਯਾਰ, ਮਤਲਬ ਮੈਂ ਹੋਰ ਵੀ ਕੰਮ ਕੀਤਾ ਆਪਣੀ ਲਾਈਫ 'ਚ, ਯੂ ਨੋ ਦੇयर ਹੈਜ਼ ਬੀਨ ਸੋ ਮੈਨੀ ਅਦਰ ਥਿੰਗਸ ਦੈਟ ਆਈਵ ਡਨ। ਹਾਂ ਆਮ ਰੀਅਲੀ ਗਲੈਡ ਕਿ ਉਹ ਚੀਜ਼ ਇਟ ਵਰਕਡ ਫॉर ਮੀ, ਯੂ ਨੋ ਉਹ ਪ੍ਰੋਜੈਕਟ ਬਹੁਤ ਵਧੀਆ ਗਿਆ ਐਂਡ ਇਟਸ ਵਨ ਆਫ ਮਾਈ ਫੇਵਰੇਟ ਪ੍ਰੋਜੈਕਟਸ। ਪਰ ਮੈਨੂੰ ਹੁੰਦਾ ਕਿ ਉਹ ਸਿਰਫ ਮੇਰਾ ਕੰਮ ਸੀਗਾ, that was just ਅੱਜ ਤੱਕ ਵੀ, ਬਟ ਇਟਸ ਫਨੀ ਲਾਈਕ ਮੈਂ ਇੱਦਾਂ ਨਹੀਂ ਕਹਿੰਦੀ ਉਹ ਗਲਤ ਹੈ, ਬਟ ਮੈਨੂੰ ਅੱਜ ਤੱਕ ਆਉਂਦੇ ਆ ਯੂ ਨੋ ਕਿ ਤੁਸੀਂ ਜਿਵੇਂ ਕਈ ਕਮੈਂਟਸ ਦੇ ਵਿੱਚ ਤੁਸੀਂ ਕਰਨ ਭਾਜੀ ਨੂੰ ਕਿਉਂ ਧੋਖਾ ਦਿੱਤਾ, ਲਾਈਕ ਪੀਪਲ ਟੇਕ ਇਟ ਸੀਰੀਅਸਲੀ ਬਹੁਤ ਜ਼ਿਆਦਾ। ਸੋ ਠੀਕ ਹੈ, ਆਮ ਓਕੇ ਵਿਦ ਇਟ। ਰਣਜੀਤ ਬਾਵਾ ਜਾਂ ਬਾਕੀ ਆਰਟਿਸਟ ਜਿਨ੍ਹਾਂ ਦੇ ਨਾਲ ਤੁਸੀਂ ਰਿਪੀਟ ਗਾਣੇ ਕੀਤੇ ਨੇ, ਤੁਸੀਂ ਉਹਨਾਂ ਦੇ ਵਿੱਚੋਂ ਕਿਹੜੇ ਆਰਟਿਸਟ ਨੂੰ ਆਪਣੇ ਲਈ ਜ਼ਿਆਦਾ ਲੱਕੀ ਮੰਨਦੇ ਹੋ ਕਿ ਤੁਹਾਡੇ ਲਈ ਲੱਕੀ ਰਿਹਾ ਉਹ ਆਰਟਿਸਟ? ਲੱਕੀ ਰਿਹਾ ਹਾਂ, ਜਾਂ ਉਸ ਗਾਣੇ ਨੇ ਆਊਟ ਆਫ ਦ ਬਾਕਸ ਕੰਮ ਕੀਤਾ? ਸੀ ਝਾਂਜਰ ਨੇ ਤਾਂ ਕੀਤਾ ਜੀ, ਨੋ ਡਾਊਟ ਉਹ ਕੀਤਾ ਉਹਨੇ। ਦਿਲਜੀਤ ਵਾਲਾ ਗਾਣਾ ਵੀ ਕੀਤਾ, ਠੱਗ ਲਾਈਫ। ਯੈਸ, ਰਣਜੀਤ ਬਾਵਾ ਨਾਲ ਵੀ ਕੀਤਾ। ਆਈ ਫੀਲ ਲਾਈਕ ਲੋਕੀ ਨਾ ਜਦੋਂ ਇੱਕ ਜੋੜੀ ਦੇਖ ਲੈਂਦੇ ਨਾ ਬਾਰ-ਬਾਰੀ, ਤਾਂ ਉਹ ਨਾ ਸਬਕੌਂਸ਼ੀਅਸਲੀ ਉਹਨਾਂ ਨੂੰ ਨਾ ਇੱਕ ਉਹ ਬਹਿ ਜਾਂਦਾ ਉਹਨਾਂ ਨਾਲ ਕਿ ਦੇ ਯੂਜ਼ਡ ਟੂ ਸੀਇੰਗ them together ਐਂਡ ਜਦੋਂ ਫਿਰ ਉਹ ਕੁਝ ਨਵਾਂ ਵੀ they're very ਉਹ ਐਕਸੈਪਟੈਂਸ ਆ ਜਾਂਦੀ ਹੈ। ਜੇ ਅਸੀਂ ਕੁਝ ਨਵਾਂ ਵੀ ਲੈ ਕੇ ਆਵਾਂਗੇ ਨਾ, now they can already accept because the fact that we have done so much together ਪਹਿਲਾਂ, ਤਾਂ ਲੋਕੀ ਆਲਰੇਡੀ ਉਹ ਇੱਕ ਨਵਾਂ ਨਹੀਂ, ਮਤਲਬ ਜੋੜੀ ਨਹੀਂ ਨਵੀਂ ਆਏਗੀ ਉਹਨਾਂ ਨੂੰ, it's gonna be easy for them to accept what we're doing already। ਤਾਂ lucky I don't know if somebody's been lucky, but then I can just say ਕਿ ਆ ਪ੍ਰੋਜੈਕਟਸ ਵਧੀਆ ਕੀਤੇ ਨੇ ਕੰਮ for me। ਮੇਰਾ ਮੰਨਣਾ ਇਹ ਕਿ ਕਦੀ ਕਿਸੇ ਇਕੱਲੇ ਬੰਦੇ ਦੇ ਸਟਾਰ ਕੰਮ ਨਹੀਂ ਕਰਦੇ। ਹਾਂ, ਜਦੋਂ ਇਦਾਂ ਦਾ ਮੈਡਲ ਆਈ ਡਿਡ ਮੈਡਲ ਹਾਂਜੀ, ਚੰਦਰਾ ਬਰਾੜ, ਉਹ ਕਿੰਨਾ ਵੱਡਾ ਗਾਣਾ ਗਿਆ, ਲਾਈਕ ਉਹ ਤੁਸੀਂ ਮੰਨੋਗੇ ਜਦੋਂ ਅਸੀਂ ਰਿਲੀਜ਼ ਕਰ ਵੀ ਦਿੱਤਾ ਸੀ, ਉਹ ਤੋਂ ਕੁਝ ਮਹੀਨੇ 6 ਮਹੀਨੇ ਬਾਅਦ ਉਹ ਚੀਜ਼ ਇੱਕਦਮ ਪਿਕ ਕੀਤਾ ਲੋਕਾਂ ਨੇ ਉਹ ਚੀਜ਼। ਸੋ ਦੈਟ ਵਾਜ਼ ਅ ਵੈਰੀ ਬਿਗ ਸੌਂਗ ਫॉर ਮੀ, ਉਹ ਵਾਲਾ ਗਾਣਾ ਵੀ। ਸੋ ਮੈਨੂੰ ਤਾਂ ਲੱਗਦਾ ਟੀਮ ਵਰਕ ਹੈ, ਕੱਲਾ ਮੇਰੇ ਨਾਲ ਨਹੀਂ ਗਾਣਾ ਚੱਲੇਗਾ, ਕੱਲਾ ਸਿੰਗਰ ਨਾਲ ਨਹੀਂ ਚੱਲੇਗਾ ਐਂਡ ਕੱਲੀ ਵੀਡੀਓ ਨਾਲ ਵੀ ਨਹੀਂ ਚੱਲੇਗੀ। ਆਈ ਫੀਲ ਲਾਈਕ ਉਹ ਇੱਕ ਪੂਰਾ ਇੱਕ ਸਾਰਿਆਂ ਦਾ ਐਫਰਟ ਹੁੰਦਾ ਹੈ ਜਿਹੜਾ ਦਿਖਦਾ ਹੈ ਐਂਡ ਤਾਂ ਹੀ ਪ੍ਰੋਜੈਕਟ ਵੱਡਾ ਬਣਦਾ ਹੈ। ਤੁਹਾਨੂੰ ਆਪਣੀ ਲਾਈਫ ਦਾ ਸਭ ਤੋਂ ਵੱਡਾ ਗਾਣਾ ਕਿਹੜਾ ਲੱਗਦਾ? ਇਨ ਵਾਟ ਕੰਟੈਕਸਟ ਕਿ ਵੀਡੀਓ ਵਾਈਜ਼ ਵੱਡਾ? ਜਿੰਨੇ ਤੁਹਾਡਾ ਫੇਮ ਬਹੁਤ ਵਧਾਇਆ ਹੋਵੇ। ਝਾਂਜਰ ਨੇ ਵਧਾਇਆ ਬਹੁਤ ਜ਼ਿਆਦਾ, ਤੇ ਠੱਗ ਲਾਈਫ। ਐਂਡ ਸਟਿਲ ਯੂ ਡੋਨਟ ਲਾਈਕ ਕਿ ਮੈਨੂੰ ਝਾਂਜਰ ਵਾਲੀ ਕੁੜੀ ਨਾ ਕਿਹਾ ਜਾਵੇ। ਬਟ ਮਤਲਬ ਦ ਰਿਐਲਿਟੀ ਇਜ਼ ਕਿ ਉਹ ਗਾਣੇ ਨਾਲ ਹੋਇਆ ਹੈ ਨਾ। ਮੈਂ ਸਿਰਫ ਆਹ ਕਹਿ ਰਹੀ ਹਾਂ ਕਿ ਉਹ ਮੇਰਾ ਕੰਮ ਸੀਗਾ, ਉਹ ਕੰਮ ਨੇ ਮੈਨੂੰ ਵਧੀਆ ਅੱਗੇ ਓਪਰਚੁਨਿਟੀਜ਼ ਦਿੱਤੀਆਂ ਐਂਡ ਇਟ ਡਿਡ ਵਰਕ ਫॉर ਮੀ, ਬਟ ਦੈਨ ਇਨ ਦੀ ਐਂਡ ਆਫ ਦ ਡੇ ਇਟ ਵਾਸ ਅ ਕੈਰੈਕਟਰ, ਦੈਟਸ ਆਲ। ਉਹ ਚੀਜ਼ ਹੈ ਮੇਰਾ, ਲਾਈਕ ਆਈ ਵੁਡਨਟ, ਹਾਂ ਤੁਸੀਂ ਮੈਨੂੰ ਓਬਵੀਅਸਲੀ ਨਵੇਂ ਬੰਦਿਆਂ ਨੂੰ ਤਾਂ ਹੋਏਗਾ ਕਿ ਹਾਂ ਦਿਸ ਗਰਲ ਵਾਸ ਇਨ ਝਾਂਜਰ, ਬਟ ਆਮ ਜਸਟ ਸੇਇੰਗ ਦੈਟ ਗੈਟ ਓਵਰ ਇਟ, ਯੂ ਨੋ, ਦੈਟਸ ਯਾ। ਲੈਟਸ ਟਾਕ ਅਬਾਊਟ ਕਰਨ ਔਜਲਾ, ਹਨਾ। ਕਰਨ ਔਜਲਾ ਦੇ ਨਾਲ ਤੁਸੀਂ ਬੈਕ ਟੂ ਬੈਕ ਪ੍ਰੋਜੈਕਟ ਕੀਤੇ ਐਂਡ ਜਿੰਨਾ ਕਾ ਤੁਹਾਡੇ ਸੋਸ਼ਲ ਮੀਡੀਆ ਤੋਂ ਪਤਾ ਲੱਗਦਾ ਕਿ ਯੂ ਹੈਵ ਅ ਫਰੈਂਡਸ਼ਿਪ ਵਿਦ ਹਿਮ। ਤੁਸੀਂ ਜਦੋਂ ਵੀ ਕਰਨ ਇੰਡੀਆ ਆਉਂਦਾ ਤੁਸੀਂ ਮਿਲਦੇ ਹੋ ਨਾ, ਤਾਂ ਮੈਂ ਪੁੱਛਣਾ ਚਾਹੂੰਗਾ ਇਹ ਬੌਂਡ ਸ਼ੁਰੂ ਕਿਵੇਂ ਹੋਇਆ ਤੇ ਕਰਨ ਔਜਲਾ ਕਿਵੇਂ ਦਾ ਹੈ, ਇਹ ਥੋੜਾ ਜਿਹਾ ਐਲੈਬੋਰੇਟ ਕਰੋ। He's very respectful, and I think if I'm friends with him, it's the fact that he's very respectful. मतलब शुरू इदा होया कि ਆਪਾਂ ਸ਼ੂਟ ਹੀ ਕਰ ਰਹੇ ਸੀ ਕਿ my mom was there, right, and then he's very respectful towards my mom। ਚਾਂਜਰ ਸ਼ੂਟ ਵੇਲੇ ਦੀ ਗੱਲ ਹੈ? ਚਾਂਜਰ ਸ਼ੂਟ ਵੇਲੇ ਦੀ ਗੱਲ ਹੈ। ਤਾਂ he really respects like ਵੱਡਿਆਂ ਨੂੰ, ਹੈ ਨਾ, ਉਹਦਾ ਗੱਲ ਕਰਨ ਦਾ ਤਰੀਕਾ, ਚੀਜ਼ਾਂ ਸਾਰੀਆਂ। ਸੋ ਮੈਨੂੰ ਤਾਂ ਲੱਗਦਾ ਉਹ ਜਿਹੜੀ ਰਿਸਪੈਕਟ ਐਂਡ ਦ ਫੈਕਟ that he has not changed, ਉਹਦਾ ਵੀ ਗ੍ਰਾਫ ਕਿੱਥੋਂ ਦੀ ਕਿੱਥੇ ਗਿਆ ਹੈ, ਐਂਡ ਦ ਫੈਕਟ ਦੈਟ ਹੀ ਰਿਮੈਂਬਰਸ ਐਵਰੀਬਡੀ ਐਂਡ ਹੀ ਇਜ਼ ਗਰਾਊਂਡਡ, ਯੂ ਨੋ, ਹੀ ਰਿਮੈਂਬਰਸ ਜਿਹੜੇ ਲੋਕੀ ਉਹਦੇ ਨਾਲ ਪਹਿਲਾਂ ਸੀਗੇ ਅੱਜ ਵੀ ਉਹੀ ਨੇ। ਤਾਂ ਉਹ ਚੀਜ਼ ਮੈਨੂੰ ਉਹਦਾ ਲੱਗਦਾ ਹੈ ਕਿ ਦੈਟ ਇਜ਼ ਦ ਓਨਲੀ ਰੀਜ਼ਨ ਵਾਈ ਆਈ ਐਮ ਆਲਸੋ ਇਨ ਟੱਚ ਵਿਦ ਹਿਮ, ਲਾਈਕ ਆਈ ਐਮ ਫਰੈਂਡਸ ਵਿਦ ਹਿਮ ਸਿੰਸ ਸੋ ਲੌਂਗ। ਅਦਰਵਾਈਜ਼ ਮੇਰੀ ਇੰਡਸਟਰੀ 'ਚ ਬਹੁਤੀ ਜ਼ਿਆਦਾ ਕਿਸੇ ਨਾਲ, ਬਹੁਤਿਆਂ ਨਾਲ ਨਹੀਂ ਹੈਗੀ, ਲਾਈਕ ਆਈ ਨੋ ਪੀਪਲ ਬਟ ਆਮ ਨਾਟ ਫਰੈਂਡਸ ਵਿਦ ਐਵਰੀਬਡੀ। ਸੋ ਕਰਨ ਬਾਰੇ ਕੁਝ ਐਸੀ ਗੱਲ ਜਿਹੜੀ ਆਮ ਲੋਕਾਂ ਨੂੰ ਨਹੀਂ ਪਤਾ, ਤੁਸੀਂ ਤਾਂ ਦੋਸਤ ਹੋ ਨਾ, ਤਾਂ ਤੁਸੀਂ ਉਹ ਚੀਜ਼ਾਂ ਆਬਜ਼ਰਵ ਕਰ ਲੈਂਦੇ ਹੋ। ਤੁਸੀਂ ਕਿਹਾ ਕਿ ਹੀ ਇਜ਼ ਵੈਰੀ ਰਿਸਪੈਕਟਫੁਲ, ਅਗਰ ਇਸ ਤੋਂ ਇਲਾਵਾ ਕੋਈ ਹੋਰ ਗੱਲ ਦੱਸਣੀ ਹੋਵੇ ਕਰਨ ਔਜਲਾ ਬਾਰੇ ਤਾਂ ਕਿਹੜੀ ਹੋਵੇ? ਆਈ ਥਿੰਕ ਉਹ ਬੜਾ ਖੱਪੀ ਵੀ ਹੈ, ਹੀ ਇਜ਼ ਅ ਲਿਟਲ ਲਾਈਕ somewhere I see that side of him, so ਥੋੜਾ ਜਿਹਾ, but I don't know ਕੋਈ ਇਦਾਂ ਦਾ ਇਨਸੀਡੈਂਟ ਹੈਗਾ you want to share? ਨਹੀਂ ਇਦਾਂ ਤਾਂ
ਨਹੀਂ ਇਦਾਂ ਦਾ ਤਾਂ ਕੁਝ ਨਹੀਂ ਹੈ। ਆਈ ਡੋਂਟ ਨੋ ਇਫ ਆਈ ਵਾਂਟ ਟੂ ਸ਼ੇਅਰ ਦੈਟ, ਬਟ ਇਦਾਂ ਦਾ ਕੁਝ ਹੈਗਾ ਨਹੀਂ ਟੂ ਬੀ ਓਨੈਸਟ। ਬਟ ਜਿੰਨਾ ਮੈਂ ਉਹਨੂੰ ਜਾਣਦੀ ਹਾਂ, ਯੂ نو, ਮੈਂ ਉਹਨੂੰ ਹਮੇਸ਼ਾ ਮਿਲਦੀ ਜਦੋਂ ਆ ਕੰਮ ਦੇ ਰਿਗਾਰਡਿੰਗ ਮਿਲਦੀ ਆ। ਯੈਸ, ਆਈ ਮੈਟ ਹਿਮ ਕਨਸਰਟ ਦੇ ਟਾਈਮ ਤੇ। ਆਈ ਵਾਸ ਆਲਸੋ ਸ਼ੂਟਿੰਗ ਇਨ ਦਿੱਲੀ, ਤਾਂ ਉਹਦਾ ਕਨਸਰਟ ਸੀਗਾ ਐਂਡ ਮੈਂ ਕਦੇ ਕਨਸਰਟ ਕਿਤੇ ਗਈ ਵੀ ਨਹੀਂ ਸੀਗੀ। ਸੋ ਯੂ نو ਵੀ ਮੈਟ ਦੈਨ। ਸੋ ਜਿੰਨਾ ਮੈਂ ਮਿਲੀ ਹਾਂ ਉਹਨੂੰ, ਹਮੇਸ਼ਾ ਇਜ਼ ਬਿਨ ਵੈਰੀ ਰਿਸਪੈਕਟਫੁਲ ਟੂਵਰਡਸ ਹਿਸ ਪੀਪਲ। ਜਦੋਂ ਅਸੀਂ ਤੁਹਾਡੀ ਸ਼ੂਟਿੰਗ ਜਰਨੀ ਦੀ ਗੱਲ ਕਰ ਰਹੇ ਸੀ, ਤੁਸੀਂ ਗੱਲ ਕੀਤੀ ਕੰਫਰਟ ਐਂਡ ਡਿਸਕੰਫਰਟ ਦੀ। ਮੀਨਵਾਈਲ ਤੁਹਾਨੂੰ ਕੁਝ ਐਸੇ ਆਰਟਿਸਟ ਮਿਲੇ ਜਾਂ ਕੋਈ ਐਸਾ ਚਿਹਰਾ ਮਿਲਿਆ ਜਿਹਦੇ ਨਾਲ ਬੀਇੰਗ ਅ ਫੀਮੇਲ ਆਰਟਿਸਟ ਕਈ ਵਾਰ ਬੰਦਾ ਕੰਫਰਟ ਨਹੀਂ ਫੀਲ ਕਰਦਾ ਹੈ ਨਾ, ਤੁਹਾਨੂੰ ਡਿਸਕੰਫਰਟ ਕੀਤਾ ਹੋਗਾ ਐਂਡ ਯੂ ਸੇ ਬਿਹੇਵ ਜਾਂ ਥੋੜਾ ਪਿੱਛੇ ਹੋਣਾ, ਕਿਉਂਕਿ ਕੁੜੀ ਦਾ ਇੱਕ ਕੰਫਰਟੇਬਲ ਜ਼ੋਨ ਦੇ ਵਿੱਚ ਹੋਣਾ, ਕਿਉਂਕਿ ਉਹ ਕੈਮਰੇ ਤੇ ਉੱਪਰ ਵੀ ਦਿਖਣਾ ਹੈ। ਬਿਲਕੁਲ। ਤੇ ਉਹਨੂੰ ਸਾਂਭਿਆ ਹੋਵੇ ਤੁਸੀਂ ਕਿਸ ਤਰੀਕੇ ਦੇ ਨਾਲ? ਹਾਂ, ਮੈਂ ਯੂਜੂਅਲੀ ਆਈ ਐਡਰੈਸ ਇਟ ਟੂ ਦ ਡਾਇਰੈਕਟਰ ਪਹਿਲਾਂ ਤਾਂ, ਕਿ ਬਈ ਦਿਸ ਇਜ਼ ਦ ਇਸ਼ੂ। ਐਂਡ ਆਈ ਫੀਲ ਲਾਈਕ ਇੱਕ ਦੋ ਵਾਰੀ ਨਾ ਐਗਜ਼ਾਮਪਲ ਸੈੱਟ ਕਰਨਾ ਬਹੁਤ ਜ਼ਰੂਰੀ ਹੈ ਜੀ, ਕਿਉਂਕਿ ਕਈ ਲੋਕਾਂ ਨੂੰ ਐਕਚੁਅਲੀ ਉਹ ਚੀਜ਼ ਸਮਝ ਨਹੀਂ ਆਉਂਦੀ। ਤੁਸੀਂ ਕੀਤੀਆਂ? ਹਾਂ, ਮੈਂ ਇੱਕ ਅੱਧੀ ਵਾਰੀ ਆਈਵ ਲੈਫਟ ਦ ਸੈਟ ਐਂਡ ਨਾਟ ਦੈਟ ਮੈਂ ਇੱਦਾਂ ਨਹੀਂ ਕਹਿ ਰਹੀ, ਬਿਕਾਜ਼ ਮੈਨੂੰ ਉੱਦਾਂ ਐਂਡ ਆਈ ਡੂ ਥੀਸ ਥਿੰਗਸ ਉਦੋਂ ਜਦੋਂ ਇਟ ਸਟਾਰਟਸ ਅਫੈਕਟਿੰਗ ਮੀ। ਅਦਰਵਾਈਜ਼ ਮੈਂ ਕਦੇ ਨਹੀਂ ਚਾਹੂੰਗੀ ਕਿ ਕਿਸੇ ਦਾ ਨੁਕਸਾਨ ਹੋਏ, ਬਿਲਕੁਲ ਵੀ, ਬਿਕਾਜ਼ ਆਈ ਨੋ ਹਾਊ ਐਵਰੀਬਡੀ ਇਜ਼ ਅਰਨਿੰਗ देयर ਬ੍ਰੈਡ। ਬਟ ਸਮ ਪੀਪਲ ਐਕਚੁਅਲੀ ਡੂ ਟੇਕ ਯੂ ਫॉर ਗ੍ਰਾਂਟਡ, ਕਿਉਂਕਿ ਮੇਰੇ ਨਾਲ ਕਈ ਵਾਰੀ ਕੀ ਹੁੰਦਾ ਨਾ, ਆਈ ਐਮ ਵੈਰੀ ਨਾਈਸ। ਜਦੋਂ ਮੈਂ ਸੈੱਟ 'ਤੇ ਜਾਂਦੀ ਹਾਂ ਮੈਂ ਬਹੁਤ ਆਮ ਵੈਰੀ ਐਡਜਸਟਿੰਗ, ਮੈਂ ਬਹੁਤ, ਮੇਰੇ ਕੋਈ ਨਖਰੇ ਨਹੀਂ ਹੈਗੇ। ਜਿਨ੍ਹਾਂ ਨੇ ਮੇਰੇ ਨਾਲ ਕੰਮ ਕੀਤਾ ਨਾ, ਸਾਰਿਆਂ ਨੂੰ ਪਤਾ, ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਕਿ ਮੈਂ ਆ ਗਈ ਹਾਂ ਸੈੱਟ 'ਤੇ। ਨਾ ਮੈਂ ਇਕੱਠ ਲੈ ਕੇ ਚੱਲਦੀ ਹਾਂ ਆਪਣੇ ਨਾਲ, ਠੀਕ ਹੈ, ਨਾ ਮੇਰੀ ਡਿਮਾਂਡਾਂ ਹੁੰਦੀਆਂ ਕਿ ਬਈ ਆਹ ਮੰਗਾਓ, ਉਹ ਕਰੋ, ਇਹ ਕਰੋ, ਕਿਉਂਕਿ ਮੈਂ ਕੰਮ ਕਰਨ ਜਾਂਦੀ ਹਾਂ, ਮੈਂ ਕੰਮ ਕਰਦੀ ਹਾਂ, ਠੀਕ ਹੈ, ਦੈਟਸ ਮਾਈ ਜੋਬ। ਆ ਸਟਾਰਪੰਤੀ ਆ ਮੇਰੇ ਕੰਮ ਤੋਂ ਬਾਹਰ ਰਹਿੰਦੀ ਹੈ, ਯੂ ਨੋ, ਲਾਈਕ ਆਈ ਕਾਂਟ, ਮੈਂ ਆਪਣੀ ਸਟਾਰ ਵੈਲਿਊ ਆਪਣੇ ਸੈੱਟ 'ਤੇ ਨਹੀਂ ਲੈ ਕੇ ਜਾਂਦੀ ਬਿਲਕੁਲ ਵੀ, ਬਿਕਾਜ਼ ਦੈਟਸ ਜਸਟ ਮਾਈ ਜੋਬ ਐਂਡ ਆਈ ਹੈਵ ਟੂ ਡੂ ਦੈਟ। ਆਹ ਚੀਜ਼ ਨੂੰ ਕਈ ਲੋਕੀ ਲੈਂਦੇ ਆ ਗ੍ਰਾਂਟਡ, ਬਿਕਾਜ਼ ਦੇ ਫੀਲ ਲਾਈਕ ਕਿ ਸ਼ਾਇਦ ਇਹਨੂੰ ਸ਼ੀ ਇਜ਼ ਨਾਟ ਅਵੇਅਰ, ਈਜ਼ੀ ਅਸੈਸ ਲੱਗਦਾ। ਹਾਂ, ਇਹਨੂੰ ਲੱਗਦਾ ਦੈਟ ਆਈ ਐਮ ਨਾਟ ਅਵੇਅਰ ਆਫ ਹੂ ਆਈ ਐਮ, ਉਹਨਾਂ ਨੂੰ ਆ ਲੱਗਦਾ ਹੈ। ਅੱਛਾ। And with that, they take me for granted, and there are certain things that happen, right? And वो चीज़ मैं देखती भी हाँ बहुत, मैंने पता लग जाता है where they're taking me for granted. ਇਹਦਾ ਮਤਲਬ ਆਹ ਨਹੀਂ ਹੈ that ਮੇਰੇ 'ਚ ਕੋਈ ਰਿਸਪੈਕਟ ਨਹੀਂ ਹੈਗੀ ਜਾਂ ਸੈਲਫ ਰਿਸਪੈਕਟ ਨਹੀਂ ਹੈਗੀ, ਇਟਸ ਜਸਟ ਦ ਵੇ ਆਈ ਵਰਕ। ਐਂਡ ਜਦੋਂ ਆ ਚੀਜ਼ ਮੈਨੂੰ ਦਿਖਦੀ ਹੈ ਨਾ ਕਿ ਆ ਚੀਜ਼ ਹੋ ਰਹੀ ਹੈ, ਦੈਨ ਆਈ ਐਡਰੈਸ ਇਟ। ਐਂਡ ਜੇ ਮੈਨੂੰ ਲੱਗੀ ਉਹ ਚੀਜ਼ 'ਤੇ ਕੰਮ ਨਹੀਂ ਹੋ ਰਿਹਾ, ਦੈਨ ਆਈ ਵਾਕਡ ਆਫ। ਇੱਕ ਵਾਰੀ ਹੋਇਆ, ਆਈ ਵਾਕਡ ਆਫ ਫਰਮ ਦ ਸੈਟ and I was like, ठीक है, if you can't respect me with the way I am, मैं ना थोड़ा ना adjust कर रही हूँ, ठीक है, I am on your side, but then this is what I'm getting in return, then I don't think that I can actually work with you guys. बड़े respectfully, and I left the set. Famous बंदे सी कि newcomer सी? They were good, मतलब ठीक सीगे। ਉਹਨੇ ਉਸ ਤੋਂ ਬਾਅਦ obviously I did come back the same day, ਥੋੜੀ ਦੇਰ ਬਾਅਦ ਮੈਂ ਆ ਗਈ ਸੀਗੀ, ਇਦਾਂ ਦੀ ਕੋਈ ਗੱਲ ਨਹੀਂ ਹੈ, ਬਟ I feel like ਕਿ ਉਹ ਇੱਕ ਵਾਰੀ ਨਾ ਉਹ ਕੀ ਕਹਿੰਦੇ ਉਹਨੂੰ, ਸਬਕ ਦੇਣਾ। ਹਾਂ, ਮੈਂ ਕਦੇ ਸੋਚਿਆ ਨਹੀਂ ਸੀਗਾ that I will have to do this, but I feel ਉਸ ਤੋਂ ਬਾਅਦ ਨਾ people did change their working style with me, it did change, so ਉਹ ਚੀਜ਼ ਜ਼ਰੂਰੀ ਹੈ। ਜਦੋਂ ਤੁਹਾਡੇ ਨਾਲ ਇਦਾਂ ਦੀ ਕੋਈ ਸਿਚੁਏਸ਼ਨ ਸੈੱਟ ਦੇ ਉੱਪਰ ਹੁੰਦੀ ਆ ਐਂਡ ਉਸ ਤੋਂ ਬਾਅਦ ਤੁਸੀਂ ਕਹਿੰਦੇ ਵਾਪਸ ਵੀ ਆ ਗਈ ਸੀ, ਤਾਂ ਆਊਟਕਮ ਜਿਹੜਾ ਤੁਸੀਂ ਕਰਨਾ ਹੁੰਦਾ ਹੈ ਉਹ ਕਿੰਨਾ ਕਾ ਡਿਫਿਕਲਟ ਹੁੰਦਾ ਹੈ? ਉਹ ਅਫੈਕਟ ਕਿਉਂਕਿ ਤੁਸੀਂ ਉਸੇ ਬੰਦੇ ਨੂੰ ਹੀ ਦੁਬਾਰਾ ਜਾਂ ਉਸੇ ਟੀਮ ਨੂੰ ਹੀ ਫੇਸ ਕਰ ਰਹੇ ਹੋ ਜਿਨ੍ਹਾਂ ਨੂੰ ਤੁਸੀਂ ਹਜੇ ਹੁਣੇ ਕੁਇਟ ਕਰਕੇ ਆਏ ਹੋ। ਪਤਾ ਕੀ, ਪਰ ਮੇਰਾ ਆਹ ਵੀ ਆ, ਮੈਂ ਨਾ ਲੜਦੀ ਨਹੀਂ, ਮੈਂ ਕੁਝ ਗਲਤ ਨਹੀਂ ਬੋਲ ਕੇ ਆਈ, ਮੈਂ ਕਿਸੇ ਨੂੰ ਇਹ ਨਹੀਂ ਹੈ ਕਿ ਜੇ ਮੈਂ ਗੁੱਸਾ ਤਾਂ ਮੈਂ ਅਗਲੇ ਬੰਦੇ ਨੂੰ ਦੀ ਲਾਪਾ ਕਰਤੀ, ਮੈਂ ਆਪਣਾ ਪੁਆਇੰਟ ਰੱਖਿਆ ਬਸ ਅੱਗੇ ਕਿ ਦਿਸ ਇਜ਼ ਵਾਟ ਮਾਈ ਐਕਸਪੈਕਟੇਸ਼ਨਸ ਆਰ ਫਰੋਮ ਯੂ ਗਾਇਜ਼। ਮੈਂ ਕਿਸੇ ਦੀ ਆਹ ਨਹੀਂ ਕਰਦੀ ਕਿ ਤਾਂ ਸਿੰਗਰ ਇੱਦਾਂ ਹੈ ਜਾਂ ਤੁਸੀਂ ਇੱਦਾਂ ਕੀਤਾ, ਉਹ ਕੀਤਾ, ਦਿਸ ਇਜ਼ ਵਾਟ ਆਈ ਹੈਵ ਫੈਲਟ, ਜਿਹੜਾ ਤੁਸੀਂ ਕੀਤਾ, ਦੈਟਸ ਜਸਟ ਦ ਵੇ। ਮੇਰਾ ਕਦੇ ਵੀ ਮੋਟਿਵ ਆਹ ਨਹੀਂ ਰਿਹਾ ਕਿ ਮੈਂ ਕਿਸੇ ਦੀ ਬਚਾਣੀ ਹੈ, ਯੂ ਨੋ, ਮੇਰਾ ਕਦੇ ਆਹ ਨਹੀਂ ਰਿਹਾ। ਮੈਨੂੰ ਹੁੰਦਾ ਕਿ ਮੈਂ ਆਪਣਾ ਪੁਆਇੰਟ ਐਡਰੈਸ ਕਰਨਾ ਹੈ ਜਾਂ ਆਪਣਾ ਕੰਸਰਨ ਐਡਰੈਸ ਕਰਨਾ ਹੈ। ਇਫ ਦੇ ਕੈਨ ਟੇਕ ਇਟ ਪੋਜ਼ਿਟਿਵਲੀ, ਦੈਟਸ ਵੈਰੀ ਗੁੱਡ, ਐਂਡ ਕਈ ਕਰ ਵੀ ਲੈਂਦੇ, ਕਿਉਂਕਿ ਹਰ ਇੱਦਾਂ ਨਹੀਂ ਹੈ। ਮੈਂ ਕਈ ਸੈਟਸ 'ਤੇ ਜਾ ਕੇ ਆਪਣੇ ਦੱਸਿਆ ਕਿ ਦਿਸ ਇਜ਼ ਵਾਟ ਆਮ ਫੇਸਿੰਗ ਜਾਂ ਕੁਛ, ਕਈ ਡਾਇਰੈਕਟਰਸ ਨੇ ਬਹੁਤ ਵਧੀਆ ਤਰੀਕੇ ਨਾਲ ਉਸ ਚੀਜ਼ 'ਤੇ ਕੰਮ ਕੀਤਾ ਐਂਡ ਈਗੋ 'ਤੇ ਨਹੀਂ ਲਿੱਤਾ, ਪਰ ਜਿੱਥੇ ਕਈ ਬੰਦਾ ਲੈ ਜਾਂਦਾ ਹੈ ਫਿਰ ਉੱਥੇ ਥੋੜ੍ਹਾ ਜਿਹਾ ਔਖਾ ਹੋ ਜਾਂਦਾ ਹੈ, ਯੂ ਨੋ, ਫਿਰ ਇੱਦਾਂ ਹੀ ਹੁੰਦਾ ਕਿ ਬਸ ਕਰੋ ਕੰਮ ਤੇ ਨਿਕਲੋ। ਡੂ ਯੂ ਹੈਵ ਅ ਔਨ ਆਫ ਸਵਿਚ ਕਿ ਤੁਹਾਨੂੰ ਪਤਾ ਕਿ ਹੁਣ ਮੈਂ ਨਾਈਸ ਹਾਂ ਤੇ ਜਦੋਂ ਮੇਰਾ ਸਵਿਚ ਔਨ ਆਫ ਹੋਇਆ ਤੇ ਮੈਂ ਹੁਣ ਨਾਈਸ ਨਹੀਂ ਰਹੂੰਗਾ, ਮੇਰੇ ਅੰਦਰ ਥੋੜਾ ਜਿਹਾ ਬੋਲਡਨੈਸ ਆ ਜਾਏਗੀ, ਮੈਂ ਮੂੰਹ ਤੇ ਬੋਲ ਦਾਂਗੀ? ਨਹੀਂ, ਆਈ ਥਿੰਕ ਮੈਂ ਇਟਸ ਆਲਵੇਸ ਡਿਪੈਂਡ ਔਨ ਸਿਚੁਏਸ਼ਨ ਤੇ ਵੀ, ਐਂਡ ਵੈਸੇ ਵੀ ਮੇਰੀ ਬਹੁਤ ਰਿਜ਼ਰਵ ਵੈਸੇ ਨੇਚਰ ਹੈ
ਕਿ ਮੈਂ ਜੇ ਸੈੱਟ ਤੇ ਵੀ ਆ ਨਾ ਤਾਂ ਮੈਂ ਬਹੁਤ ਛੇਤੀ ਨਾ ਕਿਸੇ ਨਾਲ ਖੁੱਲ ਨਹੀਂ ਪਾਉਂਦੀ, ਲਾਈਕ ਆਈ ਕਾਂਟ ਬੀ ਲਾਈਕ ਕਿ ਜੇ ਕੋਈ ਵੀ ਆਰਟਿਸਟ ਹੈ ਜਿਨ੍ਹਾਂ ਨਾਲ ਮੈਂ ਪਹਿਲਾਂ ਕੰਮ ਕੀਤਾ ਹੈ, ਯੈਸ ਆਈ ਐਮ ਗੁੱਡ ਵਿਦ ਦੈਮ, ਯੂ ਨੋ ਮੇਰਾ ਬਹੁਤ ਸਿਵਲ ਬਹੁਤ ਡੀਸੈਂਟ ਉਹਨਾਂ ਨਾਲ ਇੱਕ ਰਿਲੇਸ਼ਨਸ਼ਿਪ ਹੈ, ਬਟ ਦੈਨ ਇੱਦਾਂ ਔਨ ਆਫ ਸਵਿਚ ਨਹੀਂ ਹੈ ਕੁਛ ਵੀ, ਆਈ ਐਮ ਜਸਟ ਦ ਵੇ ਆਈ ਐਮ ਔਨ ਸੈਟ। ਜਿਹੜੀ ਓਵਰਆਲ ਤੁਹਾਡੇ ਸੋਸ਼ਲ ਮੀਡੀਆ ਤੋਂ ਤੁਹਾਡੀ ਇੱਕ ਇਮੇਜ ਨਿਕਲ ਕੇ ਬਾਹਰ ਆਉਂਦੀ ਹੈ, ਸਮਟਾਈਮਸ ਲੋਕਾਂ ਨੂੰ ਲੱਗਦਾ ਕਿ ਅਵੀਰਾ ਬਹੁਤ ਜ਼ਿਆਦਾ ਬੋਲਡ ਹੈ, ਸ਼ਾਇਦ ਅਵੀਰਾ ਦੇ ਵਿੱਚ ਐਟੀਟਿਊਡ ਵੀ ਹੋਗਾ, ਜਿਹੜਾ ਕਿ ਮੈਂ ਕਦੀ ਫੀਲ ਨਹੀਂ ਕੀਤਾ ਪਰਸਨਲੀ, ਹੈ ਨਾ, ਆਪਾਂ ਦੂਜੀ ਵਾਰੀ ਮਿਲਦੇ ਹਾਂ ਕਿਉਂਕਿ ਤੁਸੀਂ ਮੈਨੂੰ ਮਿਲੇ ਹੋਏ ਹੋ, ਦੈਟਸ ਅਸੀਂ ਫੋਨ ਤੇ ਵੀ ਗੱਲ ਕੀਤੀ ਹੈ, ਤੇ ਮੈਨੂੰ ਕਦੀ ਵੀ ਉਹ ਈਗੋ ਐਟੀਟਿਊਡ ਜਾਂ ਇੱਕ ਆਰਟਿਸਟ ਵਾਲਾ ਫੇਮ ਨਾ ਮੈਨੂੰ ਉਹ ਨਜ਼ਰ ਨਹੀਂ ਆਇਆ, ਹੈ ਨਾ। ਤੁਹਾਨੂੰ ਉਸ ਚੀਜ਼ ਦਾ ਨੁਕਸਾਨ ਹੋਇਆ ਕਦੀ ਕਿ ਲੋਕਾਂ ਨੂੰ ਲੱਗਦਾ ਹੋਊਗਾ ਕਿ ਅਵੀਰਾ ਦੇ ਵਿੱਚ ਬਹੁਤ ਐਟੀਟਿਊਡ ਆ? ਹਾਂ, ਫਿਰ ਉਹ ਇਸੇ ਚੱਕਰ 'ਚ ਮੈਨੂੰ ਅਪਰੋਚ ਨਹੀਂ ਕਰਦੇ, ਉਹ ਚੀਜ਼ ਤਾਂ ਮੈਂ ਕੀਤੀ ਹੈ, ਬਟ ਦੈਨ ਵੈਨ ਦੇ ਮੀਟ ਮੀ ਉਹਨਾਂ ਨੂੰ ਲੱਗ ਜਾਂਦਾ ਪਤਾ ਕਿ ਲਾਈਕ ਸ਼ੀ ਇਜ਼ ਗੁੱਡ, ਕਿ ਸ਼ੀ ਇਜ਼ ਡੀਸੈਂਟ, ਨਾਈਸ। ਤੋ ਡਿਫਿਕਲਟ ਹੁੰਦਾ ਸਮਝਾਉਣਾ ਲੋਕਾਂ ਨੂੰ? ਕਿ ਮਤਲਬ ਸਮਝਾਉਣਾ ਔਖਾ ਹੈ? ਹੁਣ ਮੈਂ ਸਮਝਾਵਾਂ ਤਾਂ ਕਿਵੇਂ? ਮੇਰੀ ਤਾਂ ਆਈ ਡੋਂਟ ਨੋ ਸੋਸ਼ਲ ਮੀਡੀਆ ਤੇ ਕਿਉਂ ਉਹਨਾਂ ਨੂੰ ਲੱਗਦਾ, ਕਿਉਂਕਿ ਮੈਂ ਗੱਲਬਾਤ ਵੀ ਕਰਦੀ ਹਾਂ ਲੋਕਾਂ ਨਾਲ, ਯੂ ਨੋ ਆਈ ਡੂ, ਜਿੱਦਾਂ ਮੈਂ engage ਕਰਨ ਦੀ ਕੋਸ਼ਿਸ਼ ਕਰਦੀ ਹਾਂ ਆਪਣੀ ਆਡੀਅנס ਨਾਲ, ਤਾਂ ਮੈਂ ਤਾਂ ਟਰਾਈ ਕਰਦੀ ਹਾਂ ਦੈਟ ਆਈ ਸ਼ੁੱਡ ਬੀ ਅਪਰੋਚੇਬਲ ਐਟਲੀਸਟ ਫॉर ਮਾਈ ਫੈਨਸ ਔਰ ਆਡੀਅנס, ਯੂ ਨੋ ਉਹਨਾਂ ਲਈ। ਤੇ ਕੰਮ ਦੇ ਰਿਗਾਰਡਿੰਗ ਸ਼ਾਇਦ ਲੋਕੀ ਨਹੀਂ ਵੀ ਕਰ ਪਾਉਂਦੇ ਬਿਕਾਜ਼ ਆਮ ਵੈਰੀ ਪਰਟੀਕੂਲਰ ਅਬਾਊਟ ਸਰਟਨ ਥਿੰਗਸ, ਤਾਂ ਉਹਨਾਂ ਨੂੰ ਸ਼ਾਇਦ ਇੱਦਾਂ ਲੱਗਦਾ ਹੋਏਗਾ ਕਿ ਐਟੀਟਿਊਡ ਹੈ ਜਾਂ ਕੁਛ ਹੈ, ਬਟ ਇਟਸ ਜਸਟ ਬੇਸਿਕ ਕੀ ਕਹਿੰਦੇ ਹੈ ਮੋਰਲਸ ਜਾਂ ਰੂਲਸ ਦੈਟ ਆਈ ਹੈਵ ਫॉर ਮਾਈ ਸੈਲਫ, ਸਿਰਫ ਉਹ ਚੀਜ਼। ਡੂ ਯੂ ਥਿੰਕ ਕਿ ਆਰਟਿਸਟ ਹੈਜ਼ ਟੂ ਲਾਈਫ, ਇੱਕ ਤਾਂ ਰੀਅਲ ਲਾਈਫ ਔਰ ਇੱਕ ਰੀਲ ਲਾਈਫ? ਹਾਂ 100% ਉਹ ਤਾਂ ਹੈ ਹੀ ਹੈ, ਕਿ ਉਹ ਬਟ ਇਨ ਵਾਟ ਐਸਪੈਕਟ ਯੂ ਆਰ ਸੇਇੰਗ ਕਿ ਮਤਲਬ ਸੋਸ਼ਲ ਮੀਡੀਆ ਤੇ ਇੱਕ ਅਲੱਗ ਇਮੇਜ ਦਿਖਾਉਣੀ ਪੈਂਦੀ ਆ, ਅਗਰ ਤੁਸੀਂ ਨਹੀਂ ਵੀ ਖੁਸ਼ ਹੋ ਤਾਂ ਕੁਝ ਦਿਖਾਉਣਾ ਪੈਂਦਾ ਹੈ ਨਾ। ਮੈਂ ਤਾਂ ਅੱਛਾ ਖੁਸ਼ ਹੈ ਨਾ ਖੁਸ਼? ਹਾਂ ਯੈਸ। ਨਹੀਂ, ਤੁਸੀਂ ਸਨੈਪਚੈਟ ਤੇ ਬਹੁਤ ਐਕਟਿਵ ਹੋ, ਤੁਸੀਂ ਇੰਸਟਾਗ੍ਰਾਮ ਤੇ ਐਕਟਿਵ ਹੋ, ਸੋ ਨਾਓ ਯੂ ਆਲਸੋ ਰਿਕਾਰਡਿੰਗ ਯੂਰ ਵਲੌਗਸ। ਯੈਸ, ਬਟ ਵੈਨ ਯੂ ਸੈਡ ਨਾ ਕਿ ਹੈਪੀ ਐਂਡ ਸੈਡ ਵਾਲੀ ਚੀਜ਼ ਹੈ, ਉਹ ਬਹੁਤ ਸਹੀ ਹੈ। ਸੋਸ਼ਲ ਮੀਡੀਆ ਪਰ ਫੇਕ ਹੋਣਾ ਪੈਂਦਾ? ਬਿਲਕੁਲ ਹੋਣਾ ਪੈਂਦਾ ਹੈ। ਆਈ ਮੀਨ ਨਾਓ ਆਈਲ ਟੈਲ ਯੂ, ਫੇਕ ਦਾ ਮਤਲਬ ਆਮ ਨੋਟ ਸੇਇੰਗ ਕਿ ਫੇਕ ਐਜ਼ ਇਨ ਕਿ ਤੁਸੀਂ ਕੁਛ, ਆਈਲ ਟੈਲ ਯੂ ਇੱਕ ਐਗਜ਼ਾਮਪਲ ਦਿੰਦੀ ਹਾਂ ਮੈਂ, ਜਿਵੇਂ ਮੇਰੀ ਲਾਈਫ 'ਚ ਕੁਛ ਚੱਲ ਰਿਹਾ ਹੈ, ਠੀਕ ਹੈ, ਐਟ ਦਿਸ ਪੁਆਇੰਟ, ਤੇ ਮੇਰੀ ਲਾਈਨ ਇੱਦਾਂ ਦੀ ਹੈ, ਹੁਣ ਮੈਨੂੰ ਦੱਸੂਗੀ ਕਿ ਨੋ ਮੈਟਰ ਹਾਊ ਸੈਡ ਆਈ ਐਮ, ਠੀਕ ਹੈ, ਮੈਂ ਇੱਦਾਂ ਨਹੀਂ ਦਿਖਾ ਰਹੀ ਲੋਕਾਂ ਨੂੰ ਕਿ ਉਹ ਮੈਂ ਖੁਸ਼ ਹਾਂ, ਦੇਖੋ ਮੈਂ ਵੈਕੇਸ਼ਨ 'ਤੇ ਆ, ਮੈਂ ਉਹ ਹਾਂ, ਮੈਂ ਐਡਰੈਸ ਕਰ ਰਹੀ ਹਾਂ ਆਪਣੇ ਇਮੋਸ਼ਨਸ, ਨੋ ਦੇਰ ਇਜ਼ ਨੋ ਡਾਊਟ ਇਨ ਦੈਟ, ਬਟ ਹੁਣ ਜਿਹੜਾ ਮੇਰਾ ਕੰਮ ਹੈ I can't stop that. And me being an example, it's sad that I don't have that privilege in my life कि जे मेरी life च कुछ, मैं अपनी situation दी गल कर रही हूँ, I'm not talking about anybody else, कि I don't have that privilege in my life कि मैं जे खुश नहीं हाँ या मैं उदास हाँ या I'm going through something, तो मैं यार 10 दिन दी break ले ला, मैं 10 दिन ना कम नहीं करूँगी, तो I'm just gonna sit back and address what I'm feeling right now. I have so many responsibilities on my head कि I don't have that privilege to sit back and just be like कि यार छट परे कोई ना. I have to work and for that I'll have to be out there and मैनू काम करना पैना है, ठीक है. हुण काम करदे होए तां मैं रो के नहीं दिखा सकदी ना लोकां नू, ठीक है. I have to be in a certain energy to do that. ਤਾਂ ਫਿਰ ਉਹ ਰਹੇਗਾ ਐਂਡ ਲੋਕਾਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਤੁਸੀਂ ਅੰਦਰੋਂ ਦੀ ਇੰਨੇ ਨਾ ਖੁਸ਼ ਹੋ, ਤਾਂ ਉਹ ਚੀਜ਼ ਪੈਰਲਲੀ ਚੱਲਦੀ ਹੈ। ਔਨ ਕੈਮਰਾ ਬੰਦਾ ਕੁਛ ਹੋਰ ਹੁੰਦਾ ਹੈ, ਸੋਸ਼ਲ ਮੀਡੀਆ ਤੇ ਕੁਛ ਹੋਰ ਹੁੰਦਾ ਹੈ। ਹੁਣ ਮੈਂ ਆ ਨਹੀਂ ਕਹਿ ਰਹੀ ਚਾਹੇ ਮੇਰੀ ਲਾਈਫ 'ਚ ਹੁਣ ਕੁਛ ਵੀ ਚੱਲ ਰਿਹਾ ਹੈ, ਜੇ ਤੁਸੀਂ ਮੇਰਾ ਸੋਸ਼ਲ ਮੀਡੀਆ ਚਲੋਗੇ ਦੇਖੋਗੇ ਮੈਂ ਕੁਛ ਬਹੁਤ ਐਕਸਟ੍ਰੀਮ ਨਹੀਂ ਪਾਉਂਦੀ ਕਿ ਯਾਰ ਮੈਂ ਤਾਂ ਬਹੁਤ ਫਨ ਕਰ ਰਹੀ ਹਾਂ, ਸਭ ਕੁਝ ਮੈਂ ਆਪਣੇ ਕੰਮ ਦੇ ਰਿਲੇਟਡ ਜ਼ਰੂਰ ਪਾਉਂਦੀ ਹਾਂ ਜੋ ਵੀ ਚੀਜ਼ ਹੈ, which is important। ਹਾਂ, ਐਂਡ ਤੁਸੀਂ ਚਾਹੇ ਇਹਨੂੰ ਜਿੰਨਾ ਮਰਜ਼ੀ ਸੈਡ ਕਹਿ ਲਓ, ਕੁਛ ਵੀ ਕਹਿ ਲਓ, ਐਨ ਐਕਟਰਸ ਲਾਈਫ ਜਾਂ ਐਨ ਆਰਟਿਸਟ, ਕੋਈ ਵੀ ਆਰਟਿਸਟ ਦੀ ਲਾਈਫ ਉਹ ਇੱਦਾਂ ਦੀ ਹੀ ਹੈਗੀ ਹੈ। ਤੁਸੀਂ ਜਿੰਨਾ ਦਿਖੋਗੇ ਬਾਹਰ ਉਹਨਾਂ ਤੁਹਾਡੇ ਲਈ ਕੰਮ ਕਰੇਗੀ ਉਹ ਚੀਜ਼। ਹਾਊ ਡੂ ਯੂ ਹੀਲ ਯੋਰਸੈਲਫ? ਜਦੋਂ ਤੁਸੀਂ ਕਿਹਾ ਕਿ ਮੈਂ ਚੰਗੇ ਮੂਡ ਦੇ ਵਿੱਚ ਨਹੀਂ ਆ ਜਾਂ ਮੈਂ ਕੰਮ ਨਹੀਂ ਕਰਨਾ ਚਾਹੁੰਦੀ, ਬ੍ਰੇਕ ਲੈਣਾ ਚਾਹੁੰਦੀ ਆ, ਮੈਂ ਬ੍ਰੇਕ ਲੈ ਹੀ ਨਹੀਂ ਸਕਦੀ। ਦੈਟਸ ਵਾਟ ਆਮ ਸੇਇੰਗ ਨਾ, ਦੈਟਸ ਅ ਸੈਡ ਪਾਰਟ ਆਫ ਮਾਈ ਲਾਈਫ, ਆਈ ਕਾਂਟ। ਪਰ ਅਗੀਰਾ ਨਗਰ ਆਪਣੇ ਆਪ ਨੂੰ ਹੀਲ ਕਰਨਾ ਤਾਂ ਉਹ ਕਿੱਦਾਂ ਕਰਦੀ ਫਿਰ? ਮੇਰਾ ਯੂਜੂਅਲੀ ਯੂ ਸਪੈਂਡ ਟਾਈਮ ਆਈ ਗੈਸ ਵਿਦ ਡੌਗਸ, ਵਿਦ ਪੈਟਸ। ਮੈਂ ਆਪਣੀ ਫੈਮਿਲੀ 'ਚ ਮੈਂ ਮੈਨੂੰ ਨਾ ਗੱਲ ਕਰਨਾ ਪਸੰਦ ਹੈ ਆਪਣੀ ਮਮ ਨਾਲ ਬਹੁਤ ਜ਼ਿਆਦਾ। ਮੇਰੀ ਮੰਮਾ ਨਾ ਬਹੁਤ ਛੋਟੀ ਚੀਜ਼ਾਂ, ਮਤਲਬ ਤੁਸੀਂ ਮੰਨੋਗੇ ਵੀ ਨਹੀਂ, ਜੇ ਮੇਰਾ ਕੁਝ ਹੁਣੇ ਹੋਏਗਾ ਨਾ ਤਾਂ ਮੇਰੀ ਨੈਕਸਟ ਕਾਲ ਮੰਮਾ ਨੂੰ ਜਾਏਗੀ
ਕਿ ਮੰਮਾ ਆਹ ਹੋਇਆ ਹੈ। ਪਤਾ ਨਹੀਂ ਕਿਉਂ ਦੈਟਸ ਉਹੀ ਮੇਰੇ ਲਈ ਸਭ ਤੋਂ ਜ਼ਿਆਦਾ ਹੀਲਿੰਗ ਕਰਦਾ ਹੈ। ਦੂਜਾ ਮੈਨੂੰ ਆਪਣੀ ਨਾ ਫਿਟਨੈਸ ਤੇ ਕੰਮ ਕਰਨਾ ਬਹੁਤ ਪਸੰਦ ਹੈ। ਬਿਫੋਰ ਲੁਕਿੰਗ ਗੁੱਡ ਮੈਨੂੰ ਤਾਂ ਲੱਗਦਾ ਹੈ ਕਿ ਜਿਹੜੀ ਮੇਰੀ ਉਹ ਸੈਡਨੈਸ ਜਾਂ ਐਂਗਰ ਫਰਸਟ੍ਰੇਸ਼ਨ ਕੁਝ ਵੀ ਹੈ ਨਾ, ਆਈ ਨੀਡ ਟੂ ਚੈਨਲਾਈਜ਼ ਇਟ ਸਮਵੇਅਰ। ਜਾਂ ਤਾਂ ਮੈਂ ਘਰੇ ਬਹਿ ਕੇ ਪੂਰੇ ਦਿਨ ਬਹਿ ਜਾਂ ਬੈੱਡ ਤੇ ਹੈ ਨਾ, ਬੈਠੀ ਹੋਈ ਹਾਂ ਸੋਚੀ ਜਾਵਾਂ, ਐਂਡ ਆਈ ਡੂ ਦੈਟ ਐਂਡ ਆਈਵ ਸੀਨ ਦੈਟ ਇਟ ਹੈਜ਼ ਨੈਵਰ ਵਰਕਡ ਫॉर ਮੀ। ਮੈਂ ਹੋਰ ਸ਼ੈਲ ਦੇ ਵਿੱਚ ਚਲੇ ਜਾਂਦੀ ਹਾਂ, ਜਾਂ ਫਿਰ ਮੈਂ ਨਿਕਲ ਜਾਂਦੀ ਹਾਂ। ਮੈਨੂੰ ਨਹੀਂ ਵੀ ਕੰਮ ਹੋਏਗਾ ਨਾ, ਆਲ ਜਸਟ ਗੋ। ਮੈਂ ਚੰਡੀਗੜ੍ਹ ਚਲੇ ਜਾਂਦੀ ਹਾਂ, ਮੈਂ ਕੈਫੇ ਤੇ ਬਹਿ ਜਾਊਂਗੀ, ਆਲ ਸਟਾਰਟ ਵਰਕਿੰਗ, ਠੀਕ ਹੈ। I'll keep talking to my mom. I'll spend time with my dogs. ठीक है। मेरे दोस्त भी नहीं है, मेरा कोई दोस्त really? हाँ, मेरी ਇੱਕ friend ਹੈ। But ਤੁਹਾਡਾ social media sometime ਇਹ ਕਹਿੰਦਾ ਕਿ ਤੁਸੀਂ ਬਹੁਤ ਸਾਰੇ ਲੋਕਾਂ ਦੇ ਨਾਲ ਜਲਪ ਰਹਿੰਦੇ ਹੋ। So when I say I know people, I only know them, but they're not friends. I might know people. ਮੈਂ 600 ਬੰਦਿਆਂ ਨੂੰ follow ਕਰਦੀ ਹਾਂ, ਮੈਂ 600 ਬੰਦਿਆਂ ਨਾਲ ਦੋਸਤ ਨਹੀਂ ਹੈਗੀ। There's a difference between knowing people and being friends with them. That's all. No, you having fun with them and you spending some good quality time. ਕਿਹੜਾ quality time ਹੈ? ਤੁਹਾਡਾ ਫਨ ਦਿਖਦਾ ਸਾਨੂੰ ਸੋਸ਼ਲ ਮੀਡੀਆ ਪਰ, ਕਿਉਂ ਨਹੀਂ ਦਿਖਦਾ? ਫਿਰ ਉਹੀ ਹੈ ਨਾ, that's what I choose to show everybody. That's just that. ਨਹੀਂ, ਅਸੀਂ ਫਿਰ ਉਹਨਾਂ ਨੂੰ ਤੁਹਾਡੇ ਦੋਸਤ ਕੰਸੀਡਰ ਕਰੀਏ ਕਿ ਨਾ ਕਰੀਏ? ਦੇਖੋ ਮੇਰੀ ਦੋਸਤੀ ਪਤਾ ਕੀ ਹੈ, ਮੇਬੀ what is your definition? ਹਾਂ, I think maybe like ਉਹ ਬਹੁਤ ਲੱਗ ਗਿਆ ਤੁਹਾਡੇ ਲਈ ਡੈਫੀਨੇਸ਼ਨ। ਮੇਰੇ ਲਈ ਤਾਂ ਆਹ ਹੈ ਕਿ ਜਿੱਦਾਂ ਹੁਣ ਮੇਰੀ ਇੱਕ ਬੈਸਟ ਫਰੈਂਡ ਹੈ, ਰਾਈਟ, ਸ਼ੀ ਇਜ਼ ਮੈਰਿਡ ਨਾਓ। ਮੇਰੀ ਦੋਸਤੀ ਆਹ ਹੈ ਕਿ ਸ਼ੀ ਕਮਸ ਟੂ ਮਾਈ ਪਲੇਸ, ਅਸੀਂ ਜਿਹੜੀ ਚੀਜ਼ਾਂ ਬਾਰੇ ਆਲਰੇਡੀ 1000 ਵਾਰੀ ਗੱਲ ਕਰ ਚੁੱਕੇ ਆ ਨਾ, ਅਸੀਂ ਉਹ ਫਿਰ ਤੋਂ ਕਰਨੀ ਹੈ। ਅਸੀਂ ਸੇਮ ਚੀਜ਼ਾਂ ਬਾਰੇ ਗੱਲ ਕਰਨੀ ਹੈ। ਅਸੀਂ ਕੋਈ ਬਾਹਰ ਨਹੀਂ ਜਾਂਦੇ, ਨਾ ਸਾਨੂੰ ਬਾਹਰ ਜਾਣ ਦਾ ਸ਼ੌਂਕ ਹੈ, ਠੀਕ ਹੈ। ਅਸੀਂ ਘਰੇ ਬਹਿੰਦੇ ਹਾਂ, ਅਸੀਂ ਚਿੱਲ ਕਰਦੇ ਹਾਂ, ਅਸੀਂ ਫੂਡ ਆਰਡਰ ਕਰਦੇ ਹਾਂ, ਯੂ ਨੋ, ਵੀ ਟਾਕ ਅ ਲੋਟ, ਅਸੀਂ ਬਸ ਗੱਲਾਂ ਮਾਰਦੇ ਹਾਂ। ਐਂਡ ਦੇयर ਇਜ਼ ਸੋ ਮਚ ਟਰਾਂਸਪੇਰੈਂਸੀ, ਯੂ ਨੋ, ਨੋ ਜਜਮੈਂਟਸ। ਜਿੱਥੇ ਮੈਂ ਜੇ ਹੁਣ ਤੁਸੀਂ ਕਹਿ ਰਹੇ ਹੋ ਨਾ ਕਿ ਆਪਾਂ ਫਨ, ਮੈਨੂੰ ਜਿੱਥੇ ਆ ਵੀ ਲੱਗਿਆ ਨਾ ਕਿ ਯਾਰ ਮੈਨੂੰ ਥੋੜਾ ਜਿਹਾ ਵੀ ਐਫਰਟ ਪਾਉਣਾ ਪੈ ਗਿਆ ਕਿ ਯਾਰ ਸ਼ਾਇਦ ਮੈਂ ਇੱਥੇ ਇੱਦਾਂ ਡਰੈਸਅਪ ਹੋ ਕੇ ਨਹੀਂ ਜਾ ਸਕਦੀ, ਯੂ ਨੋ, ਲਾਈਕ ਆਈ ਹੈਵ ਟੂ ਬੀ ਅਪਟਾਈਟ ਇੱਥੇ, ਫਿਰ ਉਹ ਦਿਖਾਵੇ ਵਾਲਾ ਹੈ ਸਾਰਾ ਕੁਛ। ਲਾਈਕ ਉੱਥੇ ਜਾ ਕੇ ਨਾ ਦੈਨ ਆਈ ਹੈਵ ਟੂ ਬੀ ਅ ਸਰਟਨ ਵੇ, ਐਂਡ ਆਮ ਨੋਟ ਸੇਇੰਗ ਦੈਟਸ ਰੋਂਗ, ਬਟ ਦੈਟਸ ਨੋਟ ਮਾਈ ਫਰੈਂਡ ਸਰਕਲ. I meet people, obviously. I have fun with them. But that's not the definition I have for friendship. ਮੇਰੇ ਲਈ friendship ਇੱਦਾਂ ਦੀ ਹੈ ਕਿ ਯਾਰ it's just like family. ਜਿੱਦਾਂ ਆਪਾਂ family ਨਾਲ ਹੁੰਦੇ ਆ ਨਾ, a friend is something ਕਿ ਜਿਹਨੂੰ ਤੁਹਾਡਾ in and out ਸਭ ਪਤਾ ਹੁੰਦਾ। ਕਈ ਵਾਰੀ ਮੇਰੀ ਮੰਮੀ ਨੂੰ ਨਹੀਂ ਜਿਹੜੀ ਚੀਜ਼ ਪਤਾ ਉਹਨੂੰ ਪਤਾ ਹੋਏਗੀ, you know, that's like, and there's no judgment then. ਉਹ ਚੀਜ਼ ਮੈਨੂੰ ਹੁਣ ਮੈਂ ਕਿਸੇ ਗਰੁੱਪ ਦੇ ਵਿੱਚ ਜਾ ਕੇ ਮੈਂ ਆਪਣੇ ਚਿੱਠੇ ਤਾਂ ਨਹੀਂ ਖੋਲ ਸਕਦੀ ਨਾ, I'm not that comfortable, ਤਾਂ ਉਹ friendship ਹੈਗੀ ਹੀ ਨਹੀਂ ਫਿਰ। Yeah, that's just I know them. And yeah, they're good people. ਉਹ ਚਿੱਠੇ ਸਿਰਫ ਮਦਰ ਦੇ ਨਾਲ ਖੋਲੇ ਜਾਂਦੇ ਨੇ? ਮਦਰ ਐਂਡ ਉਹ ਸਾਰੇ ਚਿੱਠੇ ਮੰਮਾ ਨੂੰ। What is Chandigarh for you? Chandigarh is ਸਕੂਨ and then very homely, very warm, yes, and very disciplined for me. ਕਿੱਥੇ ਟਾਈਮ ਸਪੈਂਡ ਕਰਨਾ ਤੁਹਾਨੂੰ ਵਧੀਆ ਲੱਗਦਾ ਚੰਡੀਗੜ੍ਹ ਦੇ ਵਿੱਚ, when you are alone and when you are on drive? ਵੈਸੇ ਮੈਂ ਚੰਡੀਗੜ੍ਹ ਸਿਰਫ I think ਜੇ ਘੁੰਮਣ ਲਈ ਕਹੋ ਤਾਂ 10 ਸੈਕਟਰ ਮੈਂ if I go and eat somewhere, so 10 ਸੈਕਟਰ ਹੋ ਗਿਆ, ਉੱਥੇ ਮੈਂ ਕਾਫੀ ਗਈ ਹਾਂ। then ਚੰਡੀਗੜ੍ਹ I love shopping, ਤਾਂ ਐਲਾਂਟੇ ਬਹੁਤ ਚੱਕਰ ਲੱਗਦੇ ਮੇਰੇ। then ਹਾਂ ਆਹੀ ਹੈ। ਚੰਡੀਗੜ੍ਹ ਇੱਕ ਤਾਂ ਇੰਨੀ ਵੱਡੀ ਸਿਟੀ ਵੀ ਨਹੀਂ ਹੈ ਨਾ ਕਿ ਮੈਂ ਕੀ ਬੋਲਾਂਗੀ ਕਿੱਥੇ। ਪਰ ਚੰਡੀਗੜ੍ਹ ਦੇ ਨਾਲ ਪਿਆਰ ਹੋ ਜਾਂਦਾ ਨਾ। ਹਾਂ, ਕਿਉਂਕਿ ਨਾ ਅਲੱਗ ਜਿਹਾ ਸਕੂਨ ਹੈ ਚੰਡੀਗੜ੍ਹ ਦੇ ਵਿੱਚ। ਕੋਈ ਨਵਾਂ ਬੰਦਾ ਵੀ ਅਗਰ ਚੰਡੀਗੜ੍ਹ ਦੇ ਵਿੱਚ ਐਂਟਰ ਕਰ ਰਿਹਾ ਤਾਂ ਉਹਨੂੰ ਚੰਡੀਗੜ੍ਹ ਦੇ ਨਾਲ ਮੁਹੱਬਤ, ਪਿਆਰ, ਇਸ਼ਕ ਸਭ ਹੋ ਜਾਏਗਾ। ਅੱਜ ਤੱਕ ਮੈਂ ਜਦੋਂ ਵੀ ਬੰਬੇ ਜਾਂਦੀ ਹਾਂ ਨਾ, ਤੇ ਜਿੰਨੇ ਵੀ ਬੰਦੇ ਜਦੋਂ ਮੈਂ ਦੱਸਦੀ ਚੰਡੀਗੜ੍ਹ ਤੋਂ, ਉਹਨਾਂ ਨੂੰ ਚੰਡੀਗੜ੍ਹ ਇੰਨਾ ਪਸੰਦ ਹੈ ਨਾ, ਨਾਟ ਈਵਨ ਅ ਸਿੰਗਲ ਪਰਸਨ ਆਈਵ ਹਰਡ ਹੂ ਹੈਜ਼ ਸੈਡ ਕਿ ਨਾ ਚੰਡੀਗੜ੍ਹ ਇਜ਼ ਨਾਲ, ਸਾਰਿਆਂ ਨੂੰ ਚੰਡੀਗੜ੍ਹ ਨਾਲ ਮੁਹੱਬਤ ਹੋਈ ਹੈ। ਜਦੋਂ ਵੀਰਾ ਦੇ ਮਾਈਂਡ ਦੇ ਵਿੱਚ ਸੀਗਾ ਕਿ ਉਹਨੇ ਗਾਇਨੀ ਬਣਨਾ, ਉਹਦਾ ਮਾਈਂਡ ਚੇਂਜ ਹੁੰਦਾ ਹੈ, ਉਹ ਚੂਜ਼ ਕਰਦੀ ਹੈ ਫੈਸ਼ਨ ਡਿਜ਼ਾਈਨਿੰਗ। ਫੈਸ਼ਨ ਡਿਜ਼ਾਈਨਿੰਗ ਤੋਂ ਬਾਅਦ ਇੱਕ ਵਾਰੀ ਸਬਬ ਬਣਦਾ ਹੈ ਸ਼ੀ ਇਜ਼ ਇਨਟੂ ਮਾਡਲਿੰਗ, ਹੈ ਨਾ, ਗਾਣੇ ਗੁਣੇ ਕਰ ਰਹੀ ਸਾਰਾ। ਪਰ ਇਹ ਕਦੋਂ ਡਿਸਾਈਡ ਕੀਤਾ ਸੀ ਵੀਰਾ ਨੇ ਕਿ ਨਾਓ ਇਜ਼ ਅ ਟਾਈਮ ਕਿ ਹੁਣ ਮੈਂ ਐਕਟਿੰਗ ਵਾਲੇ ਪਾਸੇ ਜਾਣਾ, ਕਿ ਮੈਂ ਐਕਟਿੰਗ ਕਰੂੰਗੀ? ਨੋ ਡਾਊਟ ਗਾਣਿਆਂ ਦੇ ਵਿੱਚ ਵੀ ਤੁਹਾਨੂੰ ਐਕਟ ਕਰਨਾ ਪੈਂਦਾ, ਇਮੋਸ਼ਨ ਦਿਖਾਉਣੇ ਪੈਂਦੇ ਆ। ਹਾਂ, ਬਟ ਲਾਈਕ ਇਟਸ ਨਾਟ ਟੂ ਦੈਟ, ਬਟ ਯੂ ਡੋਨਟ ਹੈਵ ਡਾਇਲੌਗਸ। ਤਾਂ ਡਾਇਲੌਗਸ ਤੁਹਾਨੂੰ ਵੱਡੇ ਡਾਇਲੌਗਸ ਤਾਂ ਮੂਵੀਜ਼ ਦੇ ਵਿੱਚ ਹੀ ਮਿਲਦੇ ਆ। ਤਾਂ ਉਹ ਕਦੋਂ ਡਿਸਾਈਡ ਕਰ ਲਿਆ ਸੀਗਾ ਕਿ ਨਾਓ ਇਜ਼ ਅ ਟਾਈਮ ਕਿ ਹੁਣ ਮੈਂ ਜਿਹੜਾ ਆਪਣਾ ਫੋਕਸ ਆ ਉਹ ਐਕਟਿੰਗ ਵਾਲੇ ਪਾਸੇ ਜ਼ਿਆਦਾ ਕਰੂੰਗੀ? ਮੈਨੂੰ ਸੀਗਾ ਤਾਂ ਸ਼ੁਰੂ ਤੋਂ ਤਾਂ ਨਹੀਂ ਸੀਗਾ ਚਲੋ, ਬਟ ਲਾਈਕ ਆਈ ਥਿੰਕ ਆਫਟਰ ਆਈ ਸਟਾਰਟਡ
ਪਹਿਲਾਂ ਤਾਂ ਮੈਂ ਸਿਰਫ ਦੇਖ ਹੀ ਰਹੀ ਸੀ ਕਿ ਯਾਰ ਕਿੱਦਾਂ ਦੀ ਲਾਈਨ ਹੈ ਨਾ, ਕੀ ਚੱਲ ਰਿਹਾ ਹੈ, ਇਟਸ ਫਨ ਇਹ ਉਹ, ਬਟ ਦੈਨ ਮੇਰਾ ਆਈ ਥਿੰਕ 2 ਸਾਲ ਬਾਅਦ ਇੱਦਾਂ ਹੀ ਸੀਗਾ ਕਿ ਯਾਰ ਆਈ ਵਾਂਟ ਟੂ ਡੂ ਮੂਵੀਜ਼, ਮੈਨੂੰ ਮੂਵੀਜ਼ ਹੀ ਕਰਨੀਆਂ ਪਸੰਦ ਨੇ, ਬਟ ਦੈਨ ਆਈ ਡਿਡਨਟ। ਹੁਣ ਪਤਾ ਕਿੰਨਾ ਪ੍ਰੈਸ਼ਰ ਹੁੰਦਾ, ਮੈਨੂੰ ਇੱਕ ਗੱਲ ਯਾਦ ਆਈ ਕਿ ਹੁਣ ਮੈਨੂੰ 8 ਸਾਲ ਹੋ ਗਏ ਇੰਡਸਟਰੀ 'ਚ ਜੀ, ਐਂਡ ਦੇयर ਵਾਸ ਇੰਨਾ ਪ੍ਰੈਸ਼ਰ ਹੁੰਦਾ ਇੱਕ ਆਰਟਿਸਟ 'ਤੇ ਕਿ ਯਾਰ ਤੁਸੀਂ ਕੀ ਕਰ ਰਹੇ ਹੋ ਨੈਕਸਟ, ਵਾਟਸ ਬਿਗ ਦੈਟ ਯੂ ਆਰ ਡੂਇੰਗ। ਉਹਦਾ ਜਵਾਬ ਦੇਣਾ ਔਖਾ ਲੱਗ ਜਾਂਦਾ। ਪਰ ਮੈਂ ਤਾਂ ਕਦੇ ਵੀ ਨਹੀਂ ਲਾਈਕ ਮੈਂ ਇਹ ਸਹੀ ਸਵਾਲ ਹੈ, ਗਲਤ ਸਵਾਲ ਹੈ ਕਿ ਅਗਰ ਤੁਹਾਨੂੰ ਕੋਈ ਆ ਕੇ ਪੁੱਛਦਾ ਕਿ ਵਾਟਸ ਨੈਕਸਟ, ਕੀ ਚੱਲ ਰਿਹਾ ਹੈ, that is good ਕਿਉਂਕਿ ਆਈ ਰਿਮੈਂਬਰ ਜਦੋਂ ਤੁਸੀਂ ਐਂਟਰ ਕੀਤੇ ਮਾਈ ਸੈਕੰਡ ਕੁਐਸਚਨ ਵਾਸ ਕਿ ਅਵੀਰਾ ਕੀ ਚੱਲ ਰਿਹਾ, ਵਾਟ ਇਜ਼ ਦ ਨੈਕਸਟ, ਹੈ ਨਾ। yeah ਸੋ ਆਈ ਆਲਸੋ ਵਾਂਟ ਟੂ ਕਰੈਕਟ ਮਾਈਸੈਲਫ ਕਿ ਅਗਰ ਉਹ ਚੀਜ਼ ਚੰਗੀ ਨਹੀਂ ਆ ਤਾਂ ਮੈਂ ਆਪਣੇ ਅੰਦਰੋਂ ਚੇਂਜ ਲਿਆਵਾਂ। ਯਾਰ ਮੈਨੂੰ ਪਤਾ ਕੀ ਲੱਗਦਾ ਹੈ ਕਿ ਆਰਟਿਸਟ ਤਾਂ ਬੜੇ ਅੰਡਰ ਪ੍ਰੈਸ਼ਰ ਰਹਿੰਦਾ ਕੁਐਸਚਨ ਨਾਲ ਕਿ ਯਾਰ ਕੀ ਆ ਰਿਹਾ ਜੇ ਕਿਸੇ ਕੋ ਨਹੀਂ ਹੈਗਾ ਕੁਝ, ਐਂਡ ਦੈਨ ਆਈ ਫੀਲ ਟੂ ਅ ਸਰਟਨ ਪੁਆਇੰਟ ਨਾਟ ਐਵਰੀਬਡੀ ਇਜ਼ ਗੋਨਾ ਬੀ ਓਨੈਸਟ ਕਿ ਯਾਰ ਹਲੇ ਕੁਝ ਨਹੀਂ ਕਰ ਰਿਹਾ ਮੈਂ, ਲਾਈਕ ਆਮ ਜਸਟ ਟੇਕ, ਬਟ ਮੈਂ ਨਾ ਹਮੇਸ਼ਾ ਬਹੁਤ ਸਿੱਧੀ ਗੱਲ ਕਹੀ ਹੈ ਕਿ ਯਾਰ ਆਮ ਜਸਟ ਟੇਕਿੰਗ ਮਾਈ ਟਾਈਮ, ਐਂਡ ਵਿਚ ਇਜ਼ ਟਰੂ। ਮੈਨੂੰ ਇਨ 8 ਸਾਲ ਦੇ ਟੈਨਿਓਰ ਦੇ ਵਿੱਚ ਮੈਨੂੰ ਬਹੁਤ ਪ੍ਰੋਜੈਕਟਸ ਆਫਰ ਵੀ ਹੋਏ, ਬਟ ਇਟਸ ਜਸਟ ਦੈਟ ਕਿ ਮੈਨੂੰ ਆਪਣੇ ਲਈ ਸਹੀ ਨਹੀਂ ਲੱਗੇ, ਠੀਕ ਹੈ, ਐਂਡ ਦੇयर ਇਜ਼ ਨਥਿੰਗ ਰੋਂਗ ਇਨ ਦੈਟ। ਕਿਉਂਕਿ ਜਦੋਂ ਤੁਸੀਂ ਕੁਝ ਵੀ ਕਰਦੇ ਹੋ, ਹੁਣ ਇੱਕ ਨਾਰਮਲ 9 to 5 ਜੌਬ ਲਈ ਵੀ ਜੇ ਤੁਸੀਂ ਜਾਓਗੇ ਜਾਂ ਤੁਸੀਂ ਕੋਈ ਕਰੀਅਰ ਆਪਸ਼ਨ ਚੂਜ਼ ਕਰੋਗੇ ਤਾਂ ਸਭ ਤੋਂ ਬੈਸਟ ਹੀ ਚੂਜ਼ ਕਰੋਗੇ ਨਾ ਆਪਣੇ ਲਈ, ਯੂ ਆਰ ਨਾਟ ਗੋਇੰ ਟੂ ਸੈਟਲ ਫॉर ਲੈਸ। ਸੋ ਵਾਈ ਵੁੱਡ ਆਈ ਸੈਟਲ ਫॉर ਲੈਸ ਨੋਇੰਗ ਦੈਟ ਕਿ ਜੇ ਮੈਂ ਇੱਕ ਪ੍ਰੋਜੈਕਟ ਇੱਦਾਂ ਕੀਤਾ ਤਾਂ ਮੈਨੂੰ ਅੱਗੇ ਪ੍ਰੋਜੈਕਟਸ ਵੀ ਇੱਦਾਂ ਦੇ ਆਣੇ ਹੈ, ਰਾਈਟ। ਸੋ ਆਈ ਹੈਵ ਬੀਨ ਵੈਰੀ ਸਿਲੈਕਟਿਵ ਇਨ ਦੈਟ ਮੈਨਰ ਆਲਸੋ, ਤਾਂ ਹੀ ਮੈਂ ਮਤਲਬ ਇੰਨੀ ਦੇਰ ਬਾਅਦ ਜਾ ਕੇ ਕਿਤੇ ਡੈਬਿਊ ਕੀਤਾ ਹੈ, ਬਿਕਾਜ਼ ਆਈਵ ਟੇਕਨ ਮਾਈ ਟਾਈਮ, ਆਈ ਹੈਵ learned about my craft. I don't do movies just for the sake of doing a movie कि movie is a big thing. I don't do that. ਮੈਨੂੰ ਹਮੇਸ਼ਾ ਇਦਾਂ ਹੁੰਦਾ ਹੈ ਕਿ ਯਾਰ ਕੋਈ ਚੀਜ਼ ਤੁਹਾਡੇ ਕੋਲ ਆਈ ਹੈ, ਕੋਈ opportunity ਤੁਹਾਡੇ ਕੋਲ ਆਈ ਹੈ, you get into it and see how it's going to benefit you, and there should be something for you to do in it. ਇਦਾਂ ਨਹੀਂ ਕਿ ਬਸ ਮੂਵੀ ਆ ਗਈ ਤਾਂ ਕੁਝ ਵੀ ਕਰ ਲਿਆ। Modeling and acting is the first job for you? Yeah, obviously. ਉਸ ਤੋਂ ਪਹਿਲਾਂ ਕੋਈ ਜੌਬ ਤਾਂ ਨਹੀਂ ਕੀਤੀ, ਇਹੋ ਪਹਿਲੀ ਜੌਬ ਸੀ ਤੁਹਾਡੀ? ਨਹੀਂ ਜੌਬ, ਹਾਂ I started working when I was 17 17 ਦੀ ਸੀਗੀ ਮੈਂ, ਉਹ ਐਕਚੁਅਲੀ 10 ਸਾਲ ਹੋ ਗਏ ਮੈਨੂੰ, ਨਾਟ 10 ਸਾਲ ਹੋ ਗਏ ਉਹਨੂੰ। ਸੋ ਨਾ ਤੁਸੀਂ ਡਿਸਕਲੋਜ਼ ਵੀ ਕਰਤਾ ਕਿ ਯੂ ਆਰ 27 ਇਅਰਸ 올ਡ। ਹਾਂ ਓਪਨਲੀ, ਮੈਂ ਤਾਂ ਪਹਿਲਾਂ ਹੀ ਆਂਦੇ ਕਹਿਤਾ ਸੀ ਮੈਂ ਤਾਂ 27 ਸਾਲਾਂ ਦੀ ਹਾਂ। ਤੋ ਤੁਸੀਂ ਮੂਵੀ ਖਤਮ ਕੀਤੀ ਸੀਗੀ ਹਾਈ ਨੀ ਮੇਰੀ ਮੋਟੋ ਵਿਦ ਮੈਂਡੀ ਤੱਕਰ ਐਂਡ ਆਈ ਗੈਸ ਗੁਰਨਾਮ ਭੁੱਲਰ, ਹਨਾ, ਉਹ ਹਜੇ ਰਿਲੀਜ਼ ਹੋਣੀ ਆ, ਐਂਡ ਉਹ ਰਿਲੀਜ਼ ਹੋਣ ਤੋਂ ਪਹਿਲਾਂ ਤੁਸੀਂ ਇੱਕ ਹੋਰ ਪ੍ਰੋਜੈਕਟ ਖਤਮ ਕੀਤਾ ਹੈ ਵਿਚ ਇਜ਼ ਅ ਹਿੰਦੀ ਵੈਬ ਸੀਰੀਜ਼, ਤਾਂ ਉਹ ਨੈਟਫਲਿਕਸ ਤੇ ਰਿਲੀਜ਼ ਹੋਊਗਾ। ਉਹਦੇ ਬਾਰੇ ਤੁਸੀਂ ਕੁਝ ਸ਼ੇਅਰ ਕਰਨਾ ਚਾਹੋਗੇ ਅਗਰ ਤੁਹਾਡੇ ਕੋਲੋਂ? ਬਹੁਤ ਜ਼ਿਆਦਾ ਨਹੀਂ ਕਰ ਸਕਦੀ, ਬਹੁਤ ਜ਼ਿਆਦਾ ਤਾਂ ਨਹੀਂ ਕਰ ਸਕਦੀ, ਬਟ ਉਹ ਜਿੰਨਾ ਉਹਨਾਂ ਨੇ ਵੀ ਸ਼ੇਅਰ ਕੀਤਾ ਹੈ ਸਟਾਰ ਕਾਸਟ, ਜਿਵੇਂ ਉਹਨਾਂ ਨੇ ਸ਼ੇਅਰ ਕੀਤੀ ਹੈ ਸੁਨੀਲ ਸ਼ੈਟੀ ਸਰ, ਰਾਜਪਾਲ ਯਾਦਵ, ਵਿਜੇ ਰਾਜ, ਸਨੀ ਲਿਓਨੀ ਇਜ਼ ਇਨ ਇਟ, ਦੈਨ ਪ੍ਰਦੀਪ ਨਾਗਰ ਇਜ਼ ਇਨ ਇਟ, ਸੋ ਇਟਸ ਅ ਗੁੱਡ ਪ੍ਰੋਜੈਕਟ। ਐਂਡ ਉਤੋਂ ਵੀ ਇੱਕ ਜਿਹੜੀ ਚੀਜ਼ ਸਭ ਤੋਂ ਅਲੱਗ ਹੈ ਕਿ ਦੇयर ਇਜ਼ ਸਮਥਿੰਗ ਫॉर ਮੀ ਟੂ ਡੂ ਇਨ ਇਟ, ਯੂ ਨੋ, ਆਈ ਨੋ ਦੈਟ ਕੁਛ ਤਾਂ ਚੇਂਜ ਮਤਲਬ ਓਬਵੀਅਸਲੀ ਮੈਂ ਲੈ ਕੇ ਆਈ ਹਾਂ ਆਪਣੇ ਲਈ, ਐਂਡ ਫॉर ਈਵਨ ਪੀਪਲ, ਲੋਕਾਂ ਨੇ ਮੈਨੂੰ ਬਹੁਤ ਇੱਕ ਸਰਟਨ ਵੇ ਨਾਲ ਦੇਖਿਆ ਹੈ ਹੁਣ ਤੱਕ, ਸੋ ਆਈ ਐਮ ਸ਼ੋਰ ਜਦੋਂ ਮੈਨੂੰ ਕੁਛ ਕਰਦੇ ਹੋਏ ਦੇਖਣਗੇ, ਯੂ ਨੋ, ਔਨ ਸਕਰੀਨ ਲਾਈਕ ਇਨ ਐਕਟਿੰਗ ਦੇ ਵਿੱਚ, ਯੂ ਨੋ, ਇੱਕ ਵੈਬ ਸੀਰੀਜ਼ ਦੇ ਵਿੱਚ, ਸੋ ਉਹਨਾਂ ਨੂੰ ਵੀ ਕੁਛ ਡਿਫਰੈਂਟ ਦੇਖਣ ਨੂੰ ਮਿਲੇਗਾ। ਕਿਸ ਤਰੀਕੇ ਦਾ ਕੈਰੈਕਟਰ ਅਵੀਰਾ ਵੈਸੇ ਕਰਨਾ ਚਾਹੁੰਦੀ ਹੈ? ਕਿਉਂਕਿ ਮੈਨੂੰ ਜਿਹੜੀ ਤੁਹਾਡੀ ਪਰਸਨੈਲਿਟੀ ਇੱਕ ਨਜ਼ਰ ਆਉਂਦੀ ਹੈ ਕਿ ਤੁਹਾਨੂੰ ਅਗਰ ਕਿਸੇ ਸਪੈਸ਼ਲ ਟਾਸਕ ਫੋਰਸ ਦੀ ਲੀਡਰ ਬਣਾਇਆ ਜਾਵੇ ਜਾਂ ਕੋਈ ਕੌਪ ਦਾ ਕੈਰੈਕਟਰ ਦਿੱਤਾ ਜਾਵੇ, ਉਹ ਤੁਹਾਡੇ ਤੋਂ ਬਹੁਤ ਸੂਟ ਕਰੂਗਾ। ਦੈਟਸ ਸਮਥਿੰਗ ਆਈ ਰੀਅਲੀ ਵਾਂਟ ਟੂ ਡੂ। ਮੈਨੂੰ ਐਕਸ਼ਨ, ਆਈ ਵੁੱਡ ਲਵ ਟੂ ਡੂ ਐਨ ਐਕਸ਼ਨ ਮੂਵੀ ਜਿਸ 'ਚ ਫੁੱਲ ਫਲੈਜਡ ਐਕਸ਼ਨ ਹੋਏ, ਠੀਕ ਹੈ, ਯੈਸ, ਸਮਥਿੰਗ ਵਾਟ ਯੂ ਸੈਡ, ਉਹ ਚੀਜ਼ ਹੋਏ, ਐਂਡ ਆਈ ਵਾਂਟ ਕਿ ਮੇਰੇ ਨਾ ਕੈਰੈਕਟਰ ਦੇ ਵਿੱਚ ਕੋਈ ਗ੍ਰਾਫ ਹੋਏ, ਯੂ ਨੋ, ਕਿ ਉਹ ਇੱਦਾਂ ਦਾ ਕੈਰੈਕਟਰ ਹੋਏ ਕਿ ਬਈ ਬੰਦਾ ਬੋਲੇ ਕਿ ਯਾਰ ਚਾਹੇ ਮੈਂ 10 ਮਿੰਟ ਲਈ ਸਕਰੀਨ ਤੇ ਆਵਾਂ ਤੇ ਉਹ ਇੱਦਾਂ ਦਾ ਹੋਏ ਕਿ ਯਾਰ ਆਹ ਕੈਰੈਕਟਰ ਦਾ ਔਰਾ ਬਹੁਤ ਸਟਰੋਂਗ ਸੀਗਾ, ਸ਼ੀ ਡਿਡ ਅ ਗ੍ਰੇਟ ਜੌਬ ਇਨ ਦੈਟ, ਕਿ ਉਹ ਬਦਲ ਗਈ, ਲਾਈਕ ਦੈਟ ਸ਼ੀ ਬ੍ਰੌਟ ਅ ਟਵਿਸਟ ਵਿਦ ਹਰ, ਕਿ ਕੁਛ ਇੱਦਾਂ ਦਾ ਚੀਜ਼ ਲਾਈਕ ਇੰਪੈਕਟਫੁਲ ਹੋਣਾ ਚਾਹੀਦਾ ਤੁਹਾਡਾ ਕੈਰੈਕਟਰ, ਦੈਟਸ ਆਲ। ਪੰਜਾਬੀ ਮੂਵੀ ਮੇਕਰਸ ਵੱਲੋਂ ਤੁਹਾਨੂੰ ਅਪਰੋਚ ਕੀਤਾ ਜਾ ਰਿਹਾ ਹੁਣ ਕਰੰਟਲੀ? ਹਾਂ, ਮਤਲਬ ਸਟਾਰਟਿੰਗ ਤੋਂ ਹੀ ਵੈਸੇ ਤਾਂ, ਬਟ ਫॉर ਐਕਟਿੰਗ, ਹਾਂ ਫॉर ਐਕਟਿੰਗ, ਪਰ ਮੈਨੂੰ ਪਤਾ ਕੀ, ਮੈਨੂੰ ਇਦਾਂ ਲੱਗਦਾ ਹੈ ਕਿ ਦ ਵੇ ਆਈ ਲੁੱਕ, ਉਹ ਉੱਦਾਂ ਦੇ ਹੀ ਕੈਰੈਕਟਰਸ ਆਉਂਦੇ ਮੈਨੂੰ ਯੂਜੂਅਲੀ ਪੰਜਾਬੀ NRIs, ਪੰਜਾਬੀ NRI ਕੁੜੀ, ਬਿਕਾਜ਼ ਆਬਵੀਅਸਲੀ ਮੇਰੀ ਪੰਜਾਬੀ ਬਹੁਤ ਹੇਟ ਵੀ ਨਹੀਂ ਹੈਗੀ, ਤਾਂ ਪਰ ਤੁਸੀਂ ਵਧੀਆ ਪੰਜਾਬੀ ਬੋਲਦੇ ਹੋ। ਹਾਂ ਬੋਲਦੀ ਹਾਂ, ਬਟ ਦੈਨ ਮੈਨੂੰ
ਯੂਜੂਅਲੀ ਪੰਜਾਬੀ NRI ਕੁੜੀ ਜਾਂ ਇਦਾਂ ਦੇ ਆਉਂਦੇ ਆ, ਦੈਨ ਫਿਰ ਮੈਨੂੰ ਲੱਗਦਾ ਕਿ ਯਾਰ ਮੈਂ ਆਲ ਹੈਪੀਲੀ ਡੂ ਇਟ, ਬਟ ਦੈਨ ਹਾਊ ਇਟਸ ਗੋਨਾ ਬੈਨੀਫਿਟ ਮੀ? ਤੁਹਾਡੀ ਮੂਵੀ 'ਚ ਜਾਂ ਮੇਬੀ ਇਟ ਵੁੱਡ ਵਰਕ, ਬਟ ਦੈਨ ਇਟਸ ਨਾਟ ਬੈਨੀਫਿਸ਼ੀਅਲ ਫॉर ਮੀ। ਹਾਂ, ਜਾਂ ਉਸ ਕੈਰੈਕਟਰ ਨੂੰ ਲਿਖਿਆ ਹੀ ਇਦਾਂ ਦਾ ਹੈ, ਪੰਜਾਬੀ NRI ਕੁੜੀ ਕੋਈ ਪ੍ਰੋਬਲਮ ਨਹੀਂ ਹੈ, ਪਰ ਉਹ ਲਿਖਿਆ ਜਾਂ ਤਾਂ ਵਧੀਆ ਹੋਏ ਕੈਰੈਕਟਰ, ਉਹ ਮੈਨੂੰ ਇੰਟਰਸਟ ਹੀ ਨਹੀਂ ਕਰ ਰਿਹਾ। ਤੁਹਾਨੂੰ ਲੱਗਦਾ ਪੰਜਾਬੀ ਫਿਲਮਸ ਦੇ ਵਿੱਚ ਕੁੜੀਆਂ ਲਈ ਸਪੈਸ਼ਲੀ ਕੈਰੈਕਟਰਸ ਲਿਖੇ ਜਾਂਦੇ ਨੇ? ਹੁਣ ਤਾਂ ਲਿਖੇ ਜਾ ਰਹੇ ਨੇ, ਬਹੁਤ ਵਧੀਆ ਹੁਣ ਲਿਖੇ ਜਾ ਰਹੇ ਨੇ। ਪਹਿਲਾਂ ਵੀ ਆਈ ਫੀਲ, ਹਾਂ ਪਹਿਲਾਂ ਇੰਨਾ ਨਹੀਂ ਸੀਗਾ, ਪਰ ਹੁਣ ਆਈ ਫੀਲ ਲਿਖੇ ਜਾ ਰਹੇ, ਜਿੱਦਾਂ ਨੀਰੂ ਬਾਜਵਾ ਮੈਮ ਦੀ ਮੂਵੀਜ਼, ਸੋਨਮ ਬਾਜਵਾ ਦੀ ਇੰਨੀ ਵਧੀਆ, ਸਰਗੁਣ ਦੀ ਇੰਨੀ ਵਧੀਆ, ਰੱਬ ਦਾ ਰੇਡੀਓ ਚ। ਬਟ ਇਹ ਉਹਨਾਂ ਆਰਟਿਸਟਾਂ ਦੇ ਲਈ ਹੋ ਰਿਹਾ ਜਿਹੜੇ ਆਲਰੇਡੀ ਐਜ਼ ਏ ਐਸਟੈਬਲਿਸ਼ਡ ਨੇ, ਵੱਡੀਆਂ ਫਿਲਮਾਂ ਲੀਡ ਦੇ ਲਈ। ਲੀਡ ਤੋਂ ਇਲਾਵਾ ਨਹੀਂ, ਲੀਡ 'ਚ ਵੀ ਕਈ ਕੁੜੀਆਂ ਡੈਬਿਊ ਕਰਦੀਆਂ ਨੇ, ਪਰ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦਾ ਇੰਨਾ ਸਟਰੋਂਗਲੀ ਕੈਰੈਕਟਰ ਲਿਖਿਆ ਜਾਂਦਾ ਹੈ। ਆਈ ਰਿਮੈਂਬਰ ਕਿ ਮੈਂ ਸਾਰਾ ਗੁਰਪਾਲ ਦਾ ਇੱਕ ਇੰਟਰਵਿਊ ਕਰ ਰਿਹਾ ਸੀਗਾ, ਔਰ ਇਹਨਾਂ ਨੇ ਮੈਨੂੰ ਕਿਹਾ, ਬਹੁਤ ਬੋਲਡ ਸਟੇਟਮੈਂਟ ਸੀ ਕਿ ਗਾਣਿਆਂ ਦੇ ਵਿੱਚ ਵੀ ਐਂਡ ਫਿਲਮਸ ਦੇ ਵਿੱਚ ਵੀ ਫੀਮੇਲਸ ਨੂੰ ਜਸਟ ਐਜ਼ ਏ ornament ਯੂਜ਼ ਕੀਤਾ ਜਾਂਦਾ ਹੈ। ਹਾਂ, 2 ਪੁਆਇੰਟ ਤਾਂ ਕਰਦੇ ਨੇ, that's true। Do you also agree on that? Yes, ਮੈਂ ਉਹੀ ਕਹਿ ਰਹੀ ਹਾਂ ਕਿ to a point ਤਾਂ I also agree ਕਿ ਇੰਨਾ ਐਫਰਟ ਤਾਂ ਨਹੀਂ, ਮੈਨੂੰ ਨਹੀਂ ਲੱਗਦਾ ਇੰਨਾ ਜ਼ਿਆਦਾ ਐਫਰਟ ਪੈਂਦਾ ਹੈ to write a girl's character in the movie, but there have been some projects, now again you're right, ਉਹ leads ਦੇ ਵਿੱਚ ਸੀਗੇ। I feel ਕਿ ਜਿਹੜੇ ਅਦਰ ਉਹ ਨੇ, ਮੈਨੂੰ ਤਾਂ ਲੱਗਦਾ ਕਿ ਸਿਰਫ ਮੇਲ ਐਂਡ ਫੀਮੇਲ ਲੀਡ ਤੇ ਨਹੀਂ ਮੂਵੀ ਚੱਲਣੀ ਚਾਹੀਦੀ, ਯੂ نو देयर ਸਪੋਰਟਿੰਗ ਕਾਸਟ, ਉਹਨਾਂ ਦਾ ਵੀ ਕੁਛ ਨਾ ਕੁਛ ਇੰਪੈਕਟ ਹੋਣਾ ਚਾਹੀਦਾ ਹੈ। no doubt, ਐਂਡ ਆਈ ਵੁੱਡ ਜਸਟ ਫੀਲ ਕਿ ਸਟੋਰੀ ਹੀ ਵਧੀਆ ਬਣਾਏਗਾ ਤੁਹਾਡੀ, ਯੂ نو ਇਟਸ ਜਸਟ ਗੋਨਾ ਮੇਕ ਯੋਰ ਪ੍ਰੋਜੈਕਟ ਬੈਟਰ। ਜੇ ਤੁਸੀਂ ਹੋਰ ਕੈਰੈਕਟਰਸ ਵੀ ਵਧੀਆ ਲਿਖੋਗੇ, देयर ਸੋ ਮਚ ਐਕਸਪੋਜ਼ਰ, देयर ਸੋ ਮੈਨੀ ਥਿੰਗਸ ਦੈਨ ਯੂ نو ਯੂ ਕੈਨ ਐਕਸਪਲੋਰ ਫਿਰ ਉਹ ਸਟੋਰੀ ਦੇ ਵਿੱਚ। ਸੋ ਯਾ ਆਈ ਫੀਲ ਲਾਈਕ ਅਗਰ ਉਹ ਚੀਜ਼ ਵਧੀਆ ਹੋਏ ਤਾਂ ਕਿਸੇ ਨੂੰ ਪ੍ਰੋਬਲਮ ਵੀ ਨਹੀਂ ਹੋਏਗੀ ਟੂ ਕਮ ਐਜ਼ ਅ ਸੈਕੰਡ ਲੀਡ ਜਾਂ ਪੈਰਲਲ ਲੀਡ, ਯੂ نو ਸਮਥਿੰਗ ਲਾਈਕ ਦੈਟ। ਕਿਉਂਕਿ ਇੱਥੇ ਪੰਜਾਬ 'ਚ ਕੀ ਹੁੰਦਾ ਕਿ ਯਾਰ ਮੈਂ ਤਾਂ ਲੀਡ ਹੀ ਕਰਨਾ, ਬਿਕਾਜ਼ ਲੀਡਸ ਦੇ ਹੀ ਵਧੀਆ ਰੋਲਸ ਹੁੰਦੇ ਆ, ਯੂ نو ਬਹੁਤ ਰੇਅਰਲੀ ਕੋਈ ਆਰਟਿਸਟ ਹੁੰਦਾ ਜਿਹੜਾ ਪੈਰਲਲ ਜਾਂ ਸੈਕੰਡ ਲੀਡ ਤੇ ਕਰਨਾ ਚਾਹੁੰਦਾ ਹੈ। ਨਹੀਂ, ਵੀ ਹੈਵ ਐਗਜ਼ਾਮਪਲ, ਤਾਨੀਆ ਨੇ ਜਿਹੜੀ ਸ਼ੁਰੂਆਤ ਕੀਤੀ ਸੀਗੀ ਉਹ ਸੈਕੰਡ ਆਈ ਗੈਸ ਥਰਡ ਲੀਡ ਤੋਂ ਕੀਤੀ ਸੀਗੀ। ਨਾਓ ਸ਼ੀ ਇਜ਼ ਡੂਇੰਗ ਗ੍ਰੇਟ ਜੌਬ, ਸੋ ਹਰ ਕੈਰੈਕਟਰ ਵਾਸ ਗੁੱਡ। ਹਾਂ, ਕਿ ਤੁਹਾਡੀ ਖੁਦ ਦੀ ਵੀ ਇਨਪੁਟ ਹੋਣੀ ਚਾਹੀਦੀ ਨਾ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਅਗਰ 5-10 ਮਿੰਟ ਲਿਆ ਰਹੇ ਹੋ, ਛਾਪ ਛੱਡ ਕੇ ਜਾ ਰਹੇ ਹੋ। ਮੈਂ ਉਹੀ ਤਾਂ ਕਹਿ ਰਹੀ ਹਾਂ ਨਾ, ਦੈਟ ਕੈਰੈਕਟਰ ਸ਼ੁੱਡ ਬੀ ਇੰਪੈਕਟਫੁਲ। ਮੈਂ ਉਹੀ ਕਿਹਾ ਕਿ 10 ਮਿੰਟ ਲਈ ਚਾਹੇ ਮੈਂ ਆਵਾਂ ਸਕਰੀਨ ਤੇ, ਪਰ ਉਹ ਇੰਪੈਕਟਫੁਲ ਹੋਣਾ ਚਾਹੀਦਾ ਹੈ, ਦੈਟਸ ਆਲ। ਆਈ ਡੋਂਟ ਮਾਈਂਡ, ਮੈਂ ਨਹੀਂ ਕਹਿੰਦੀ ਮੈਨੂੰ 3 ਘੰਟੇ ਮੈਂ ਹੀ ਸਕਰੀਨ ਤੇ ਹੋਵਾਂ, ਉਹ ਚੀਜ਼ ਮੈਟਰ ਨਹੀਂ ਕਰਦੀ। ਜੇ ਤੁਸੀਂ 10 ਮਿੰਟ ਲਈ ਵੀ ਆ ਰਹੇ ਹੋ ਤਾਂ ਉਹ ਵਧੀਆ ਹੀ ਹੋਣਾ ਚਾਹੀਦਾ, ਦੈਟਸ ਆਲ ਮਾਈ ਪੁਆਇੰਟ। ਅਗਰ ਮੇਕਰਸ ਦੇ ਵਿੱਚ ਰਾਈਟ ਨਾਓ ਇਫ ਸਮਬਡੀ ਇਜ਼ ਲਿਸਨਿੰਗ ਆਰ ਪੋਡਕਾਸਟ ਔਰ ਵਾਚਿੰਗ ਆਰ ਪੋਡਕਾਸਟ, ਤਾਂ ਤੁਸੀਂ ਕੀ, ਅਗਰ ਉਹ ਤੁਹਾਨੂੰ ਅਪਰੋਚ ਕਰਨਾ ਚਾਹੁੰਦੇ ਨੇ ਤਾਂ ਤੁਸੀਂ ਕੀ ਕਹੋਗੇ ਕਿ ਤੁਹਾਡੇ ਲਈ ਕਿਸ ਤਰੀਕੇ ਦਾ ਕੈਰੈਕਟਰ ਹੋਣਾ ਚਾਹੀਦਾ ਹੈ? ਯਾਰ ਮੈਨੂੰ ਤਾਂ ਥੋੜਾ ਜਿਹਾ ਇਦਾਂ ਦਾ ਕੈਰੈਕਟਰ ਚਾਹੀਦਾ ਕਿ ਕੋਈ ਪ੍ਰਿਡਿਕਟ ਹੀ ਨਾ ਕਰ ਪਾਏ ਕਿ ਯਾਰ ਆਹ ਇਹ ਕਰ ਰਹੀ, ਹਾਂ ਲਾਈਕ ਸਸਪੈਂਸਫੁਲ, ਲਾਈਕ ਯਾਰ ਆਹ ਕੁੜੀ ਨੇ ਤਾਂ ਗੇਮ ਹੀ ਬਦਲਤੀ, ਸਮਥਿੰਗ ਲਾਈਕ ਦੈਟ। ਜਿੱਦਾਂ ਖਾਕੀ ਮੂਵੀ ਚ ਐਸ਼ਵਰਿਆ ਰਾਏ ਦਾ ਸੀਗਾ ਨਾ, ਥੋੜਾ ਉਦਾਂ ਦਾ, ਲਾਈਕ ਬਿਲਕੁਲ ਅਨਪ੍ਰੈਡਿਕਟੇਬਲ। ਵੀਰਾ, ਜਦੋਂ ਅਸੀਂ ਕਿਸੇ ਵੀ ਫੀਲਡ ਦੇ ਵਿੱਚ ਹੁੰਦੇ ਆ ਤਾਂ ਸਾਨੂੰ ਉਸ ਫੀਲਡ ਦੇ ਵਿੱਚ ਆਪਣਾ ਇੱਕ ਮਾਰਕਾ ਬਣਾਉਣ ਦੇ ਜਾਂ ਕਹਿੰਦੀ ਖੁਦ ਨੂੰ ਸਟੈਬਲਿਸ਼ ਕਰਨ ਦੇ ਲਈ ਨਾ ਇੱਕ ਰੋਲ ਮਾਡਲ ਵੀ ਚੂਜ਼ ਕਰਨਾ ਪੈਂਦਾ। ਸੋ ਤੁਹਾਡੇ ਲਈ ਰੋਲ ਮਾਡਲ ਕੌਣ ਆ ਜਿਹਨੂੰ ਅਕਸਰ ਹੀ ਅਵੀਰਾ ਦੇਖ ਕੇ ਆਪਣੇ ਆਪ ਨੂੰ ਪੋਲਿਸ਼ ਕਰਦੀ ਰਹੀ ਆ, ਜਾਂ ਥੋੜਾ ਜਿਹਾ ਕਹਿ ਦਈਏ ਕਿ ਉਹਨਾਂ ਨੂੰ ਕਾਪੀ ਕਰਦੀ ਰਹੀ ਆ, ਜਾਂ ਕਹਿ ਦਈਏ ਉਸ ਸ਼ਖਸ ਤੋਂ ਅਵੀਰਾ ਨੇ ਬਹੁਤ ਸਿੱਖਿਆ ਹੈ? ਜਦ ਵੀ ਉਹਨਾਂ ਦੀ ਸਕਰੀਨ ਦੇ ਉੱਪਰ ਦੇਖਿਆ ਤਾਂ ਸ਼ੀਸ਼ੇ ਦੇ ਉੱਤੇ, ਜਦੋਂ ਕੁੜੀਆਂ ਅਕਸਰ ਸ਼ੀਸ਼ੇ ਨਾਲ ਗੱਲਾਂ ਕਰਦੀਆਂ ਹੈ ਨਾ, ਕਿ ਤੁਸੀਂ ਆਪਣੇ ਉੱਪਰ ਢਾਲਣ ਦੀ ਕੋਸ਼ਿਸ਼ ਕੀਤੀ ਹੈ ਉਹ ਚੀਜ਼ ਨੂੰ? ਕੋਈ ਵੀ ਨਹੀਂ, ਕਿਉਂਕਿ ਮੈਂ ਸਿੱਖਦੀ ਤਾਂ ਮੈਂ ਬਹੁਤਿਆਂ ਤੋਂ ਸਿੱਖਿਆ ਹੈ। ਮੈਂ ਤੁਸੀਂ ਮੈਨੂੰ ਹੂ ਇਜ਼ ਯੂਰ ਫੇਵਰਿਟ ਐਕਟਰੈਸ ਪੰਜਾਬੀ ਚ? ਸਿੰਮੀ ਚਾਲ। ਐਂਡ ਇਨ ਬਾਲੀਵੁੱਡ ਦੇ ਵਿੱਚ ਆਲੀਆ ਭੱਟ ਆਈ ਰੀਅਲੀ ਲਾਈਕ, ਆਈ ਫੀਲ ਲਾਈਕ ਉਹਦਾ ਗ੍ਰਾਫ ਬਹੁਤ ਅੱਛਾ ਗਿਆ ਹੈ ਜੀ। ਦ ਫਰਸਟ ਮੂਵੀ, ਜੇ ਉਹਦੀ ਫਰਸਟ ਮੂਵੀ ਦੇਖੋਗੇ ਤੇ ਹੁਣ ਵਾਲੀ ਮੂਵੀਜ਼ ਬਹੁਤ ਚੇਂਜ ਹੈ, ਬਹੁਤ ਜ਼ਿਆਦਾ। ਸੋ ਦੈਟਸ ਵਾਈ ਆਈ ਰੀਅਲੀ ਲਾਈਕ ਹਰ। ਤੁਸੀਂ ਕਦੀ ਇਹਨਾਂ ਨੂੰ ਫੋਲੋ ਨਹੀਂ ਕੀਤਾ? ਮੈਂ ਸਿੱਖਦੀ ਹਰ ਕਿਸੇ ਤੋਂ ਆ, ਜਦੋਂ ਵੀ ਮੈਂ ਕੋਈ ਮੂਵੀ ਦੇਖਦੀ ਹਾਂ ਆਈ ਲਰਨ ਅ ਲੋਟ ਆਫ ਥਿੰਗਸ, ਬਟ ਮੈਨੂੰ ਨਾ ਹਲੇ ਤੱਕ ਕੋਈ ਰੋਲ ਮਾਡਲ ਨਹੀਂ ਮਿਲਿਆ ਆਪਣਾ। ਯੂ ਲਰਨ ਫਰਮ ਕੈਰੈਕਟਰ ਔਰ ਯੂ ਲਰਨ ਫਰਮ ਐਕਟਰਸ? ਆਈ ਆਲਵੇਜ਼ ਕੈਰੈਕਟਰ ਤੋਂ ਤਾਂ ਫਿਰ ਮੈਂ ਕੀ ਸਿੱਖੂੰਗੀ? ਮੈਨੂੰ ਹੁੰਦਾ ਕਿ ਓਬਵੀਅਸਲੀ ਦਿਸ ਇਜ਼ ਦ ਪਰਸਨ ਹੂ ਹੈਜ਼ ਐਕਟਡ ਲਾਈਕ ਦਿਸ। ਹੁਣ ਜਿਵੇਂ ਆਈ ਟੈਲ ਯੂ, ਸਰਬਜੀਤ ਮੂਵੀ ਸੀਗੀ ਜੀ, ਰਣਦੀਪ ਹੁੱਡਾ ਦਾ, ਉਹਦੇ ਵਿੱਚ ਮੈਂ ਉਹ ਮੂਵੀ ਤੋਂ ਉਹਦੀ ਫੈਨ ਹੋਈ ਸੀਗੀ ਬਹੁਤ ਤਗੜੀ। ਆਈ ਲਰਨਡ ਸੋ ਮਚ ਫਰਮ ਹਿਮ, ਆਈ ਸਟਾਰਟ ਫੋਲੋਇੰਗ ਹਿਮ ਫਰਮ ਦੇਅਰ, ਫੋਲੋਇੰਗ ਐਜ਼ ਇਨ ਲਾਈਕ ਮੈਂ ਇੰਸਟਾਗ੍ਰਾਮ ਤੇ ਫੋਲੋ ਕੀਤਾ, ਐਂਡ ਆਈ ਸਟਾਰਟਡ ਸੀਇੰਗ ਹਿਸ ਜਰਨੀ। ਤਾਂ ਮੈਂ ਉਹ ਚੀਜ਼ਾਂ ਸਿੱਖਦੀ ਹਾਂ ਕਿ ਯਾਰ
ਹਾਊ ਡੂ ਦੇ ਗੈਟ ਇਨਟੂ ਇਟ, ਮਤਲਬ ਜਦੋਂ ਤੁਸੀਂ ਫਿਰ ਉਹਨਾਂ ਨੂੰ ਉਹਨਾਂ ਦੀ ਸੁਣੋਗੇ ਕਿ ਕਿੱਦਾਂ ਉਹ ਕੈਰੈਕਟਰ ਦੇ ਵਿੱਚ what helps them to get into that character ਜਾਂ ਕੀ ਚੀਜ਼ਾਂ ਉਹ ਕਰਦੇ ਨੇ, ਮੈਂ ਉਹ ਚੀਜ਼ਾਂ ਸਿੱਖਦੀ ਹਾਂ। ਐਂਡ ਦੈਨ ਆਈ ਫੀਲ ਲਾਈਕ ਕਿ ਮੈਨੂੰ ਨਾ ਅੱਜ ਤੱਕ ਕੋਈ ਰੋਲ ਮਾਡਲ ਮਿਲਿਆ ਨਹੀਂ ਹੈ। ਮੇਬੀ in the coming years maybe I'll have somebody who I can look up to for that, ਜਾਂ ਮੈਂ ਕਿਸੇ ਤੋਂ inspiration ਲੈ ਕੇ ਕੁਝ ਸੇਮ ਕਰਾਂ, ਬਟ ਮੈਂ ਕਿਸੇ ਨੂੰ ਕਾਪੀ ਨਹੀਂ ਕੀਤਾ ਅੱਜ ਤੱਕ ਕਿ ਯਾਰ ਮੈਂ ਇਦਾਂ ਕਰਨਾ ਹੈ। ਜਾਂ ਮੈਂ ਤੁਹਾਨੂੰ ਹੁਣ ਜਿੰਨਾ ਕੁ ਆਬਜ਼ਰਵ ਕਰ ਪਾ ਰਿਹਾ ਨਾ, ਮੈਨੂੰ ਇਦਾਂ ਲੱਗ ਰਿਹਾ ਕਿ ਜਿਨ੍ਹਾਂ ਦੇ ਸੁਪਨੇ ਤੁਸੀਂ ਜਿਉ ਰਹੇ ਹੋ, ਹੀ ਇਜ਼ the only role model for you and that is your father। ਹਾਂ, and I was gonna say the same thing to you next ਕਿ like I wanna be like my father, as in the way he used to work, how dedicated he was, ਉਹ ਚੀਜ਼ਾਂ ਦੇ ਵਿੱਚ I really wanna, ਜੇ ਫੋਲੋ ਕਰ ਹੀ ਰਿਹਾ ਬਾਤ ਤਾਂ ਫਿਰ ਉਹ ਚੰਗੇ ਤਰੀਕੇ ਨਾਲ ਹੀ ਕਰਾਂਗੇ। ਉਹ ਚੀਜ਼ ਜਿੱਥੇ ਅਧੂਰੀ ਰਹਿ ਗਈ ਉਹ ਕੰਪਲੀਟ ਹੋ ਜਾਏਗੀ। What is your take on love? Take on love, I feel it's freedom and security at the same time। ਪਿਆਰ ਹੋਇਆ ਤੁਹਾਨੂੰ ਕਦੀ? ਹਾਂ ਬਿਲਕੁਲ। You wanna share something? ਨਹੀਂ, yeah, ਪਿਆਰ ਹਾਸਿਲ ਹੋਇਆ, ਮੁਕੰਮਲ ਹੋਇਆ ਪਿਆਰ? ਨਹੀਂ, Heartbroken? not heartbroken, yeah, that the things don't work out always the way you want it to, but that's just life। ਸੋਸ਼ਲ ਮੀਡੀਆ ਥਰੂ ਅਗਰ ਚੱਲੀਏ ਜਾਂ ਅਸੀਂ ਜਿਵੇਂ ਕਹਿੰਦੇ ਕਿ ਅਕੋਰਡਿੰਗ ਟੂ ਦਾ ਰਿਪੋਰਟਸ ਐਂਡ ਸੋਰਸਸ ਕਿ ਅਵੀਰਾ ਦਾ ਰੀਸੈਂਟਲੀ ਦਿਲ ਟੁੱਟਿਆ, ਇਜ਼ ਇਟ ਟਰੂ? ਕੀ ਆਹ ਚੀਜ਼ ਚੱਲ ਰਹੀ ਹੈ? ਨਹੀਂ ਦਿਲ ਅੱਛਾ। ਟੁੱਟਿਆ ਅਵੀਰਾ ਦਾ ਰੀਸੈਂਟਲੀ। ਮਤਲਬ yeah, ਇਟਸ ਆਲ ਅਪ ਟੂ ਯੂ, things, ਅਗਰ ਤੁਸੀਂ ਆਨਸਰ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ। I'm just good with myself, I'm good on my own right now, ਬਸ ਆਹੀ ਬੋਲੂੰਗੀ। ਤੁਹਾਨੂੰ ਕੀ ਲੱਗਦਾ ਕਿ ਜਿਹੜੀਆਂ ਰਿਲੇਸ਼ਨਸ਼ਿਪਸ ਨੇ ਹੁਣ ਦੇ ਟਾਈਮ ਦੇ ਵਿੱਚ, ਅਗਰ ਅਸੀਂ ਮੀਡੀਆ ਦੀ ਗੱਲ ਕਰੀਏ, ਐਂਟਰਟੇਨਮੈਂਟ ਇੰਡਸਟਰੀ ਦੀ ਗੱਲ ਕਰੀਏ, ਫਿਲਮ ਇੰਡਸਟਰੀ ਦੀ ਗੱਲ ਕਰੀਏ, ਤਾਂ ਇਹਨਾਂ ਦੇ ਵਿੱਚ ਜ਼ਿਆਦਾ ਵਰਕ ਨਹੀਂ ਕਰ ਰਹੇ ਰਿਲੇਸ਼ਨਸ। ਵਾਟ ਇਜ਼ ਦ ਮੇਜਰ ਰੀਜ਼ਨ ਕਿ ਉਹ ਰਿਲੇਸ਼ਨ ਵਰਕ ਕਿਉਂ ਨਹੀਂ ਕਰਦੇ? ਉਹ ਅੰਡਰਸਟੈਂਡਿੰਗ, ਕਮਿਊਨੀਕੇਸ਼ਨ। ਆਈ ਫੀਲ ਲਾਈਕ ਕਿ ਆਪਣੀ ਇੰਡਸਟਰੀ ਨਹੀਂ ਓਪਨ ਹੈ ਨਾ, ਪ੍ਰੋਬਲਮਸ ਓਬਵੀਅਸਲੀ ਜ਼ਰੂਰ ਆਉਂਦੀਆਂ। ਐਂਡ ਮੈਨੂੰ ਇੱਦਾਂ ਲੱਗਦਾ ਕਿ ਤੁਹਾਨੂੰ ਆਪਣੇ ਪਾਰਟਨਰ ਨਾਲ ਬਹੁਤ ਟਰਾਂਸਪੇਰੈਂਟ ਹੋਣ ਦੀ ਲੋੜ ਹੈ। You should, on the very, जो तुम्हें लगता है ना that you're getting into a relationship, you have to make sure that थोड़े partner नो हर चीज़ बारे पता है, that you know they should know what they're you know getting into, and then I also feel कि understanding फिर अगले तो बहुत ज़्यादा ज़रूरी है, क्योंकि चैलेंजिंग ਹੁੰਦਾ ਹੈ ਥੋੜਾ ਜਿਹਾ। ਇਟਸ ਅ ਲਿਟਲ ਚੈलेंजिंग, ਬਹੁਤ ਸੌਖਾ ਨਹੀਂ ਹੈ ਟੂ ਬੀ ਵਿਦ ਸਮਵਨ ਇਨ ਦਿਸ ਲਾਈਨ। ਸੋ ਯਾ, ਮੇਬੀ ਬਿਕਾਜ਼ ਆਫ ਦੈਟ ਰਿਲੇਸ਼ਨਸ਼ਿਪਸ ਨਹੀਂ ਕੰਮ ਕਰਦੇ, ਐਂਡ ਦੈਨ ਓਪਨ ਨਹੀਂ ਹੁੰਦੇ ਕਈ ਬੰਦੇ ਆਪਣੇ ਪਾਰਟਨਰਸ ਨਾਲ ਵਿਦ ਅ ਲੋਟ ਆਫ ਥਿੰਗਸ। ਐਂਡ ਮੇਰਾ ਤਾਂ ਇੱਦਾਂ ਹੈ ਕਿ ਮੈਨੂੰ ਕੋਈ ਇਨਸਿਕਿਉਰਿਟੀ ਨਹੀਂ ਹੈ। ਇਫ ਆਈ ਹੈਵ ਸਮਬਡੀ, ਆਈ ਹੈਵ ਸਮਬਡੀ, ਐਂਡ ਆਈ ਕੈਨ ਟੇਕ ਮਾਈ ਵਰਕ ਐਂਡ ਮਾਈ ਰਿਲੇਸ਼ਨਸ਼ਿਪ ਵੈਰੀ ਪੈਰਲਲੀ। ਮੈਨੂੰ ਕਦੇ ਇੱਦਾਂ ਨਹੀਂ ਲੱਗਦਾ ਕਿ ਮੈਂ ਲੁਕਾਉਣਾ ਹੈ, ਮੈਂ ਆਹ ਕਰਨਾ ਹੈ, ਉਹ ਕਰਨਾ ਹੈ। whoever knows, but then ਮੈਨੂੰ ਕਦੇ ਇਦਾਂ ਨਹੀਂ ਹੋਇਆ ਕਿ ਮੈਨੂੰ ਲੁਕਾਉਣ ਦੀ ਜ਼ਰੂਰਤ ਹੀ ਨਹੀਂ ਹੈ, ਕਿਉਂਕਿ I'm not insecure about my work. I know I work, ਜੇ ਮੈਨੂੰ ਕੋਈ ਅਪਰੋਚ ਕਰੇਗਾ ਤਾਂ ਮੇਰੇ ਕੰਮ ਲਈ ਹੀ ਕਰੇਗਾ, that's all। what kind of guy you like? ਮਤਲਬ ਕਿੱਦਾਂ ਅਪੀਅਰੈਂਸ ਜਾਂ ਉਹਦਾ? ਹਾਂ, ਕਿੱਦਾਂ ਦਾ ਮੁੰਡਾ ਮਤਲਬ ਵੀਰਾਂ ਨੂੰ ਪਸੰਦ ਆ ਸਕਦਾ ਜਾਂ ਆਉਂਦਾ ਹੈ, ਜਾਂ ਉਹਦੀਆਂ ਖੂਬੀਆਂ ਹੋਣੀ ਚਾਹੀਦੀਆਂ ਨੇ? I like tall guys, ਉਹ ਤਾਂ ਮੈਨੂੰ because you are tall ਨਾ, ਉਹਦਾ tall guys, should be taller than you, yeah, and I ਕਿੱਦਾਂ ਦੱਸਾਂ, ਮਤਲਬ ਲਾਈਕ ਮੈਚੋਰਿਟੀ ਹੋਣੀ ਬਹੁਤ ਜ਼ਰੂਰੀ ਹੈ ਬੰਦੇ 'ਚ, ਠਹਿਰਾਵ। ਮੈਨੂੰ ਆਈ ਡੋਂਟ ਲਾਈਕ ਬਹੁਤ ਬੋਲਣ ਵਾਲੇ ਬੰਦੇ, ਕੋਈ ਵੀ ਉੱਦਾਂ ਕੁੜੀ ਵੀ ਹੋ ਸਕਦੀ ਹੈ, ਬਟ ਮੈਨੂੰ ਨਾ ਠਹਿਰਾਵ ਵਾਲੇ ਬੰਦੇ, ਪੀਪਲ ਹੂ ਆਰ ਵੈਰੀ ਸੌਰਟਡ ਐਂਡ ਕੰਪੈਕਟ ਐਂਡ ਮਸ ਯੂ ਨੋ ਜ਼ਿਆਦਾ ਕੀ ਕਹਿੰਦੇ ਉਹਨਾਂ ਨੂੰ। ਪਰ ਮੇਜਰਲੀ ਕੁੜੀਆਂ ਤਾਂ ਇਦਾਂ ਹੁੰਦੀਆਂ ਨਾ ਕਿ ਮੈਂ ਇੰਨਾ ਬੋਲਦੀ ਅੱਗੋਂ ਬੋਲਦਾ ਨਹੀਂ ਆ, ਦੋਨੋਂ ਵੱਟਾ ਹੋ ਕੇ ਪਿਆ ਹੋਇਆ। ਨਹੀਂ ਮੈਨੂੰ ਨਹੀਂ ਉਦਾਂ ਨਹੀਂ ਕਿ ਬੋਲਦੇ ਹੀ ਨਹੀਂ, ਕਿ ਅਸੀਂ ਕੁਝ ਵੀ ਬੋਲ, ਹਾਂ ਵੀ ਕੁਝ ਵੀ ਬੋਲੀ ਜਾ ਰਿਹਾ, ਅੱਗੇ ਤੋਂ ਬੋਲ ਨਹੀਂ ਰਿਹਾ। ਮੇਰੇ ਕਹਿਣ ਦਾ ਮਤਲਬ ਉਹ ਜਦੋਂ ਕੁਝ ਵੀ ਸਿਚੁਏਸ਼ਨ ਦ ਵੇ ਯੂ ਸ਼ੁਡ ਬੀ ਗੁੱਡ ਲਿਸਨਰ, ਯਾ ਲਿਸਨਰ, ਬਟ ਆਬਵੀਅਸ ਇਦਾਂ ਨਹੀਂ ਕਰੇ ਕਿ ਚੁੱਪ ਹੀ ਬੈਠੇ ਰਹੋ। ਮੈਨੂੰ ਉਹ ਨਹੀਂ ਪਸੰਦ ਕਿ ਬਹੁਤ ਹੀ ਜ਼ਿਆਦਾ ਚੈ ਵਾਲੇ ਕਿ ਹਰ ਚੀਜ਼ 'ਤੇ ਬੋਲਣਾ ਹੀ, ਹਰ ਚੀਜ਼ 'ਤੇ ਆਪਣਾ ਓਪੀਨੀਅਨ ਨਹੀਂ ਦੇਣਾ, ਕਰਨਾ ਉਹ ਕਰਨਾ। ਮੈਨੂੰ ਇੱਦਾਂ ਹੁੰਦਾ ਹੈ ਕਿ ਯਾਰ ਲਾਈਕ ਸੌਰਟਡ ਹੋਣਾ ਚਾਹੀਦਾ ਬੰਦਾ ਬਹੁਤ ਜ਼ਿਆਦਾ ਇਨ देयर ਹੈਡਸ, ਯੂ ਨੋ, ਐਂਡ ਦੈਨ ਬਹੁਤ ਠਹਿਰਾਵ ਹੋਣਾ ਚਾਹੀਦਾ ਹੈ ਕਿ ਮਤਲਬ ਬਸ ਯਾ ਲਾਈਕ ਪੇਸ਼ੈਂਸ, ਯੂ ਨੋ, ਹੋਣੀ ਚਾਹੀਦੀ ਹੈ ਮੁੰਡੇ 'ਚ। ਐਂਡ ਲੁੱਕ ਵਾਈਜ਼
ਲੁੱਕ ਵਾਈਜ਼ ਹਾਂ ਅਪੀਅਰੈਂਸ ਵਾਈਜ਼ ਤਾਂ ਆਈ ਜਸਟ ਵਾਂਟ ਕਿ ਟਾਲ ਹੋਏ, ਪਰਸਨੈਲਿਟੀ ਵਧੀਆ ਹੋਣੀ ਬਹੁਤ ਜ਼ਰੂਰੀ ਹੈ। ਆਈ ਲਾਈਕ ਗਾਈਜ਼ ਜਿਹਨਾਂ ਦਾ ਔਰਾ ਸਟਰੋਂਗ ਹੁੰਦਾ, ਦੈਟ ਯੂ ਵਾਕ ਇਨ ਦ ਰੂਮ ਐਂਡ ਦੈਨ ਐਵਰੀਬਡੀ ਹੈਜ਼ ਟੂ ਲੁੱਕ ਐਟ ਯੂ। ਸੋ ਲਾਈਕ ਉਹ ਇੱਕ ਔਰਾ ਹੋਣਾ ਚਾਹੀਦਾ ਬੰਦੇ ਦਾ, ਇੱਕ ਐਨਰਜੀ ਹੋਣੀ ਚਾਹੀਦੀ ਹੈ। ਹੂ ਇਜ਼ ਅਵੀਰਾ's crush? ਕ੍ਰਸ਼ ਮੇਰਾ ਮੁੰਡਿਆਂ 'ਚ ਯਾਰ ਬੜੀ ਸੋਚਣਾ ਨਹੀਂ। ਅੱਛਾ ਕੁੜੀਆਂ 'ਚ ਵੀ ਹੁੰਦਾ ਹੈ? ਕੀ ਕੁੜੀਆਂ ਦਾ ਕ੍ਰਸ਼ ਕੁੜੀਆਂ ਤੇ ਵੀ ਹੁੰਦਾ? ਕੁੜੀਆਂ ਤਾਂ ਇਦਾਂ ਹੁੰਦਾ ਨਾ ਕਿ ਸ਼ੀ ਇਜ਼ ਮਾਈ ਫੀਮੇਲ ਕ੍ਰਸ਼, ਹਾਂ, ਲਾਈਕ ਹਾਂ। ਆਈ ਲਵ ਹਰ ਨਾਟ ਫॉर ਅਦਰ ਰੀਜ਼ਨਸ ਬਟ ਜਸਟ ਲਾਈਕ ਕਿ ਉਹ ਆਈ ਲਾਈਕ ਇਹ ਸਾਡੀ ਸਟੇਟਮੈਂਟ ਗਲਤ ਕੱਟੀ ਜਾ ਸਕਦੀ ਹੈ। no like I somebody I just adore, you know, I love them. ਕੁੜੀਆਂ ਦੇ ਵਿੱਚ ਮੈਨੂੰ ਇੱਕ ਹੈਗੀ ਹੈ ਗੈਲ ਗੈਡੋਟ that I really like I love her. Also why I love her because ਇੰਟਰਨੈਸ਼ਨਲ ਨਾਮ ਲੈ ਲਿਆ ਤੁਸੀਂ। international ਹੈਗਾ and why I like her, ਇੱਕ ਹੀ ਚੀਜ਼ ਕਾਫੀ ਸੀਗੀ, she was 5 months pregnant when she shot for Wonder Woman and ਮੈਂ the level of action that she did I remember shows that ਕਿੰਨੀ dedication ਹੈ ਉਹਦੇ ਆਪਣੇ ਕੰਮ ਲਈ। ਸੋ ਕੁੜੀਆਂ 'ਚ ਉਹ ਹੈ, ਮੁੰਡਿਆਂ 'ਚ ਕੌਣ ਹੈ? ਮੁੰਡਿਆਂ 'ਚ ਨਹੀਂ ਹੈ ਕੋਈ ਵੀ। ਇਦਾਂ ਨਹੀਂ ਹੋ ਸਕਦਾ। ਮੁੰਡੇ ਨੇ ਮੈਂ ਲੱਭ ਰਹੀ ਆ ਕੋਈ ਕ੍ਰਸ਼ ਲੱਭ ਕੇ ਥੋੜੀ ਨਾ ਹੁੰਦਾ, ਕ੍ਰਸ਼ ਤਾਂ ਉਹ ਛੱਪਿਆ ਹੁੰਦਾ ਆਪਣੀ ਅੱਖਾਂ ਦੇ ਉੱਤੇ। ਨਹੀਂ ਤਾਂ ਹੀ ਫਿਰ ਮੈਨੂੰ ਸੋਚਣਾ ਪੈ ਰਿਹਾ ਯਾਰ ਉਸ ਲੈਵਲ ਦਾ ਹੋਣ ਯੂ ਕੈਨ ਟੇਕ ਯੂਰ ਟਾਈਮ, ਸਾਡੇ ਕੋਲ ਬਹੁਤ ਟਾਈਮ ਹੈ ਜੀ। ਮੈਂ ਉਹੀ ਕਹਿ ਰਹੀ ਹਾਂ ਨਾ, ਹੁਣ ਨਾ ਮੈਨੂੰ ਰੀਜ਼ਨ ਚਾਹੀਦਾ ਹੈ ਕਿ ਕੋਈ ਮੇਰਾ ਕ੍ਰਸ਼ ਹੋਏ ਤਾਂ ਮੈਨੂੰ ਰੀਜ਼ਨ ਹੋਣਾ ਚਾਹੀਦਾ। ਮੇਰੇ ਕੋਲ ਰੀਜ਼ਨ ਨਹੀਂ ਹੈਗਾ ਕਿ ਉਧਰ ਲੁੱਕ ਵਾਈਜ਼ ਵੀ ਹੁਣ ਮੈਂ ਹੈਗੀ, ਮੈਨੂੰ ਪਰਸਨੈਲਿਟੀ ਜ਼ਿਆਦਾ ਚੰਗੀ ਲੱਗਦੀ ਹੈ ਬੰਦੇ ਦੀ ਬਿਫੋਰ ਲਾਈਕ ਲੁੱਕਸ ਦੀ। ਆਈ ਫੀਲ ਲਾਈਕ ਤੁਸੀਂ ਇੱਕ ਬੰਦੇ ਨੂੰ ਜਾਣਦੇ ਹੋ, ਅਗਰ ਉਹ ਜ਼ਿਆਦਾ ਗੁੱਡ ਲੁਕਿੰਗ ਵੀ ਨਹੀਂ ਹੈਗਾ ਬਟ ਹੀ ਇਜ਼ ਅ ਨਾਈਸ ਗਾਏ ਐਂਡ ਉਹ ਸਾਰੇ ਟ੍ਰੇਟਸ ਹੈਗੇ ਆ, ਮੈਚੋਰ ਹੈਗੇ, ਯੂ ਕੈਨ ਸਟਿਲ ਲਾਈਕ ਫਾਲ ਫॉर दैट ਗਾਏ। ਬਟ ਦੇयर इज ਅ ਗਾਏ ਔਨ ਦੀ ਅਦਰ ਹੈਂਡ ਜਿਹੜਾ ਤੁਹਾਡੇ ਹਰ ਚੀਜ਼ ਤੇ ਟਿਕਮਾ ਕਰ ਰਿਹਾ ਅਪੀਅਰੈਂਸ ਵਾਈਜ਼ ਐਂਡ ਉਹ ਮੂੰਹ ਖੋਲਦੇ ਤੁਹਾਨੂੰ ਹੋ ਜਾਂਦਾ ਹੈ, ਤਾਂ 4 ਦਿਨ ਵੀ ਤੁਸੀਂ ਉਹਦੇ ਨਾਲ ਸਪੈਂਡ ਨਹੀਂ ਕਰ ਸਕਦੇ। ਸੋ ਮੇਰਾ ਆਈਡੀਆ ਉਹ ਹੈ। ਹੁਣ ਮੁੰਡਿਆਂ 'ਚ ਟੂ ਬੀ ਵੈਰੀ ਓਨੈਸਟ ਇੱਦਾਂ ਕੋਈ ਵੀ ਨਹੀਂ ਹੈ ਕਿ ਜਿਹੜਾ ਮੇਰਾ ਕ੍ਰਸ਼ ਹੈ ਦੈਟ ਆਈ ਲਾਈਕ ਕਿ ਯਾਰ ਆ ਬੰਦਾ ਤਾਂ ਜੇ ਮੇਰੇ ਸਾਹਮਣੇ ਆ ਜਾਵੇ ਮੇਰੀ। ਵਾਟ ਇਫ ਰੀਸੈਂਟਲੀ ਅਗਰ ਕੋਈ ਇਨ ਅਪਕਮਿੰਗ ਡੇਜ਼ ਕਿ ਅਵੀਰਾ ਦਾ ਕੋਈ ਕ੍ਰਸ਼ ਬਣ ਜਾਂਦਾ ਹੈ ਬਟ ਹੀ ਇਜ਼ ਨਾਟ ਟਾਲਰ ਦੈਨ ਯੂ, ਦੈਨ ਹਾਊ ਵਿਲ ਯੂ ਰਿਐਕਟ? ਜੇ ਕ੍ਰਸ਼ ਬਣਦਾ ਹੈ ਹਾਂ ਤਾਂ ਉਹ ਫਿਰ ਕ੍ਰਸ਼ ਰਹੇਗਾ ਕਿ ਨਹੀਂ ਰਹੇਗਾ? ਯਾਰ ਕ੍ਰਸ਼ ਤਾਂ ਮੇਰਾ ਬਣੇਗਾ ਹੀ ਤਾਂ ਹੀ ਜੇ ਉਹ ਲੰਬਾ ਹੋਇਆ ਤਾਂ ਉਹ ਤਾਂ ਪਹਿਲਾਂ ਬਣੇਗਾ ਹੀ ਨਹੀਂ। ਸੋ ਦਿਸ ਇਜ਼ ਦ ਮੇਜਰ ਟਿਕ ਮਾਰਕ ਹੈ ਨਾ? ਯਾ ਬਿਕਾਜ਼ ਆਈ ਐਮ ਸਮਬਡੀ ਲਾਈਕ ਮੈਂ ਟਾਲ ਹਾਂ ਤਾਂ ਮੈਨੂੰ ਚਾਹੀਦਾ ਹੈ ਕਿ ਲੰਬਾ ਹੋਏ ਮੁੰਡਾ। ਪਰ ਕੋਈ ਸਿਚੁਏਸ਼ਨ ਤਾਂ ਬਣ ਹੀ ਸਕਦੀ ਹੈ ਕਿ ਕਿਸੇ ਦੇ ਬੰਦੇ ਦੀ ਲੁੱਕਸ ਗੱਲਾਂ ਤੁਹਾਨੂੰ ਫਿਰ ਪਰਸਨੈਲਿਟੀ ਹੋਣੀ, ਫਿਰ ਤਾਂ ਸਟਰੋਂਗ ਪਰਸਨੈਲਿਟੀ ਹੋਣੀ ਜ਼ਰੂਰੀ ਹੈ। ਉਹ ਸਾਰਾ ਕੁਝ ਅਗਰ ਮਿਲ ਗਿਆ ਤੁਹਾਨੂੰ ਹਾਂ ਫਿਰ ਕੋਈ ਚੱਕਰ ਫਿਰ ਚਲੇਗਾ, ਕੋਈ ਚੱਕਰ ਨਹੀਂ। ਫਿਰ ਕੋਈ ਚੱਕਰ ਨਹੀਂ। ਇਫ ਯੂ ਸ਼ੇਅਰਿੰਗ ਸਕਰੀਨ ਵਿਦ ਲਾਈਕ ਮੰਨ ਲਓ ਤੁਸੀਂ ਜੈਜ਼ੀ ਬੀ ਭਾਜੀ ਉਹਨਾਂ ਨਾਲ ਸਕਰੀਨ ਸ਼ੇਅਰ ਕੀਤੀ, ਕਰਨ ਉਹਨਾਂ ਨੇ ਕੀਤੀ, ਤੁਸੀਂ ਉਹਨਾਂ ਦੋਨਾਂ ਨਾਲੋਂ ਲੰਬੇ ਹੋ ਹੈਨਾ? ਹਾਂ ਤੇ ਬਟ ਉਹ ਸਟਿਲ ਉਹ ਵਧੀਆ ਲੱਗਦਾ, ਉਹ ਜੋੜੀ ਵਧੀਆ ਲੱਗਦੀ ਹੈ ਨਾ, ਕੋਈ ਤੁਹਾਨੂੰ ਉਦੋਂ ਦਾ ਕੁਝ ਮਿਲ ਜਾਂਦਾ ਜਿਹੜਾ ਤੁਹਾਡੇ ਨਾਲ ਜੱਚ ਰਿਹਾ ਹੈ ਤਾਂ ਉਦੋਂ ਤੁਹਾਡਾ ਟੇਕ ਕੀ ਹੋਊਗਾ? ਹਾਂ ਮੈਂ ਉਹੀ ਕਹਿ ਰਹੀ ਹਾਂ ਤੈਨੂੰ ਔਰਾ ਐਂਡ ਲਾਈਕ ਉਹ ਚੀਜ਼ ਹੁਣ ਜੈਜ਼ੀ ਵੀ ਦਾ ਔਰਾ ਕਿੰਨਾ ਸਟਰੋਂਗ ਹੈ, ਇਟਸ ਗੁੱਡ। ਸੋ ਯੂ ਉਹ ਚੀਜ਼ ਕਈ ਬੰਦੇ ਫਿਰ ਉਹ ਨੋਟਿਸ ਵੀ ਨਹੀਂ ਕਰਦਾ ਬੰਦਾ, ਯੂ ਨੋ ਅਦਰ ਥਿੰਗ। ਸੋ ਆਈ ਫੀਲ ਦੈਨ ਉਹ ਚੀਜ਼ ਉੱਥੇ ਫੁਲਫਿਲ ਹੋਣੀ ਚਾਹੀਦੀ ਹੈ। ਠੀਕ ਹੈ ਜੇ ਮੇਰੇ ਲਈ ਕਿ ਜੇ ਟੋਲ ਨਹੀਂ ਹੈਗਾ ਤਾਂ ਪਰਸਨੈਲਿਟੀ ਐਂਡ ਔਰਾ ਸਟਰੋਂਗ ਹੈ ਬਹੁਤ। ਹੁਣ ਮੈਂ ਚਾਹੂੰਗਾ ਕੁਝ ਗੱਲਾਂ ਤੁਸੀਂ ਆਪਣੇ ਵੱਲੋਂ ਵੀ ਕਰ ਸਕਦੇ ਹੋ ਕਿਉਂਕਿ ਮੇਰੇ ਕੋਲ ਜਿੰਨੀਆਂ ਗੱਲਾਂ ਸੀ ਮੁੱਕ ਗਈਆਂ। ਆਈ ਰੀਅਲੀ ਵਾਂਟ ਟੂ ਲਿਸਨ ਯੂ ਨਾਓ। ਮੈਂ ਕੀ ਬੋਲਾਂ, ਮੇਰੇ ਕੋ honestly ਲਾਈਕ ਤੁਹਾਨੂੰ ਮੈਨੂੰ ਪੁੱਛਣਾ ਹੀ ਪੈਣਾ ਤਾਂ ਹੀ ਕੋਈ ਗੱਲ ਆਏਗੀ ਬਾਹਰ। ਨਹੀਂ ਤੁਸੀਂ ਵੀ ਕੁਝ ਪੁੱਛ ਸਕਦੇ ਹੋ, ਤੁਸੀਂ ਕਹਿੰਦੇ ਮੈਂ ਖੁਦ ਸਵਾਲ ਵਧੀਆ ਪੁੱਛ ਲੈਂਦੀ ਆ। ਮੈਂ ਕਦੋਂ ਕਿਹਾ ਹਾਂ? ਤਾਂ ਆਪਾਂ ਉਹ ਬਾਤ ਕਰ ਰਹੇ ਸੀਗੇ, ਮੈਂ ਪੁਰਾਣੀ ਇੰਟਰਵਿਊਜ਼ ਵੀ ਸੁਣੀਆਂ ਨੇ। ਯਾਰ ਮੈਂ ਸਵਾਲ ਕੁਝ ਇਦਾਂ ਦਾ ਟੌਪਿਕ ਦੇ ਗੱਲ ਕਰੀ ਜਿਹੜਾ ਟੌਪਿਕ ਦੇ ਉੱਪਰ ਗੱਲ ਕਦੀ ਹੋਈ ਨਹੀਂ ਹੈ। ਉਹ ਤਾਂ ਤੁਹਾਨੂੰ ਲੈਟਸ ਟਾਕ ਅਬਾਊਟ ਦ ਡੌਗਸ ਨਾ। ਪੈਟਸ ਤੁਹਾਡੇ ਕਿੰਨੇ ਪੈਟਸ ਨੇ ਤੁਹਾਡੇ ਕੋਲ? ਇੱਕ ਹੈ। ਉਹ ਕੀ ਨਾਮ ਆ? ਮੇਲ অর ਫੀਮੇਲ? ਮੇਲ ਹੈ। ਵਿਚ ਬਰੀਡ? ਗੋਲਡਨ ਰਿਟਰੀਵਰ। ਉਹਨੂੰ ਮੈਂ ਅਡਾਪਟ ਕੀਤਾ ਸੀਗਾ ਵੈਸੇ। ਆਈ ਅਡਾਪਟਡ ਹਿਮ। ਮੈਂ ਜਿੱਥੇ ਯੋਗਾ ਕਰਨ ਜਾਂਦੀ ਸੀ ਨਾ ਤੇ ਉੱਥੇ ਛੋਟਾ ਜਿਹਾ ਸੀਗਾ ਬਿਲਕੁਲ ਹੀ ਤੇ ਘੁੰਮ ਰਿਹਾ ਸੀ ਇੱਧਰ ਉੱਧਰ ਹੀ। ਹੀ ਵਾਸ ਅਬੈਂਡਨਡ ਬਾਈ ਹਿਸ ਫਰਸਟ ਫੈਮਿਲੀ ਬੇਸਿਕਲੀ। ਤੇ ਫਿਰ ਮੈਂ ਵਾਪਸ ਜਦੋਂ ਘਰੇ ਜਾ ਰਹੀ ਸੀਗੀ, ਕਾਫੀ ਛੋਟਾ ਸੀ ਉਸ ਟਾਈਮ? ਹਾਂ ਛੋਟਾ ਸੀਗਾ। ਤੇ ਫਿਰ ਜਦੋਂ ਮੈਂ ਵਾਪਸ ਘਰੇ ਜਾ ਰਹੀ ਸੀਗੀ ਤੇ ਉਹ ਬੰਦੇ ਕਹਿੰਦੇ ਮੈਮ ਹੀ ਇਜ਼ ਵਾਈਨਿੰਗ ਅ ਲੋਟ, ਕਿਉਂਕਿ ਮੈਂ ਨਾ ਬਹੁਤ ਟਾਈਮ ਸਪੈਂਡ ਕੀਤਾ ਉਹਦੇ ਨਾਲ ਉੱਥੇ। ਤੇ ਹੀ ਸਟਾਰਟਡ ਵਾਈਨਿੰਗ ਐਂਡ ਦੈਨ ਆਈ ਕੇਮ ਬੈਕ। ਤੇ ਮੈਂ ਵਾਪਸ ਆਈ ਤੇ ਮੈਂ ਉਹਨੂੰ ਚੱਕ ਲਿਆ। ਹੁਣ ਮੇਰੇ ਘਰ 'ਚ ਨਾ ਕੁੱਤਾ ਅਲਾਉਡ ਨਹੀਂ ਹੈ। ਕਿਉਂ? ਬਿਕਾਜ਼ ਮੇਰੇ ਮੰਮਾ ਇਜ਼ ਅ ਉਹਨਾਂ ਨੂੰ ਸਾਫ ਸਫਾਈ ਦੀ ਨਾ ਸਨਕ ਹੈ, ਮਤਲਬ ਲਾਈਕ ਉਹਨਾਂ ਨੂੰ। ਇਸੀ OCD ਪੇਸ਼ੈਂਟ? OCD ਨਹੀਂ ਹੈਗੀ, ਬਸ ਸ਼ੀ ਇਜ਼ ਵੈਰੀ ਪਾਰਟਿਕੂਲਰ ਅਬਾਊਟ ਕਲੀਨਲੀਨੈਸ ਕਿ ਮਤਲਬ ਚੱਦਰ ਵੀ ਹਲਕੀ ਜਿਹੀ ਹੋ ਜਾਏ ਤਾਂ ਸਾਫ਼ ਕਰਨੀ ਹੈ, ਲਾਈਨ ਇੱਦਾਂ ਹੋਣਾ ਚਾਹੀਦਾ, ਇੱਦਾਂ ਹੋਣਾ ਚਾਹੀਦਾ ਹਰ ਇੱਕ। ਥੋੜੇ ਸਿੰਪਟਮ ਤਾਂ OCD ਵਾਲੇ ਨੇ।
ਮੇਰਾ ਥੋੜਾ ਜਿਹਾ ਹਾਂ ਮਤਲਬ ਉਹ ਚੀਜ਼ ਹੈਗੀ ਹੈ ਬਟ ਬਹੁਤ OCD ਤਾਂ ਬਹੁਤ ਮਾੜੀ ਹੈ ਬਟ ਉਹਨਾਂ ਨੂੰ ਇੰਨੀ ਜ਼ਿਆਦਾ ਨਹੀਂ ਹੈਗੀ ਉਹ ਚੀਜ਼ ਸ਼ੀ ਇਜ਼ ਜਸਟ ਉਹਨਾਂ ਨੂੰ ਕਲੀਨਲੀਨੈਸ ਚਾਹੀਦੀ ਹੈ ਬਹੁਤ ਜ਼ਿਆਦਾ ਹਰ ਇੱਕ ਚੀਜ਼ ਥਾਂ ਤੇ ਹੋਣੀ ਚਾਹੀਦੀ ਹੈ। ਤੇ ਫਿਰ ਮੈਂ ਮੰਮਾ ਨੂੰ ਕਿਹਾ ਮੈਂ ਕਿਹਾ ਯਾਰ ਇੱਦਾਂ ਕਰਕੇ ਮੇਰਾ ਬੜਾ ਜੀ ਕਰ ਰਿਹਾ ਮੈਨੂੰ ਲਿਆਵਾਂ। ਮੰਮਾ ਕਹਿੰਦੇ ਨਹੀਂ ਯਾਰ ਵੀ ਬੜਾ ਔਖਾ ਹੋ ਜਾਏਗਾ ਇੱਕ ਤਾਂ ਸ਼ੀ ਇਜ਼ ਆਲਸੋ ਵਰਕਿੰਗ ਆਈ ਐਮ ਆਲਸੋ ਵਰਕਿੰਗ। ਕਹਿੰਦੇ ਕਿਵੇਂ ਕਰਾਂਗੇ? ਮੈਂ ਕਿਹਾ ਮੰਮਾ ਪਤਾ ਨਹੀਂ ਬਸ ਹੁਣ ਤਾਂ ਡੈਸਟੀਨੀ 'ਚ ਹੈਗਾ ਇਹਨੂੰ ਲੈ ਕੇ ਆਉਣਾ ਮੈਂ। ਕਹਿੰਦੇ ਚੱਲ ਲੈ ਆ। ਮੰਮਾ ਨੇ ਵੀ ਪਤਾ ਨਹੀਂ ਕਿਵੇਂ ਹੀ ਕਹਿਤਾ ਉਸ ਦਿਨ ਕਿ ਲੈ ਆ। ਮੈਂ ਗਈ ਤਾਂ ਸਟਾਰਟਿੰਗ 'ਚ ਤਾਂ ਬਹੁਤ ਹੀ ਪ੍ਰੋਬਲਮ ਹੋਈ ਬਹੁਤ ਜ਼ਿਆਦਾ। ਫਿਰ ਉਸ ਤੋਂ ਬਾਅਦ ਮੇਰੇ ਮੰਮਾ ਦਾ ਹੀ ਪਿਆਰ ਇੰਨਾ ਉਹਦੇ ਨਾਲ ਬਹਿ ਗਿਆ ਹੁਣ ਮੈਨੂੰ ਤਾਂ ਇੱਦਾਂ ਲੱਗਦਾ ਦੈਟ ਇਟਸ ਗੁੱਡ ਦੈਟ ਹੀ ਕੇਮ ਇਨਟੂ ਆਵਰ ਲਾਈਫ ਕਿਉਂਕਿ ਮੇਰੇ ਮੰਮਾ ਬਹੁਤ ਰਿਲੈਕਸਡ ਹੋ ਗਏ। ਪਹਿਲਾਂ ਉਹ ਬਹੁਤ ਇੱਦਾਂ ਰਹਿੰਦੇ ਸੀਗੇ ਸਾਫ ਸਫਾਈ ਦੇ ਚੱਕਰ ਦੇ ਵਿੱਚ ਨਾ ਸ਼ੀ ਯੂਜ਼ਡ ਟੂ ਗੈਟ ਵੈਰੀ ਐਗਜ਼ੌਸਟਡ। ਹੁਣ ਉਹਨਾਂ ਨੂੰ ਹੁੰਦਾ ਯਾਰ ਇਹ ਤਾਂ ਬੱਚਾ ਇਹਨੇ ਤਾਂ ਕਰਨਾ ਹੀ ਹੈ ਸਭ ਕੁਛ ਇਹਨੇ ਤਾਂ ਗੰਦ ਪਾਣਾ ਹੀ ਹੈ ਕੋਈ ਨਾ। ਨਾਓ ਸ਼ੀ ਇਜ਼ ਵੈਰੀ ਰਿਲੈਕਸਡ ਐਂਡ ਆਈ ਆਲਸੋ ਫੀਲ the moment that dog came into our lives na a lot of things changed। ਆਹ ਚੀਜ਼ ਮੈਨੂੰ ਲੱਗਦਾ ਹੈ ਕਿ ਯਾਰ ਪਤਾ ਨਹੀਂ if anybody is gonna take it seriously but ਮੇਰੀ ਲਾਈਫ 'ਚ ਬਹੁਤ ਗਰੋਥ ਹੋਈ after Alfie came into our lives because ਜਾਨਵਰ ਤੁਹਾਡੀ ਇੰਨੀ ਜ਼ਿਆਦਾ ਸੁੱਖ ਮੰਗਦਾ ਹੈ ਨਾ ਇੰਨੀ ਜ਼ਿਆਦਾ ਕਿ ਵਿਦਆਊਟ ਐਨੀ ਕੰਡੀਸ਼ਨਸ ਉਹਨਾਂ ਨੂੰ ਕੀ ਪਤਾ ਹੈ ਕਿ ਮੈਂ ਕਿੰਨੇ ਪੈਸੇ ਕਮਾ ਰਹੀ ਹਾਂ ਜਾਂ ਮੇਰਾ ਬਾਹਰ ਕਿੰਨਾ ਹੈ ਉਹਨੂੰ ਥੋੜ੍ਹਾ ਨਾ ਪਤਾ ਇਹ ਚੀਜ਼ਾਂ। ਉਹ ਤਾਂ ਬਸ ਪਿਆਰ ਹੈ ਉਹਦਾ ਠੀਕ ਹੈ। ਤੇ ਦ ਮੋਮੈਂਟ ਹੀ ਕੇਮ ਇਨਟੂ ਆਵਰ ਲਾਈਫ ਮੈਨੂੰ ਉਹਦਾ ਲੱਗਦਾ ਮੇਰੀ ਲਾਈਫ ਬਹੁਤ ਜ਼ਿਆਦਾ ਚੇਂਜ ਹੋਈ ਇਨ ਅ ਗੁੱਡ ਵੇ। ਤੁਹਾਡਾ ਰਿਐਕਸ਼ਨ ਕੀ ਹੁੰਦਾ ਵੈਨ ਯੂ ਸੀ ਸਟਰੀਟ ਡੌਗਸ? ਸੇਮ ਹੀ ਹੁੰਦਾ ਮੈਨੂੰ ਤਾਂ ਪਿਆਰ ਮੇਰਾ ਤਾਂ ਬਸ ਚੱਲੇ ਮੇਰੇ ਕੋਲ ਵੱਡਾ ਘਰ ਹੋਏ ਮੈਂ ਤਾਂ ਰੱਖ ਲਾਂ ਸਾਰਿਆਂ ਨੂੰ ਲਾਈਕ ਆਈ ਰੀਅਲੀ ਮੇਰਾ ਹੈਗਾ ਹੈ ਮੈਂ ਗਾਵਾਂ ਮੈਨੂੰ ਗਾਵਾਂ ਨਾਲ ਬਹੁਤ ਜ਼ਿਆਦਾ ਹੁੰਦਾ ਹੈ। ਕਈਆਂ ਨੂੰ ਛੱਡ ਦਿੰਦੇ ਨਾ ਜਦੋਂ ਦੁੱਧ ਦੇਣਾ ਬੰਦ ਹੋ ਜਾਂਦੀਆਂ ਜਾਂ ਕਈ ਵਾਰੀ ਤਾਂ ਮੈਨੂੰ ਇੱਦਾਂ ਹੁੰਦਾ ਕਿ ਯਾਰ ਲਾਈਕ ਇੰਨਾ ਕਿ ਮੈਨੂੰ ਰੱਬ ਬਣਾ ਦੇ। ਮੈਨੂੰ ਹੁੰਦਾ ਇਨਸਾਨ ਫੇਰ ਵੀ ਕਿਤੇ ਨਾ ਕਿਤੇ ਬਿਕਾਜ਼ ਐਟਲੀਸਟ ਦਿਮਾਗ ਤਾਂ ਹੈ ਨਾ ਕੁਛ ਜੁਗਾੜ ਲਾ ਲੈਂਦਾ ਹੈ। ਇਹ ਬੇਜ਼ੁਬਾਨਾ ਕੀ ਕਰਨਗੇ ਆਹ ਵਿਚਾਰੇ ਕਿਸੇ ਕੋਲ ਜਾਣਗੇ ਵੀ ਤਾਂ ਬੰਦੇ ਨੂੰ ਥੋੜ੍ਹਾ ਨਾ ਪਤਾ ਕੀ ਬੋਲ ਰਿਹਾ ਰਾਈਟ। ਸੋ ਮੈਨੂੰ ਇੱਦਾਂ ਕਿ ਜਦ ਮੇਰੇ ਕੋਲ ਵੱਧ ਪੈਸੇ ਆਏ ਨਾ ਲਾਈਫ 'ਚ ਜਾਂ ਮੇਰੇ ਕੋਲ ਵਧੀਆ ਇੱਦਾਂ ਦੀ ਮੈਂ ਕਰ ਲਾਂ ਕੁਛ ਆਪਣੀ ਲਾਈਫ ਦੇ ਵਿੱਚ ਦੈਟ ਆਈ ਗੈਟ ਅ ਸਪੇਸ ਵੇਅਰ ਆਈ ਕੈਨ ਐਕਚੁਅਲੀ ਕੀਪ ਐਨੀ ਐਨੀਮਲ ਐਂਡ ਆਈ ਕੈਨ ਟੇਕ ਕੇਅਰ ਆਫ ਦੈਮ ਦੈਟਸ ਸਮਥਿੰਗ ਆਈ ਰੀਅਲੀ ਵਾਂਟ ਟੂ ਡੂ ਇਨ ਮਾਈ ਲਾਈਫ। ਜਦੋਂ ਨੈਟਫਲਿਕਸ ਵਾਲੀ ਸੀਰੀਜ਼ ਰਿਲੀਜ਼ ਹੋ ਗਈ ਫਿਰ ਲੱਗਦਾ ਕਿ ਤੁਸੀਂ ਬੰਬੇ ਸ਼ਿਫਟ ਹੋ ਜਾਓਗੇ ਉਦੋਂ? ਸ਼ਿਫਟ ਤਾਂ ਮੈਂ ਕਦੇ ਵੀ ਨਹੀਂ ਹੋਊਂਗੀ। ਇਜ਼ ਇਟ ਇੰਪੋਰਟੈਂਟ ਅਗਰ ਤੁਸੀਂ ਬੰਬੇ ਕੰਮ ਕਰਨਾ ਹੈ ਤਾਂ ਤੁਹਾਨੂੰ ਬੰਬੇ ਹੀ ਸ਼ਿਫਟ ਹੋਣਾ ਪਊਗਾ? ਹਾਂ ਮੈਨੂੰ ਤਾਂ ਲੱਗਦਾ ਕਿ ਕਦੇ ਅਵੇਲੇਬਿਲਿਟੀ ਦਾ ਹੁੰਦਾ ਹੈ ਯੂ ਹੈਵ ਟੂ ਬੀ ਅਵੇਲੇਬਲ ਕਿਉਂਕਿ ਇਟਸ ਅ ਵੈਰੀ ਫਾਸਟ ਸਿਟੀ। ਉੱਥੇ ਤੁਸੀਂ ਸਵੇਰੇ ਜੇ ਤੁਹਾਨੂੰ ਕਿਤੇ ਮੈਸੇਜ ਆਉਂਦਾ ਈਮੇਲ ਆਉਂਦਾ ਸ਼ਾਮ ਨੂੰ ਯੂ ਹੈਵ ਟੂ ਮੀਟ ਦੈਮ ਜਾਂ ਬਹੁਤ ਦੇ ਵਰਕ ਲਾਈਕ ਦਿਸ। ਸੋ ਉੱਥੇ ਮੈਨੂੰ ਲੱਗਦਾ ਕਿ ਉਹ ਥੋੜ੍ਹੀ ਅਵੇਲੇਬਿਲਿਟੀ ਹੋਣੀ ਜ਼ਰੂਰੀ ਹੈ। ਮੈਂ ਵੀ ਸਟਾਰਟਿੰਗ 'ਚ ਲਾਈਕ ਆਈ ਯੂਜ਼ ਟੂ ਗੋ ਫॉर ਪ੍ਰੋਜੈਕਟਸ ਉੱਥੇ ਹੈ ਨਾ ਅਤੇ ਮੈਂ 1-2 ਦਿਨ ਵੱਧ ਲਾ ਲੈਂਦੀ ਸੀਗੀ ਟੂ ਮੀਟ ਸਰਟਨ ਪੀਪਲ ਜਿਨ੍ਹਾਂ ਨਾਲ ਆਲਰੇਡੀ ਆਮ ਇਨ ਟਾਕਿੰਗ ਜਾਂ ਕੁਛ ਵੀ। ਹੁਣ ਮੈਂ ਇੱਦਾਂ ਕਰਦੀ ਹਾਂ ਕਿ ਮੈਂ ਅੱਧਾ ਟਾਈਮ ਇੱਥੇ ਹੁੰਦੀ ਅੱਧਾ ਟਾਈਮ ਉੱਥੇ ਹੁੰਦੀ ਹਾਂ। ਸੋ ਦੋਨੋਂ ਜਗ੍ਹਾ ਬਿਕਾਜ਼ ਆਬਵੀਅਸਲੀ ਆਈ ਹੈਵ ਮਾਈ ਫੈਮਿਲੀ ਹੀਅਰ ਆਈ ਕੈਨਟ ਲੀਵ। ਬੰਬੇ ਵੀ ਤੁਸੀਂ ਆਡੀਸ਼ਨਸ ਦੇ ਰਹੇ ਹੋ ਆਪਣੇ? ਨਹੀਂ ਆਡੀਸ਼ਨਸ ਫॉर ਵਰਕ ਇਨ ਹਿੰਦੀ ਸਿਨੇਮਾ ਔਰ ਸੀਰੀਜ਼? ਹਾਂ ਜੇ ਕੋਈ ਵਧੀਆ ਓਪਰਚੁਨਿਟੀ ਹੁੰਦੀ ਹੈ ਦੈਨ ਆਈ ਡੂ ਯੈਸ। ਬੰਬੇ ਦੇ ਵਿੱਚ ਹੁਣ ਇੱਕ ਨਵੀਂ ਸੇਇੰਗ ਚੱਲ ਰਹੀ ਹੈ ਨਾ ਇਫ ਯੂ ਰੀਅਲੀ ਵਾਂਟ ਟੂ ਵਰਕ ਇਨ ਬਾਲੀਵੁੱਡ ਬੰਬੇ ਤਾਂ ਤੁਸੀਂ ਔਰੀ ਅਪਰੂਵਡ ਹੋਣੇ ਬਹੁਤ ਜ਼ਰੂਰੀ ਹੋ ਐਂਡ ਯੂ ਆਰ ਨਾਓ ਔਰੀ ਅਪਰੂਵਡ। Am I? I don't know. I to met him like ਅਸੀਂ dinner ਤੇ ਗਏ ਸੀ ਮੈਂ ਤਾਂ ਮਿਲੀ ਸੀ ਉਹਨੂੰ। It's a good guy though, I like him. A good guy, very sweet guy. But Ori approved ਨਹੀਂ ਪਤਾ ਸੀਗਾ ਮੈਨੂੰ ਇਦਾਂ। Ori approved ਨਾ ਕਿ ਮਤਲਬ ਅਗਰ ਤੁਹਾਡੇ ਨਾਲ ਇਦਾਂ ਕਰਕੇ ਫੋਟੋ ਚੱਲ ਰਹੀ ਹੈ ਤਾਂ that is Ori approved. ਅੱਛਾ ਜੀ। ਹਾਂ। Wow, I didn't know about this. ਕਿਵੇਂ ਦਾ ਔਰ ਇਨਸਾਨ ਹੈ? He is very nice. ਮੈਨੂੰ ਵਧੀਆ ਮੈਨੂੰ ਨਾ ਟ੍ਰਾਂਸਪੇਰੈਂਟ ਜਿਹਾ ਵਧੀਆ ਲੱਗਦੇ ਆ ਬੰਦੇ ਯੂ ਨੋ। ਹਾਂ ਚਾਹੇ ਲੋਕੀ ਮਜ਼ਾਕ ਵੀ ਬੜਾ ਇੱਦਾਂ ਉਰਫੀ ਦਾ ਕਿੰਨਾ ਮਜ਼ਾਕ ਬਣਦਾ ਬਟ ਆਈ ਫੀਲ ਲਾਈਕ ਦੇ ਆਰ ਵੈਰੀ ਬਲੰਟ ਦੇ ਜਸਟ ਸੇ ਵਟ ਐਂਡ ਇਟਸ ਦ ਟਰੂਥ। ਉਹੀ ਚੀਜ਼ ਹੈ ਕਿ ਹਾਂ ਉਹ ਥੋੜ੍ਹੇ ਅਲੱਗ ਤਰੀਕੇ ਨਾਲ ਦੱਸਦੇ ਨੇ ਬਟ ਇਨ ਦੀ ਐਂਡ ਦੈਟਸ ਦ ਰਿਐਲਿਟੀ। ਉਹ ਵੀ ਜਿਹੜੀ ਚੀਜ਼ ਬੋਲਦਾ ਹੈ ਇਫ ਯੂ ਐਕਚੁਅਲੀ ਲੁੱਕ ਐਟ ਹਿਜ਼ ਮੈਂ ਕਈ ਉਹਦਾ ਇੱਕ ਅੱਧਾ ਕੋਈ ਉਹ ਦੇਖਿਆ ਸੀਗਾ ਇੰਟਰਵਿਊ ਨਹੀਂ ਸੀਗਾ ਹੀ ਵਾਜ਼ ਜਸਟ ਟਾਕਿੰਗ ਟੂ ਸਮਬਡੀ ਐਂਡ ਵਟ ਹੀ ਸੈਡ ਵਾਜ਼ ਐਕਚੁਅਲੀ ਰਾਈਟ ਐਂਡ ਆਈ ਲਾਈਕ ਦੈਟ ਗਾਏ ਅ ਲੋਟ। ਵਧੀਆ ਚੀਜ਼ ਬੋਲਦਾ ਉਹ। ਮੇਬੀ ਉਹ ਫੋਟੋ ਕਰਕੇ ਅਵੀਰਾ ਦੇ ਨਾਲ ਬਹੁਤ ਸਾਰੀਆਂ ਬਲੇਸਿੰਗਸ ਜੁੜ ਜਾਣ ਔਰ ਯੂ ਅਪਰੂਵਡ ਦੀਆਂ ਬਲੇਸਿੰਗਸ। ਯਾਰ ਉਹ ਤਾਂ ਮੇਰਾ ਕੰਮ ਹੀ ਕਰੇਗਾ ਡਿਸਾਈਡ ਉਹ ਤਾਂ ਕੋਈ ਵੀ ਨਹੀਂ ਕਰ ਸਕਦਾ ਜਾ ਕੇ ਮੈਂ ਕੱਲ ਕਿਸੇ ਨਾਲ ਵੀ ਫੋਟੋ ਖਿਚਾ ਲਾਂ ਕੰਮ ਚਲੋ ਮੈਨੂੰ ਮਿਲ ਵੀ ਜਾਏਗਾ ਕੰਮ ਪਰ ਇਟਸ ਮਾਈ ਜੌਬ ਟੂ ਪੁੱਟ ਮਾਈ ਸੈਲਫ ਇਨਟੂ ਇਟ ਨਾ। ਮੈਂ ਆਪਣਾ 100% ਦੇਣਾ। ਦੂਜੀ ਮੂਵੀ ਮੈਨੂੰ ਕਿਵੇਂ ਮਿਲੇਗੀ ਜੇ ਮੈਂ ਪਹਿਲੀ ਮੂਵੀ ਤਾਂ ਮੈਨੂੰ ਕਿਸੇ ਨਾਲ ਫੋਟੋ ਖਿਚਾ ਕੇ ਮਿਲ ਗਈ ਦੂਜੀ ਮਿਲਣੀ ਵੀ ਤਾਂ ਜ਼ਰੂਰੀ ਹੈ ਨਾ। ਪਹਿਲੇ 'ਚ ਤਾਂ ਵਧੀਆ ਕਰਨਾ ਹੀ ਪੈਣਾ ਮੈਨੂੰ। ਮੈਂ 3-4 ਸੈਲੀਬ੍ਰਿਟੀਜ਼ ਦਾ ਨਾਮ ਲਵਾਂਗਾ ਅਗਰ ਉਹਨਾਂ ਬਾਰੇ ਤੁਹਾਡੀ ਕੋਈ ਵਨ ਲਾਈਨ ਸਟੇਟਮੈਂਟ ਲੈਣੀ ਹੋਵੇ ਤਾਂ ਕੀ ਹੋਗੀ ਸੋ ਉਹ ਤੁਸੀਂ ਦਿਓ। ਨੰਬਰ 1 ਦਿਲਜੀਤ ਦੋਸਾਂਝ। ਘਰ ਦਾ ਫੇਸ।
ਨੰਬਰ 2 ਕਰਨ ਔਜਲਾ। Very grounded and respectful, I would say. He's a good friend to everybody. ਖਾਨ ਭੈਣੀ। Amazing lyricist. ਅਰਜਨ ਢਿੱਲੋਂ। Yeah, again, amazing. I love ਉਹਦੀ ਜਿਹੜੀ writings ਹੈ ਨਾ, like ਸ਼ਾਇਰੀ type ਲਿਖਦਾ, I love that. ਰਣਜੀਤ ਪਾਵਾ। ਦਮਦਾਰ ਆਵਾਜ਼, ਬਹੁਤ ਜ਼ਿਆਦਾ। ਜੈਜ਼ੀ ਬੀ। King, ਭੰਗੜਾ king. ਥੈਂਕ ਯੂ ਸੋ ਮਚ ਅਵੀਰਾ। Thank you. ਮੈਨੂੰ ਸਾਨੂੰ ਪਤਾ ਲੱਗਾ ਹੀ ਨਹੀਂ ਕਿ ਟਾਈਮ ਕਦੋਂ ਤੇਜ਼ੀ ਦੇ ਨਾਲ Yeah, ਸਾਰਾ it was ਸਪੈਂਡ ਹੋ fun. ਗਿਆ ਨਾ। ਤਾਂ ਇਟ ਵਾਸ ਵੈਰੀ ਗੁੱਡ ਮੀਟਿੰਗ ਵਿਦ ਯੂ Thank you. ਐਂਡ ਆਈ ਐਮ ਵਿਸ਼ਿੰਗ ਵੈਰੀ ਗੁੱਡ ਲੱਕ। ਤੁਸੀਂ ਵੀ ਸਾਨੂੰ ਸਾਡੇ ਪੋਡਕਾਸਟ ਲਈ ਦੁਆਵਾਂ ਦਿਓ ਤੇ ਬਿਲਕੁਲ। ਸਾਡੇ ਪੋਡਕਾਸਟ ਤੇ ਆਉਂਦੇ ਜਾਂਦੇ ਰਹੋ। ਥੈਂਕ ਯੂ ਸੋ ਮਚ। Thank you. The Thank last, you so if you want to much. say Thank you. something, camera is yours. But just live life king size, have fun. Thank you. Thank you so much. ਸਤਿ ਸ਼੍ਰੀ ਅਕਾਲ Thank ਜੀ। you. ਸਤਿ ਸ਼੍ਰੀ ਅਕਾਲ।